शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:15 ਹੋਏ ਨੇ। 19 ਮਾਰਚ ਦਾ ਦਿਨ ਹੈ, ਵਰਾ 2021 ਦਾ 6 ਚੇਤ ਹੈ, ਨਾਨਕਸ਼ੇ ਸੰਮਤ 553 ਸ਼ੁੱਕਰਵਾਰ ਹੈ। ਨਿੱਘਾ ਹਾਰਦਿਕ ਸਵਾਗਤ ਹੈ। ਸ਼ੋ ਦੀ ਸ਼ੁਰੂਆਤ ਨਮਕਿਨ ਸਿੰਘ ਪੱਤੀ ਨਾਲ, ਪੱਤੀ ਸੇਖਵਾਂ ਬਰਨਾਲੇ ਹੋਏਗੀ। ਉਸ ਤੋਂ ਬਾਅਦ ਅੱਜ ਗੱਲਬਾਤ ਮੈਂ ਕਰਨੀ ਹੈ ਤੁਹਾਡੀ ਸਿਹਤ ਦੇ ਬਾਰੇ। ਸਿਹਤ ਦੇ ਦੇਸੀ ਟੋਟਕੇ ਜਿਹੜੇ ਨੇ ਉਹਦੇ ਨਾਲੋਂ ਇੱਥੇ ਦਾ ਇਲਾਜ ਜਿਹੜਾ ਹੈ ਉਹ ਕਿੰਨਾ ਮਹਿੰਗਾ ਪੈਂਦਾ। ਖਾਸ ਤੌਰ 'ਤੇ ਦੰਦਾਂ ਵਾਲਾ ਕੰਮ ਬਾਹਲਾ ਮਹਿੰਗਾ ਪੈਂਦਾ। ਦੇਸੀ ਇਲਾਜ ਦੰਦਾਂ ਦੇ ਜਿਹੜੇ ਉੱਥੇ ਕਰਦੇ ਸੀ ਉਹ ਹਾਲੇ ਵੀ ਕਾਰਗਰ ਨੇ। ਇੱਥੇ ਤਾਂ ਜਦ ਟੀਕਾ ਭਰਦੇ ਆ ਡੈਂਟਿਸਟ, ਜਿੰਨਾ ਦਰਦ ਜਿਹੜਾ ਹੈ ਟੀਕਾ ਕੱਢਣ, ਦਾੜ ਕੱਢਣ 'ਤੇ ਨਹੀਂ ਲੱਗਦਾ, ਉਹਦੇ ਬਾਅਦ ਬਟੂਏ 'ਤੇ ਲੱਗਦਾ। ਇਹਦੇ ਬਾਰੇ ਵੀ ਸਰਕਾਰ ਕੰਮ ਕਰ ਰਹੀ ਹੈ ਵੀ ਸ਼ਾਇਦ ਇਸ ਨੂੰ ਰੈਗੂਲੇਟ, ਇਸ ਇੰਡਸਟਰੀ ਨੂੰ ਕਰ ਦੇਵੇ, ਕਿਉਂਕਿ ਜਾਂ ਫਿਰ ਪ੍ਰਾਈਸ ਲਿਸਟ ਕੋਈ ਲੱਗੇ ਇਸ 'ਤੇ ਗੱਲਬਾਤ ਬਹੁਤ ਹੋ ਰਹੀ ਹੈ ਕਮਿਊਨਿਟੀ ਦੇ ਵਿੱਚੋਂ। ਮੁਸ਼ਕਿਲਾਂ ਖਾਸ ਤੌਰ 'ਤੇ ਜਵਾਕ ਇੱਥੇ ਦੇ ਜਿਹੜੇ ਜੰਮੇ ਪਲੇ ਆ ਸਾਡੇ, ਉਹਨਾਂ ਦੇ ਦੰਦ ਟੇਢੇ ਹੁੰਦੇ ਆ। ਜਦ ਦੰਦ ਟੇਢੇ ਹੋ ਗਏ ਫਿਰ ਦੰਦਾਂ ਨੂੰ ਬੰਨ੍ਹਦੇ ਕਰਦੇ 4-5 ਸਾਲ ਲੱਗ ਜਾਂਦੇ ਆ। ਉਹਦੇ ਬਾਅਦ ਫਿਰ ਉਹਦੀਆਂ ਜਿਹੜੀਆਂ ਅਕਲ ਦਾੜਾਂ ਕੱਢਣ ਲੱਗ ਜਾਂਦੇ। ਬੰਦਾ ਜਾਨੂੰ 40 ਸਾਲਾਂ ਦਾ ਹੁੰਦਾ, ਜਾਨੂੰ ਦੰਦ ਵੀੜ ਸਿੱਧੀ ਹੁੰਦੀ ਹੈ, ਜਾਨੂੰ ਨਿਕਲਣ ਲੱਗ ਜਾਂਦੇ ਆ। ਇਸ 'ਤੇ ਅੱਜ ਗੱਲਬਾਤ ਕਰਨੀ ਹੈ ਕਿ ਬਹੁਤ ਚੀਜ਼ਾਂ ਸੀ ਜਿਹੜੀਆਂ ਪਿੰਡਾਂ ਦੇ ਵਿੱਚ ਆਪਾਂ ਸੂਤ ਕਰ ਲੈਂਦੇ। ਦੰਦਾਂ ਦੇ ਜਿਹੜੇ ਦਾੜਾਂ ਦੇ ਦਰਦ ਹੁੰਦੇ, ਜਾੜ ਅਤੇ ਦਾੜ ਦੋ ਅਲੱਗ-ਅਲੱਗ ਸ਼ਬਦ ਨਹੀਂ, ਇੱਕੋ ਹੀ ਸ਼ਬਦ ਹੈ। ਪਰ ਡੈਂਟਿਸਟਰੀ ਇੱਥੇ ਦੀ ਮਹਿੰਗੀ ਹੋ ਗਈ। ਪੰਜਾਬ ਦੇ 'ਚ ਲੋਕ ਜਾਣੋਂ ਹਟ ਗਏ ਅਤੇ ਉਹਦਾ ਕੋਈ ਇਲਾਜ ਕੀ ਹੈ। ਡੈਂਟਿਸਟ ਜਿਹੜੇ ਨੇ, ਕੁਛ ਨਵੇਂ ਮੁੰਡੇ ਆਏ ਨੇ, ਉਹ ਵੀ ਇਹ ਕਹਿੰਦੇ ਸਰਕਾਰ ਨੂੰ ਇਹਦੇ 'ਤੇ ਕੁਝ ਨਾ ਕੁਝ ਕਰਨਾ ਚਾਹੀਦਾ। ਬਾਕੀ ਸਿਹਤ ਦੀ ਵੀ ਗੱਲ ਹੈ ਤਾਂ ਇਹ ਸਾਡੇ ਵਾਲੀ ਨੂੰ ਵੀ ਇਸ ਨੂੰ ਰੈਗੂਲੇਟ ਕਰ ਦੇਣ ਸਰਕਾਰਾਂ, ਸਾਨੂੰ ਖਰਚਾ ਦੇਣ, ਨਾਲੇ ਬੰਨ੍ਹਵਾਂ ਦੇਣ ਅਤੇ ਅਸੀਂ ਲੋਕਾਂ ਦੀ ਸੇਵਾ ਕਰੀਏ। ਸਰਕਾਰਾਂ ਇਸ ਨੂੰ ਪ੍ਰਾਈਵੇਟ ਰੱਖਣਾ ਚਾਹੁੰਦੀਆਂ ਨੇ। ਪ੍ਰਾਈਵੇਟ ਲੋਕਾਂ ਦੇ ਇੰਸ਼ੋਰੈਂਸ ਹੋ ਗਏ, ਪਰ $1200-1400 ਤਾਂ 2 ਵਿਜ਼ਿਟਸ ਦੇ ਵਿੱਚ ਖਤਮ ਹੋ ਜਾਂਦਾ। ਡੈਂਟਿਸਟਰੀ ਦੇ ਬਾਰੇ ਅੱਜ, ਦੰਦਾਂ ਦੇ ਡਾਕਟਰ ਦੇ ਬਾਰੇ ਗੱਲਬਾਤ ਹੋਏਗੀ ਕਿ ਇਹ ਜਿਹੜਾ ਇਸ ਨੂੰ ਕਿਵੇਂ ਸੂਤ ਕੀਤਾ ਜਾ ਸਕਦਾ। ਸਰਕਾਰਾਂ ਨੂੰ ਇਹਦੇ 'ਤੇ ਕੰਮ, ਬਥੇਰੇ ਪੈਸੇ ਕਰਦੇ ਨੇ ਇਕੱਠੇ। ਹੁਣ ਜਿਹੜਾ ਪ੍ਰੋਪਰਟੀ ਟਰਾਂਸਫਰ ਟੈਕਸ ਆ, 7 ਵਾਰ ਘਰ ਵਿਕ ਜਾਵੇ 7 ਵਾਰ ਇਹ ਮਿਲਣਾ ਅਤੇ ਕੀਮਤਾਂ ਵਧਾਈਆਂ ਆਪੇ ਹੀ ਆ। 8 ਲੱਖ ਵਾਲਾ 12 ਦਾ ਹੋ ਗਿਆ। ਜੇ 2% ਦੇ ਨਾਲ 16,000 ਜਾਂਦੀ ਸੀ, ਹੁਣ 24,000 ਜਾਂਦੀ ਹੈ। ਸਰਮਾਇਆ ਭਰ ਰਿਹਾ, ਇੱਕ ਬੰਨੇ 2-2 ਹਜ਼ਾਰ ਭੇਜੀ ਜਾਂਦੇ ਨੇ ਟਰੂਡੋ ਹੋਣੀ, ਇੱਕ ਬੰਨੇ ਘਰਾਂ ਦੀਆਂ ਕੀਮਤਾਂ ਚੱਕ ਕੇ ਉਹਦੇ 'ਤੇ ਪ੍ਰੋਪਰਟੀ ਟਰਾਂਸਫਰ ਟੈਕਸ ਲਈ ਜਾਂਦੇ ਨੇ। ਗੱਲ ਬਰਾਬਰ ਹੈ। ਲੋਕਾਂ ਨੂੰ 2,000 ਆਉਂਦਾ ਦਿਖਦਾ ਹੈ, 10,000 ਜਾਂਦਾ ਨਹੀਂ ਦਿਖਦਾ। ਕਰਾਂਗੇ ਗੱਲ ਅੱਜ। ਸਿਹਤ ਦੀ ਗੱਲ ਹੋਏਗੀ ਬਾਅਦ 'ਚ। ਹਿਰਦੇਜੀਤ ਸਿੰਘ ਚਾਹਲ ਹੋਣੀ ਆਉਣਗੇ ਕਿ ਜਿਹੜਾ ਜੈਵਿਕ ਖਾਣਾ ਹੈ, ਔਰਗੈਨਿਕ ਫੂਡ ਹੈ ਜਿਹੜਾ, ਉਹਦਾ ਕੀ ਫਾਇਦਾ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਆਂ ਵਿਛੜੇ ਨੀਰਾਂ ਦਾ, ਸਾਡਾ ਹੰਝ ਦੀ ਜੂਨੇ ਆਇਆਂ ਦਾ, ਸਾਡਾ ਦਿਲ ਜਲਿਆਂ ਦਲਗੀਰਾਂ ਦਾ। ਇਹ ਜਾਣਦੇ ਹਾਂ ਕੁਝ ਸ਼ੋਖ ਜਿਹੇ ਰੰਗਾਂ ਦਾ ਨਾ ਹੀ ਤਸਵੀਰਾਂ ਹੈ। ਜਦ ਹਟ ਗਏ ਅਸੀਂ ਇਸ਼ਕੇ ਦੀ ਮੁੱਲ ਕਰ ਬੈਠੇ ਤਸਵੀਰਾਂ ਦਾ। ਸਾਨੂੰ ਲੱਖਾਂ ਦਾ ਤਨ ਲੱਭ ਗਿਆ ਪਰ ਇੱਕ ਦਾ ਮਨ ਵੀ ਨਾ ਮਿਲਿਆ। ਕਿਆ ਲਿਖਿਆ ਕਿਸੇ ਮੁਕੱਦਰ ਸੀ ਹੱਥਾਂ ਦੀਆਂ 4 ਲਕੀਰਾਂ ਦਾ। ਤਕਦੀਰ ਤਾਂ ਆਪਣੀ ਸੌਕਣ ਸੀ, ਤਦਵੀਰਾਂ ਸਾਥੋਂ ਨਾ ਹੋਈਆਂ। ਨਾ ਝੰਗ ਛੁੱਟਿਆ, ਨਾ ਕੰਨ ਪਾਟੇ ਝੁੰਡ ਲੰਘ ਗਿਆ ਇੰਝ ਹੀਰਾਂ ਦਾ। ਮੇਰੇ ਗੀਤ ਵੀ ਲੋਕ ਸੁਣੀਂਦੇ ਨੇ, ਨਾਲੇ ਕਾਫਰ ਆਖ ਸੁਣੀਂਦੇ ਨੇ। ਮੈਂ ਦਰਦ ਨੂੰ ਕਾਬਾ ਕਹਿ ਬੈਠਾ, ਰੱਬ ਨਾ ਰੱਖ ਬੈਠਾ ਪੀੜਾਂ ਦਾ। ਮੈਂ ਦਾਨਸ਼ਵਰਾਂ ਸੁਣੀਂਦਾ ਸੰਗ, ਮੈਂ ਦਾਨਸ਼ਵਰਾਂ ਸੁਣੀਂਦਿਆਂ ਸੰਗ, ਕਈ ਵਾਰ ਉੱਚੀ ਬੋਲ ਪਿਆ। ਕੁਝ ਮਾਣ ਸੀ ਸਾਨੂੰ ਇਸ਼ਕ ਦਾ, ਕੁਝ ਦਾਵਾ ਵੀ ਸੀ ਪੀੜਾਂ ਦਾ। ਤੂੰ ਖੁਦ ਨੂੰ ਅਕਲ ਕਹਿੰਦਾ ਹੈ, ਮੈਂ ਖੁਦ ਨੂੰ ਆਸ਼ਿਕ ਦੱਸਦਾ ਹਾਂ। ਇਹ ਲੋਕਾਂ 'ਤੇ ਛੱਡ ਦਈਏ, ਕਿਹਨੂੰ ਮਾਣ ਦੇ ਦਿੰਦੇ ਨੇ, ਕਿਹਨੂੰ ਮਾਣ ਨੇ ਦਿੰਦੇ ਪੀਰਾਂ ਦਾ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡ ਨਦੀਆਂ ਵਿਛੜੇ ਨੀਰਾਂ ਦਾ। ਸ਼ਿਵ ਕੁਮਾਰ ਬਟਾਲਵੀ ਲਿਖਦਾ ਹੈ ਤਨਾਂ ਤੇ ਮਨਾਂ ਦੀ ਗੱਲ ਦਾ। ਧੰਨਵਾਦ ਜਿੱਥੇ ਵੀ ਬੈਠੇ ਹੋ। ਸ਼ੁੱਕਰਵਾਰ ਮਨਾਉਂਦੇ ਅੱਜ ਤੁਹਾਡਾ ਗੱਲਾਂ ਬਾਤਾਂ ਦੇ ਨਾਲ। ਸੁਰਿੰਦਰ ਸਿੰਘ ਦਾਊ ਮਾਜਰੇ ਦੀ ਵੀ ਗੱਲਬਾਤ ਸੁਣਾਵਾਂਗੇ। ਇੱਕ ਬਾਈ ਜੀ ਕਲੀਅਰ ਉਹਨਾਂ ਨੇ ਵੀ ਭੇਜੀ ਹੈ ਪਨਟਿਕਟਨ ਤੋਂ, ਪੰਜਾਬੀ ਆਪਣੇ ਕਹਿੰਦੇ ਨੇ ਪਨਟਿਕਟਨ, ਉੱਥੋਂ ਉਹ ਵੀ ਗੱਲਬਾਤ ਸੁਣਾਵਾਂਗੇ ਵੀ ਜਾਂ ਬੰਦਾ ਮਰਨ 'ਤੇ ਪਿਆ ਹੁੰਦਾ, ਜੇ ਕੋਈ ਕੰਨ 'ਚ ਫੂਕ ਮਾਰੇ ਆ ਕੇ, ਕਿਵੇਂ ਆ ਗੁਰਦਿਆਲ ਸਿਆਂ ਮੂਹਰੋਂ ਕੀ ਕਹਿ ਸਕਦਾ। ਜਦ ਏਅਰਪੋਰਟ 'ਤੇ ਟੈਕਸੀ ਚਲਾਉਣ ਲੱਗੇ, ਸਾਡੇ ਨਾਲ ਅਸ਼ਰਫ ਹੁੰਦਾ ਸੀ ਲਹਿੰਦੇ ਪੰਜਾਬ ਦਾ, ਮੁੜ ਗਿਆ ਹੁਣ। ਉਹ 7 ਜਦ ਇਹ ਲੋਹੀਡ ਹੈ ਕੁਕਿਟਲਮ ਵਾਲੇ ਪਾਸੇ ਆਉਂਦੀ ਆ, ਕਿਤੇ 7A ਬਣ ਜਾਏ, ਕਦੇ 7 ਬਣ ਜਾਂਦੀ ਹੈ, 2-3 ਸੜਕਾਂ ਬਣ ਜਾਂਦੀਆਂ ਨੇ। ਇੱਕ ਵਾਰ ਬੌਂਦਲ ਗਿਆ, ਫੋਨ ਕਰਕੇ ਕਹਿੰਦਾ ਭਾਜੀ, ਮੈਂ ਹਾਂ ਜੀ,
ਇੱਥੇ ਤਾਂ ਲੀਡਾਂ ਹੀ 3-4 ਬਣ ਗਈਆਂ। ਦੱਸਾਂ ਕਿਹੜੇ ਤੇ ਆਉਣਾ ਮੈਂ ਏਅਰਪੋਰਟ ਨੂੰ। ਜਦ 3 ਸਾਲ ਹੋ ਰਿਹਾ ਕਹਿੰਦਾ ਮੈਂ ਮੁੜ ਵਤਨਾਂ ਨੂੰ ਜਾਣਾ, ਉੜ ਗਿਆ ਮੁੰਡਾ। ਜਿਹੜੇ ਬੰਦੇ ਸੱਚ ਕਹਿੰਦੇ ਆ, ਸੱਚ ਬੋਲਦੇ ਆ, ਮੁੜ ਜਾਂਦੇ ਆ ਕਈ ਕਿਸਮਤਾਂ ਵਾਲੇ ਆਪਣੇ ਵਤਨਾਂ ਨੂੰ। ਸਰਦਾਰ ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗੱਲ ਸਾਨੂੰ ਤੇ ਰੇਡੀਓ ਸ਼ੇਅਰ ਪੰਜਾਬ ਦੇ ਸਾਰੇ ਦੋਸਤਾਂ ਨੂੰ ਪਿਆਰ ਦੀ ਸਤਿ ਸ੍ਰੀ ਅਕਾਲ। ਥੋੜੀ ਜੀ ਆਵਾਜ਼ ਦੇ ਵਿੱਚ ਫਰਕ ਆ, ਇੱਧਰ ਉੱਧਰ ਹੋਇਓ, ਥੋੜਾ ਜਿਹਾ ਡੂੰਘਾ ਜਿਹਾ ਬੋਲਦੇ ਹੋ ਕਿਤੇ। ਨਵਕਿਰਨ ਜੀ, ਹਾਂ ਹੁਣ ਠੀਕ ਹੈ। ਅੱਛਾ, ਮਾਣੂਕਿਆਂ ਦੀ ਜਿਹੜੀ ਗੋਲੀ ਚੱਲੀ ਉਹਦੇ ਬਾਰੇ ਕੀ ਪਤਾ ਲੱਗਿਆ? ਕੁੜੀਆਂ ਨੂੰ ਗੋਲੀਆਂ ਮਾਰ ਕੌਣ ਗਿਆ ਬੰਦਾ? ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਇਹ ਕੱਲ ਵੀ ਗੱਲ ਕੀਤੀ ਸੀ, ਇੱਕ ਕੁੜੀ ਦੀ ਮੌਤ ਕੱਲ ਹੋ ਗਈ ਸੀ ਜਦੋਂ ਆਪਾਂ ਜਵਾਬ ਕਰ ਰਹੇ ਸੀ। ਕੁੜੀ ਦੀ ਮੌਤ ਤੋਂ ਬਾਅਦ ਫਰੀਦਕੋਟ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹੈ ਉੱਥੇ ਰਾਤ ਨੂੰ ਹੋ ਗਈ। ਇਹ ਦੋਨੇ ਕੁੜੀਆਂ ਗੋਲੀਆਂ ਜਿਹੜੀਆਂ ਵੱਜੀਆਂ ਨੇ ਉਹ ਟੱਕਰ ਨਾਲ ਸਾਹਮਣੇ ਆਇਆ ਕਿ ਉਹਨਾਂ ਪਿੰਡ ਦੇ ਹੀ ਆਪਦੇ ਮੁੰਡੇ ਨੇ ਗੋਲੀਆਂ ਮਾਰੀਆਂ ਨੇ। ਔਰ ਦੋਨੇ ਕੁੜੀਆਂ ਦੋਨੇ ਸੀਗੀਆਂ। ਇੱਕ BCA ਥਰਡ ਈਅਰ ਦੇ ਕੰਪਿਊਟਰ ਦਾ ਗ੍ਰੈਜੂਏਸ਼ਨ ਕਰਦੀ ਸੀ ਔਰ ਦੂਸਰੀ ਕੁੜੀ ਜਿਹੜੀ ਉਹ ਨਰਸਿੰਗ ਕਰਦੀ ਸੀ। ਦੋਨੇ ਕੁੜੀਆਂ ਪਿੰਡ ਸੇਖਾ ਦੀ ਨੇ ਔਰ ਨੌਜਵਾਨ ਜਿਹੜੀਆਂ ਗੋਲੀਆਂ ਮਾਰੀਆਂ ਨੇ ਉਹ ਵੀ ਪਿੰਡ ਦੇ। ਨਵਕਿਰਨ ਜੀ, ਗੱਲ ਨਹੀਂ ਬਣਦੀ, ਦੁਬਾਰਾ ਫੋਨ ਲਾਉਂਦੇ ਆ। 1 ਮਿੰਟ ਮਾੜਾ ਜਿਹਾ ਹੋਲਡ ਕਰਿਓ, ਆਵਾਜ਼ ਨਹੀਂ ਕਲੀਅਰ ਆ ਰਹੀ, ਹੁਣੇ ਕਰਦੇ ਆ ਵਾਪਸ। You are listening to Shere Punjab Radio, AM 600, your favorite news talk station. ਪ੍ਰੋਗਰਾਮ ਤੁਹਾਡੇ ਤੱਕ ਨਵਕਿਰਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਦ ਤੱਕ ਦੱਸੀਏ, ਪ੍ਰਵਿੰਦਰ ਥਿੰਦ ਪ੍ਰੋਗਰਾਮ ਦੇ ਸਪਾਂਸਰ ਨੇ। 604 828 7213 ਅਲਬਰਟਾ ਤੇ BC ਸੇਵਾਵਾਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਮਾਰਗੇਜ, ਸੁਪਰ ਵੀਜ਼ਾ, ਡਿਸੇਬਿਲਿਟੀ ਦੀ ਇੰਸ਼ੋਰੈਂਸ ਦੀ ਆਪਣੀ ਕੋਟੇਸ਼ਨ ਲੈਣੀ ਹੈ ਤਾਂ thinkinsurance.ca ਤੇ ਜਾ ਕੇ 604 828 7213। ਡੇ ਟੂ ਡੇ ਹੋਲਸੇਲ ਕੈਸ਼ ਐਂਡ ਕੈਰੀ 604 503 87 87। ਗੁਰੂ ਜੀ ਗਰੋਸਰਜ਼ ਜਲੰਧਰ ਵਾਲਿਆਂ ਦੀ ਇਹ ਵੱਡੀ ਸ਼ਾਪ ਹੈ, ਵੱਡਾ ਸਟੋਰ ਹੈ ਗਰੋਸਰੀ ਦਾ, ਤੇ ਖੁੱਲ੍ਹਾ ਸਟੋਰ ਹੈ, ਸਾਫ਼ ਸਟੋਰ ਹੈ, ਕਸਟਮਰ ਸਰਵਿਸ ਬਹੁਤ। ਤੁਹਾਡੇ ਡਾਲਰਾਂ ਦਾ ਮੁੱਲ ਪੂਰਾ ਪੈਂਦਾ। ਖਾਦ ਖੁਰਾਕ ਇੱਥੋਂ ਲੈਣੀ ਆ, ਕੋਈ ਵੀ ਘਰ ਦਾ ਸਮਾਨ, ਕੋਈ ਘਰ ਬੰਨਣਾ, ਰਸੋਈ ਦਾ ਸਮਾਨ, ਤੇ ਨਾਲ ਹੀ ਤਾਜ਼ੇ ਫਲ ਸਬਜ਼ੀਆਂ। 604 503 87 87 6045038787। ਡੇ ਟੂ ਡੇ ਹੋਲਸੇਲ ਕੈਸ਼ ਐਂਡ ਕੈਰੀ ਪ੍ਰੋਗਰਾਮ ਦੇ ਸਪਾਂਸਰ ਨੇ। ਦ ਗਿੱਲ ਗਰੁੱਪ 604 535 4722 ਦਾ ਗਿੱਲ group.ca। 24 ਸਾਲ ਦਾ ਤਜਰਬਾ ਸਰਦਾਰ ਸਤਵੀਰ ਸਿੰਘ ਗਿੱਲ ਉਹਨਾਂ ਦੇ ਨਾਲ, ਉਹਨਾਂ ਦਾ ਪੂਰਾ ਗਰੁੱਪ ਹੈ। ਸਕੋਸ਼ੀਆ ਵੈਲਥ ਮੈਨੇਜਮੈਂਟ ਨਾਲ ਕੰਮ ਕਰਦੇ ਆ ਤੇ ਤੁਸੀਂ ਜਿੰਨੇ ਸੈਲਫ ਇੰਪਲੋਇਡ ਹੋ, ਆਉਣ ਵਾਲਾ ਆਪਣਾ ਭਵਿੱਖ ਸੁਰੱਖਿਅਤ ਕਰਨ ਲਈ, ਪੈਨਸ਼ਨ ਪਲਾਨ ਦੇ ਲਈ, RRSP ਲਈ, ਕਿਤੋਂ ਮਨੀ ਪੈਸਾ ਧੇਲਾ 65 ਸਾਲ ਦੀ ਉਮਰ 'ਚ ਆਉਣ ਲੱਗ ਜਾਵੇ ਤਾਂ ਉਸ ਦੇ ਲਈ ਗਿੱਲ ਗਰੁੱਪ ਦੇ ਸਰਦਾਰ ਸਤਵੀਰ ਸਿੰਘ ਗਿੱਲ ਨਾਲ 604 535 4722 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। 604 535 4722 ਦਾ ਗਿੱਲ ਗਰੁੱਪ। ਨਾਰਥ ਵੈਸਟ ਡਰਾਫਟਿੰਗ ਤੇ ਡਿਜ਼ਾਈਨ ਪਿੰਦਰ ਸੰਧੂ 604 729 6260 604 729 6260। ਨਾਰਥ ਵੈਸਟ ਡਰਾਫਟਿੰਗ ਐਂਡ ਡਿਜ਼ਾਈਨ ਸੰਧੂ ਬ੍ਰਦਰਜ਼ ਨਾਲ ਤੁਸੀਂ ਗੱਲ ਕਰਿਓ। ਘਰ ਬਣਾ ਰਹੇ ਹੋ, ਡਿਜ਼ਾਈਨ ਕਰਾਇਓ ਘਰ ਦਾ ਡਿਜ਼ਾਈਨ, ਪਲੀਜ਼ ਕਾਪੀਆਂ ਨਾ ਕਢਾਇਓ ਕਿਸੇ ਘਰ ਦੀਆਂ ਆਪਣੀ ਲੋੜ ਤੇ ਕਿਸੇ ਨੂੰ ਕੁਝ ਚੰਗਾ, ਕਿਸੇ ਨੂੰ ਕੁਝ ਚੰਗਾ। ਮਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਆ, ਉਦੋਂ ਪਹਿਲਾਂ ਡਿਜ਼ਾਈਨ ਕਰਾ ਲਿਆ ਕਰੋ। ਵਧੀਆ ਡਿਜ਼ਾਈਨਰ ਨੇ ਜਿਹੜੇ ਤਜਰਬੇਕਾਰ, ਨੌਜਵਾਨ ਦੋਨੇ ਹੀ, ਉਹਨਾਂ ਨਾਲ ਗੱਲ। ਤੇ ਕਸਟਮ ਬਿਲਟ ਘਰ ਵੀ ਤੁਹਾਡੇ ਲਈ ਜੇ ਤੁਸੀਂ ਬਣਵਾਉਣਾ ਤਾਂ ਯੂਨਿਟ 201 84 33 132 ਸਟਰੀਟ 604 729 6260। ਨਵਕਿਰਨ ਸਿੰਘ ਜੀ, ਸਵਾਗਤ ਫੇਰ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸੂਤ ਹੈ ਮਾਣੂਕੇ ਵਾਲੇ ਦੀ ਗੋਲੀ ਦੀ ਦੱਸ ਰਹੇ ਸੀ ਗੱਲ ਵੀ, ਇੱਕ ਕੁੜੀ, ਦੂਜੀ ਦੀ ਵੀ ਮੌਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਹੋ ਗਈ। ਗੋਲੀਆਂ ਮਾਰੀਆਂ ਕੀ ਨੇ ਤੇ ਕਿਉਂ ਮਾਰੀਆਂ? ਜੀ ਗਿੱਲ ਸਾਹਿਬ, ਇਹ ਦੋਨੇ ਕੁੜੀਆਂ ਸਕੀਆਂ ਭੈਣਾਂ ਸੀ ਔਰ ਮੋਗਾ ਜ਼ਿਲ੍ਹੇ ਦੇ ਪਿੰਡ ਸੇਖਾ ਖੁਰਦ ਦੀਆਂ ਵਸਨੀਕ ਸੀ। ਔਰ ਜਿਹੜੇ ਨੌਜਵਾਨ ਨੇ ਗੋਲੀਆਂ ਮਾਰੀਆਂ ਉਹ ਵੀ ਇਸੇ ਪਿੰਡ ਦੇ ਕਾਂਗਰਸੀ ਸਰਪੰਚ ਦਾ ਮੁੰਡਾ ਗਾ, ਮੌਜੂਦਾ ਸਰਪੰਚ ਹੈਗਾ। ਸਰਪੰਚ ਦੇ ਮੁੰਡੇ ਨੇ ਆਪਣੇ ਬਾਪ ਦੇ, ਯਾਨੀ ਕਿ ਸਰਪੰਚ ਦੇ ਨਾਂ ਦੇ ਉੱਤੇ ਉਹ ਰਿਵਾਲਵਰ ਰਜਿਸਟਰਡ ਹੈ ਔਰ ਉਸ ਰਿਵਾਲਵਰ ਦੇ ਰਾਹੀਂ ਗੋਲੀਆਂ ਨੇ ਜਿਹੜੀਆਂ ਮਾਰੀਆਂ ਨੇ। ਹੁਣ ਜਿਹੜੀ ਕਹਾਣੀ ਸਮਝ ਆਈ ਹੈ ਗਿੱਲ ਸਾਹਿਬ, ਉਹ ਇਹ ਆਈ ਹੈਗੀ ਕਿ ਇਹ ਨੌਜਵਾਨ ਆ ਜਿਹੜਾ ਦੋਨਾਂ ਭੈਣਾਂ ਦੇ ਵਿੱਚੋਂ
ਜਿਹੜੀ ਛੋਟੀ ਕੁੜੀ ਆ ਕਮਲਪ੍ਰੀਤ ਕੌਰ, ਉਹਨੂੰ ਪਹਿਲਾਂ ਵੀ ਤੰਗ ਪਰੇਸ਼ਾਨ ਕਰਦਾ ਸੀ। ਪਿੰਡ 'ਚ ਪਹਿਲਾਂ ਵੀ ਇਕੱਠ ਹੋਇਆ ਸੀ ਇੱਕ ਵਾਰ, ਔਰ ਇਹ ਵਿਅਕਤੀ ਆਪ ਮੈਰਿਡ ਹੈ, ਵਿਆਹਿਆ ਹੋਇਆ ਹੈਗਾ ਜਿਸ ਤੱਕ ਪਤਾ ਲੱਗਿਆ। ਔਰ ਕੱਲ ਵੀ ਇਸ ਕੁੜੀ ਦਾ ਪੇਪਰ ਸੀਗਾ, ਔਰ ਜਦੋਂ ਕੁੜੀਆਂ ਪੇਪਰ ਦੇਣ ਗਈਆਂ ਸੀਗੀਆਂ ਕਾਲਜ ਦੇ ਵਿੱਚ ਤਾਂ ਇਹ ਗੱਡੀ ਲੈ ਕੇ ਮਗਰ ਵਾ ਗਿਆ। ਉੱਥੋਂ ਇਹਨੇ ਆਪਦੀ ਅਲਟੋ ਗੱਡੀ ਦੇ ਵਿੱਚ ਦੋਨੇ ਕੁੜੀਆਂ ਨੂੰ ਬਹਾ ਲਿਆ। ਦੱਸਣ ਵਾਲੇ ਦੱਸਦੇ ਨੇ ਕਿ ਧੱਕੇ ਦੇ ਨਾਲ ਕੁੜੀਆਂ ਨੂੰ ਇਹ ਆਪਣੀ ਗੱਡੀ ਦੇ ਵਿੱਚ ਬਹਾ ਕੇ ਲਿਆਇਆ, ਔਰ ਰਸਤੇ ਦੇ ਵਿੱਚ ਆ ਕੇ ਕੁਛ ਲੋਕਾਂ ਦਾ ਇਹ ਕਹਿਣਾ ਗਾ ਕਿ ਇਹਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਕੁਛ ਲੋਕਾਂ ਦਾ ਇਹ ਕਹਿਣਾ ਗਾ ਕਿ ਇਹਨੇ ਇੱਕ ਕੁੜੀ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਔਰ ਦੂਜੀ ਨੂੰ ਗੱਡੀ 'ਚ ਲਿਜਾਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਰਿਵਾਲਵਰ ਇਹਦੇ ਕੋਲੇ ਸੀ। ਇਹਨੇ ਦੋਨੇ ਕੁੜੀਆਂ ਦੇ ਗੋਲੀਆਂ ਮਾਰ ਦਿੱਤੀਆਂ ਨੇ, ਔਰ ਮਾਣੂਕੇ ਦੇ ਵਿੱਚ ਦੋਨੇ ਕੁੜੀਆਂ ਦੇ ਗੋਲੀਆਂ ਮਾਰਨ ਦੇ ਨਾਲ ਕੁੜੀਆਂ ਦੀ ਮੌਤ ਹੋਈ ਆ। ਹੁਣ ਇਹ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ, ਰਿਵਾਲਵਰ ਇਹਦੇ ਤੋਂ ਬਰਾਮਦ ਕਰ ਲਿਆ ਗਿਆ ਹੈਗਾ, ਕਾਰ ਜਿਹੜੀ ਆ ਉਹ ਵੀ ਫੜ ਲਈ ਗਈ ਹੈ। ਸੋ ਇਹ ਪੂਰੇ ਦਾ ਪੂਰਾ ਮਾਮਲਾ ਇਸ ਪਾਸੇ ਨੂੰ ਇਸ਼ਾਰਾ ਕਰਦਾ ਗਾ ਕਿ ਇੱਕ ਤਾਂ ਇਹ ਕਿ ਬਣਦਾ ਤਾਂ ਗਿੱਲ ਸਾਹਿਬ ਇਹ ਸੀਗਾ ਵੀ ਪਿੰਡ ਦੇ ਸਰਪੰਚ ਦਾ ਮੁੰਡਾ, ਉਹਦੀ ਜ਼ਿੰਮੇਵਾਰੀ ਬਣਦੀ ਆ ਘੱਟੋ ਘੱਟ ਸਰਪੰਚ ਦੀ ਔਰ ਉਹਦੇ ਪੂਰੇ ਪਰਿਵਾਰ ਦੀ, ਕਿ ਪੂਰੇ ਪਿੰਡ ਦੀ ਹਿਫਾਜ਼ਤ ਆ ਜਿਹੜੀ ਉਹ ਕਰੇ। ਔਰ ਉਸੇ ਦਾ ਮੁੰਡਾ, ਜਿਵੇਂ ਪਹਿਲਾਂ ਪਤਾ ਲੱਗਿਆ ਗਾ ਕਿ ਇੱਕ ਵਾਰ ਇਕੱਠ ਹੋਇਆ ਸੀ ਤਾਂ ਸਰਪੰਚ ਨੂੰ ਆਪਦੇ ਮੁੰਡੇ ਨੂੰ ਕੰਟਰੋਲ ਕਰਨਾ ਚਾਹੀਦਾ ਸੀਗਾ, ਮੈਰਿਡ ਉਹ ਹੈਗਾ ਗਾ। ਔਰ ਦੂਸਰੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਥਿਆਰ ਵੰਡੇ ਗਏ ਨੇ ਪਿਛਲੇ ਸਮੇਂ ਦੇ ਵਿੱਚ, ਜਿਹਦਾ ਵੀ ਮਤਲਬ ਸਰਕਾਰ ਬਣੀ, ਉਸੇ ਸਰਕਾਰ ਨੇ ਆਪਣੇ ਜਿਹੜੇ ਵੀ ਉਹਨਾਂ ਦੇ ਚਹੇਤੇ ਸੀਗੇ ਜਾਂ ਜਿਹੜੇ ਵੋਟਾਂ ਪਵਾਉਣ ਵਾਲੇ ਸੀ ਸਾਰਿਆਂ ਨੂੰ ਲਾਇਸੈਂਸ ਵੰਡ ਦਿੱਤੇ, ਰਫਲਾਂ ਦੇ, ਰਿਵਾਲਵਰਾਂ ਦੇ, ਔਰ ਉਸ ਤੋਂ ਬਾਅਦ ਉਹਨਾਂ ਦੇ ਮੁੰਡੇ ਗਾਹਾਂ ਚੱਕੀ ਫਿਰਦੇ ਨੇ। ਸੋ ਇਹ ਪੂਰੇ ਦਾ ਪੂਰਾ ਮਾਮਲਾ ਗਾ ਜਿਹੜਾ ਇਸ ਪਾਸੇ ਨੂੰ ਇਸ਼ਾਰਾ ਕਰਦਾ ਕਿ ਲਾ ਐਂਡ ਆਰਡਰ ਕਿੱਥੇ ਹੈ। ਆਮ ਲੋਕਾਂ ਦੇ ਲਈ ਤਾਂ ਉਹਨਾਂ ਨੂੰ ਥਾਣਾ ਨਹੀਂ ਟੱਪਣ ਦਿੰਦੀ ਪੁਲਿਸ, ਔਰ ਜਦੋਂ ਅਜਿਹੇ ਸਰਪੰਚਾਂ ਦੇ ਜਾਂ ਕਹਿ ਸਕਦੇ ਆਂਗੇ ਕਿ ਕਾਕੇ ਨੇ ਜਿਹੜੇ ਸਰਦਾਰਾਂ ਦੇ, ਵੱਡੇ ਘਰਾਂ ਦੇ ਕਾਕੇ ਨੇ, ਵਿਗੜੇ ਹੋਏ ਮੁੰਡੇ ਨੇ, ਉਹਨਾਂ ਦੇ ਲਈ ਕੋਈ ਕਾਨੂੰਨ ਲਾ ਐਂਡ ਆਰਡਰ ਨਹੀਂ ਮੇਨਟੇਨ ਹੋ ਰਿਹਾ। ਸੋ ਬੜੀ ਮੰਦਭਾਗੀ ਘਟਨਾ ਇਹ ਵਾਪਰੀ ਹੈ ਜੀ ਗੱਲ ਸਾਹਿਬ। ਬਿਲਕੁਲ ਜ਼ੁਲਮ ਹੋ ਗਿਆ, ਦਿਨ ਦਿਹਾੜੇ ਦੋ ਧੀਆਂ ਧਿਆਣੀਆਂ ਦਾ ਕਤਲ। ਇਹ ਜਿਹੜੀ ਕਿਤੋਂ ਨਾ ਕਿਤੋਂ ਘਰ ਦੇ ਵਿੱਚ ਬੁਰਛਾਗਰਦੀ ਦੀ ਗੱਲ ਜਾਂ ਸਤਿਕਾਰ ਨਾ ਕਰਨ ਦੀਆਂ ਗੱਲਾਂ ਚੱਲਦੀਆਂ ਨੇ, ਕਿਤੋਂ ਨਾ ਕਿਤੋਂ ਕੁਝ ਇਹੋ ਜਿਹਾ ਚੱਲ ਜਾਂਦਾ। ਇਹਦੇ ਲਈ ਘਰ 'ਤੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਅਤੇ ਵੈਪਨ ਜਿਹੜੇ ਨੇ ਇਹ ਭਗੌਤੀ ਹੈ, ਸਿਮਰੀਆ ਸਾਹਿਬ ਨੇ ਸਤਿਕਾਰ ਬਹੁਤ ਦੇਣ ਦੀ ਲੋੜ ਹੈ, ਅਤੇ ਉਹਦਾ ਕੋਈ ਕਾਇਦਾ ਕਾਨੂੰਨ ਚਾਹੀਦਾ ਵੀ ਕਿੱਥੇ ਵੈਪਨ ਰੱਖਣਾ, ਕਿਵੇਂ ਸਾਂਭਣਾ, ਕਿਹਦੇ ਨਾਂ ਹੈ। ਲੈ ਤਾਂ ਹਰੇਕ ਲੈਂਦਾ ਪੌਣਾ ਕਿਲੋ ਲੋਹਾ, ਪਰ ਇਹਨੂੰ ਸਾਂਭਣਾ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੈ। ਕਿਸਾਨ ਸੰਘਰਸ਼ 'ਚ ਪੈਪਸੂ ਮਜਾਰਾ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਹੋਈ ਜੀ, ਇਤਿਹਾਸ ਹੈ, ਇਸ ਦੇ ਬਾਰੇ ਦੱਸੋ। ਜੀ ਗੱਲ ਸਾਹਿਬ, ਅੱਜ ਟਿਕਰੀ ਬਾਰਡਰ ਦੇ ਉੱਤੇ, ਸਿੰਘੂ ਬਾਰਡਰ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਪੈਪਸੂ ਮਜਾਰਾ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ, ਔਰ ਇਸ ਗੱਲ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ, ਕਿਉਂਕਿ ਜਿਹੜਾ ਪੈਪਸੂ ਮਜਾਰਾ ਲਹਿਰ ਦਾ ਇਤਿਹਾਸ ਆ ਬੜਾ ਬਾਕਮਾਲ ਇਤਿਹਾਸ ਹੈਗਾ। ਇਹ ਇਤਿਹਾਸ ਵੈਸੇ ਤਾਂ ਜਿਹੜਾ ਹੈਗਾ ਗਿੱਲ ਸਾਹਿਬ 1927 ਤੋਂ ਸ਼ੁਰੂ ਹੁੰਦਾ, ਜਦੋਂ ਰਿਆਸਤੀ ਪਰਜਾ ਮੰਡਲ ਲਹਿਰ ਸ਼ਹੀਦ ਸੇਵਾ ਸਿੰਘ ਠੀਕਰੀ ਵਾਲਾ ਹੋਰਾਂ ਨੇ ਸ਼ੁਰੂ ਕੀਤੀ ਸੀ। ਸ਼ਹੀਦ ਸੇਵਾ ਸਿੰਘ ਠੀਕਰੀ ਵਾਲਾ ਭਗਵਾਨ ਸਿੰਘ ਲੌਂਗੋਵਾਲੀਆ ਜੀ, ਔਰ ਉਹਨਾਂ ਨੇ ਉਸ ਵਕਤ ਰਿਆਸਤੀ ਪਰਜਾ ਮੰਡਲ ਲਹਿਰ ਜਿਹੜੀ ਉਹ ਸ਼ੁਰੂ ਕੀਤੀ। ਉਸ ਤੋਂ ਬਾਅਦ 1947 ਦੇ ਵਿੱਚ ਆ ਕੇ ਇਹ ਪੈਪਸੂ ਮਜਾਰਾ ਲਹਿਰ ਜਿਹੜੀ ਉਹ ਬਣੀ। ਪੈਪਸੂ ਉਸ ਵਕਤ ਜਿਹੜੀਆਂ ਰਿਆਸਤਾਂ ਸੀਗੀਆਂ 8, ਉਹਨਾਂ 8 ਰਿਆਸਤਾਂ ਨੂੰ ਜੋੜ ਕੇ ਪੈਪਸੂ ਕਿਹਾ ਜਾਂਦਾ ਸੀ। ਪਟਿਆਲਾ, ਜੀਂਦ, ਕਪੂਰਥਲਾ, ਨਾਭਾ, ਫਰੀਦਕੋਟ, ਮਲੇਰਕੋਟਲਾ, ਕਲਸੀਆਂ ਤੇ ਨਾਲਾਗੜ੍ਹ। ਔਰ ਇਹਨਾਂ 8 ਰਿਆਸਤਾਂ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਜ਼ਮੀਨ ਸੀਗੀ, ਜ਼ਮੀਨ ਜ਼ਗੀਰਦਾਰਾਂ ਦੇ ਨਾਂ ਸੀਗੀ, ਔਰ ਉਹ ਬਟਾਈ ਲੈਂਦੇ ਸੀ, ਜਾਂ ਉਹ ਉਸ ਵਕਤ ਜਿਹੜੇ ਕਿਸਾਨ ਖੇਤੀ ਕਰਦੇ ਸੀ ਜਿਨ੍ਹਾਂ ਨੂੰ ਮੁਜ਼ਾਰੇ ਕਿਹਾ ਜਾਂਦਾ ਸੀ, ਉਹਨਾਂ ਮੁਜ਼ਾਰੇ ਕਿਸਾਨਾਂ ਤੋਂ ਹਿੱਸਾ ਲੈਂਦੇ ਸੀਗੇ। ਕਿਸਾਨ ਸਾਰਾ ਸਾਲ ਮਿਹਨਤ ਕਰਦਾ, ਔਰ ਉਸ ਤੋਂ ਬਾਅਦ ਜ਼ਗੀਰਦਾਰ ਜਾਂ ਉਹਨਾਂ ਦੇ ਜਿਹੜੇ ਰੱਖੇ ਹੋਏ ਬੰਦੇ ਸੀਗੇ ਉਹ ਆਉਂਦੇ, ਆ ਕੇ ਬਟਾਈ ਉਹਨਾਂ ਤੋਂ ਲੈਂਦੇ। ਠੱਪਾ ਮੁਹਿੰਮ ਇੱਕ ਚੱਲਦੀ ਸੀ, ਠੱਪੇ ਲਾ ਜਾਂਦੇ ਸੀ ਵੀ ਆਹ ਜੀ ਠੱਪਾ ਲੱਗ ਗਿਆ, ਹੁਣ ਇਹ ਤੁਸੀਂ ਜਿੱਦਾਂ ਜ਼ਗੀਰਦਾਰ ਆਉਣਗੇ ਉਸ ਦਿਨ ਇਹ ਸਾਰੀ ਫਸਲ ਆ ਜਿਹੜੀ ਉਹ ਵੰਡਣੀ ਆ, ਉਦੋਂ ਬਿਨਾਂ ਤੁਸੀਂ ਵੰਡ ਨਹੀਂ ਸਕਦੇ। ਕਿਸਾਨਾਂ ਤੇ ਚੋਰੀ ਦੇ ਇਲਜ਼ਾਮ ਲਾਉਂਦੇ। ਕਿਸਾਨਾਂ ਨੂੰ ਇਹ ਲੱਗਿਆ ਵੀ ਜ਼ਮੀਨਾਂ ਸਾਡੀਆਂ, ਖੇਤੀ ਅਸੀਂ ਕਰਦੇ ਹਾਂ, ਇਹ ਜ਼ਗੀਰਦਾਰ ਕੌਣ ਹੁੰਦੇ ਨੇ। ਤਾਂ 1947 ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਇੱਕ ਵੱਡਾ ਅੰਦੋਲਨ ਹੈਗਾ ਜਿਹੜਾ ਉਹ ਖੜਾ ਹੋਇਆ, ਔਰ ਇਸ ਅੰਦੋਲਨ ਦੀ ਅਗਵਾਈ ਆ ਜਿਹੜੀ ਉਸ ਵਕਤ ਗਿੱਲ ਸਾਹਿਬ ਉਹ ਤੇਜਾ ਸਿੰਘ ਸਤੰਤਰ, ਜਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ ਵਰਗੇ ਆਗੂਆਂ ਨੇ ਕੀਤੀ, ਔਰ 16 ਲੱਖ ਏਕੜ ਤੋਂ ਵੱਧ ਦੀ ਜ਼ਮੀਨ ਆ ਜਿਹੜੀ ਉਹਦੇ ਮਾਲਕ ਮੁਜ਼ਾਰਿਆਂ ਨੂੰ ਬਣਾਇਆ ਗਿਆ। ਔਰ ਪਤਾ ਹੀ ਲੱਗਿਆ ਗਿਆ ਕਿ ਜਿਹੜੀ ਲਹਿਰ ਜਦੋਂ ਚੱਲੀ 1948 ਦੇ ਵਿੱਚ ਕਿਸ਼ਨਗੜ੍ਹ ਮਾਨਸਾ ਪਿੰਡ ਹੈ, ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਕਿਸ਼ਨਗੜ੍ਹ, ਉਹ ਇਹਦਾ ਬਹੁਤ ਵੱਡਾ
ਅੰਦੋਲਨ ਦਾ ਸਿਰਾ ਬਣਿਆ। 19 ਮਾਰਚ ਨੂੰ ਉਸ ਵਕਤ ਜਿਹੜੀ ਪੁਲਿਸ ਭੇਜੀ ਔਰ ਪਹਿਲੀ ਵਾਰ ਫੌਜ ਪੰਜਾਬ ਦੇ ਵਿੱਚ ਭੇਜੀ ਗਈ ਆਜ਼ਾਦੀ ਤੋਂ ਬਾਅਦ, ਤਾਂ ਉਹਦੇ ਨਾਲ ਪੂਰਾ 19 ਮਾਰਚ ਨੂੰ ਲੜਾਈ ਸ਼ੁਰੂ ਹੋਈ, 20 ਮਾਰਚ ਤੱਕ ਚੱਲਦੀ ਰਹੀ ਔਰ ਉੱਥੇ ਕੁਝ ਸ਼ਹਾਦਤਾਂ ਵੀ ਹੋਈਆਂ ਤੇ ਕੁਝ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਵੀ ਬੰਦ ਕੀਤਾ ਗਿਆ। ਉਸ ਤੋਂ ਬਾਅਦ 19 ਮਾਰਚ ਦਾ ਦਿਨ ਪੈਪਸੂ ਮੁਜ਼ਾਹਰਾ ਲਹਿਰ ਨੂੰ ਸਮਰਪਿਤ ਕੀਤਾ ਗਿਆ। ਉਦੋਂ ਬਾਅਦ ਰੈਲੀਆਂ ਹੋਈਆਂ, ਪ੍ਰੋਟੈਸਟ ਹੋਏ ਪੰਜਾਬ ਦੇ ਵਿੱਚ ਤੇ ਜ਼ਗੀਰਦਾਰਾਂ ਨੂੰ ਜ਼ਮੀਨਾਂ ਜਿਹੜੀਆਂ ਨੇ ਉਹ ਛੱਡਣੀਆਂ ਪਈਆਂ ਔਰ ਮੁਜ਼ਾਹਰੇ ਸੀ ਜਿਹੜੇ ਉਹਨਾਂ ਨੂੰ ਮਾਲਕ ਬਣਾਉਣਾ ਪਿਆ। ਸੋ ਇਹ ਉਹੀ ਜ਼ਮੀਨਾਂ ਸੀ ਜਿਹੜੀਆਂ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਹੋਰਾਂ ਨੇ ਜਿਹੜੀਆਂ ਵੰਡੀਆਂ ਸੀ ਔਰ ਉਸ ਤੋਂ ਬਾਅਦ ਹੌਲੀ ਹੌਲੀ ਇੱਕ ਇਤਿਹਾਸ ਦੇ ਵਿੱਚ ਆ ਕੇ ਜ਼ਗੀਰਦਾਰ ਫਿਰ ਕਾਬਜ਼ ਹੋ ਗਏ ਸੀਗੇ। ਤਾਂ ਉਹਨਾਂ ਤੋਂ ਪੈਪਸੂ ਮੁਜ਼ਾਹਰਾ ਲਹਿਰ ਨੇ ਜਿਹੜੀਆਂ ਉਹ ਦੁਬਾਰੇ ਫਿਰ ਕਿਸਾਨਾਂ ਨੂੰ ਆਬਾਦ ਕਰਵਾਈਆਂ ਸੀਗੀਆਂ ਤੇ ਅੱਜ ਉਹ ਦਿਨ ਆ ਜਿਹੜਾ ਉਹ ਮਨਾਇਆ ਗਿਆ ਔਰ 26 ਮਾਰਚ ਦੀ ਤਿਆਰੀ ਕੀਤੀ ਗਈ। 26 ਮਾਰਚ ਨੂੰ ਪੂਰਾ ਭਾਰਤ ਕਿਸਾਨ ਲਹਿਰ ਦੇ ਚੱਲਦਿਆਂ ਬੰਦ ਹੋਣਾ ਗਾ ਤੇ ਕਿਸਾਨ ਸੰਘਰਸ਼ ਦੇ ਵਿੱਚ 25 ਮਾਰਚ ਨੂੰ ਬਾਬਾ ਜਿਹੜੇ ਡਿਬਡਬਾ ਜੀ ਨੇ, ਹਰਦੀਪ ਸਿੰਘ ਡਿਬਡਬਾ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਮੋਗਾ ਤੋਂ ਇੱਕ ਮਾਰਚ ਨਿਕਲਣਾ ਔਰ ਉਹ ਮਾਰਚ ਕਿਸਾਨ ਏਕਤਾ ਮਾਰਚ ਹੋਊਗਾ ਜਿਹਦੇ ਚ ਨੌਜਵਾਨ ਹੋਣਗੇ ਔਰ ਉਹ ਮਾਰਚ ਜਿਹੜਾ ਸਿੰਘੂ ਬਾਰਡਰ ਦੇ ਉੱਤੇ ਜਾਊਗਾ, ਲੁਧਿਆਣੇ ਚ ਦੀ ਹੁੰਦਾ ਹੋਇਆ, ਮੋਗੇ ਤੋਂ ਸੰਭੂ ਬੈਰੀਅਰ ਤੋਂ ਦੀ ਹੁੰਦਾ ਹੋਇਆ ਔਰ ਉੱਥੇ ਜਾ ਕੇ ਕਿਸਾਨ ਆਗੂਆਂ ਨੂੰ ਅਪੀਲ ਕਰੂਗਾ ਕਿ ਇਕਜੁੱਟਤਾ ਦੇ ਨਾਲ ਇਹ ਜਿਹੜਾ ਸੰਘਰਸ਼ ਹੈ ਇਹਨੂੰ ਅੱਗੇ ਵਧਾਇਆ ਜਾਵੇ। ਜੀ ਗੱਲ ਸਾਹਿਬ। ਨਵਕਿਰਨ, ਕਰੋਨੇ ਦਾ ਕੀ ਹਾਲ ਹੈ ਪੰਜਾਬ ਦੇ ਵਿੱਚ? ਕੁਛ ਸਖਤੀ ਹੋ ਗਈ, ਹੋ ਵੀ ਰਿਹਾ ਕਿਸੇ ਨੂੰ? ਮੈਂ ਤਾਂ ਆਲੇ ਦੁਆਲੇ ਦੇ 5 ਪਿੰਡਾਂ ਤੋਂ ਪਤਾ ਕੀਤਾ, ਰਾਤ ਕਿਸੇ ਨੂੰ ਨਹੀਂ ਹੋਇਆ, ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਕਰੋਨਾ ਕਿੱਥੇ ਹੁੰਦਾ। ਤੇ ਇਹ ਵਾਕਈ ਦੱਸੋ ਵੀ ਹੋ ਰਿਹਾ ਜਾਂ ਇਹਦਾ ਭੂਤ ਹੀ ਹੈ? ਜੀ ਗੱਲ ਸਾਹਿਬ, ਦੇਖੋ ਪੰਜਾਬ ਦੇ ਵਿੱਚ ਜਿਹੜੇ ਅੰਕੜੇ ਆ ਰਹੇ ਨੇ, ਕਹਿਣ ਨੂੰ ਤਾਂ ਕਿਹਾ ਜਾ ਰਿਹਾ ਵੀ ਬਹੁਤ ਕਰੋਨਾ ਵਾਇਰਸ ਦੀ ਮਹਾਮਾਰੀ ਹੈ ਜਿਹੜੀ ਉਹ ਫੈਲ ਰਹੀ ਹੈ, ਲੇਕਿਨ ਬਹੁਤ ਸਾਰੇ ਲੋਕ ਮਾਹਰ ਇਹ ਦੱਸਦੇ ਨੇ ਵੀ ਇਹ ਅਸਲ ਵਿੱਚ ਕਿਸਾਨ ਸੰਘਰਸ਼ ਦਾ ਸਟੇਕ ਹੈ ਜਿਹੜਾ ਹੁਣ ਇਹਨਾਂ ਨੇ ਸਾਰੇ ਹਰਬੇ ਵਰਤ ਲਏ। ਕਿਸਾਨ ਅੰਦੋਲਨ ਇਹਨਾਂ ਤੋਂ ਉਠਾਇਆ ਨਹੀਂ ਗਿਆ। ਹੁਣ ਇਹ ਪੰਜਾਬ ਸਮੇਤ 6-7 ਸੂਬਿਆਂ ਨੂੰ ਇਹ ਕਹਿ ਕੇ ਕਿ ਇੱਥੇ ਕਰੋਨਾ ਮਹਾਮਾਰੀ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਆ ਜਿਹੜਾ ਉਠਾਇਆ ਜਾ ਰਿਹਾ। ਬਾਕੀ ਇਹ ਜਿਹੜਾ ਡਾਕਟਰ ਅਮਰ ਸਿੰਘ ਆਜ਼ਾਦ ਨੇ 2 MD ਡਿਗਰੀਆਂ ਕੀਤੀਆਂ ਨੇ ਗਿੱਲ ਸਾਹਿਬ, ਉਹਨਾਂ ਨੇ ਪੰਜਾਬ ਦੇ ਪਟਿਆਲੇ ਰਹਿੰਦੇ ਨੇ, ਉਹਨੇ ਸਾਫ਼ ਤੇ ਸਪਸ਼ਟ ਤੌਰ ਦੇ ਉੱਤੇ ਕਿਹਾ ਗਾ ਕਿ ਇਹ ਵਾਇਰਸ ਆਮ ਵਾਇਰਸਾਂ ਵਰਗਾ ਔਰ ਜਦੋਂ ਤੁਸੀਂ ਟੈਸਟ ਕਰਾਓਗੇ ਕਿਸੇ ਨੂੰ ਕੋਈ ਵੀ ਵਾਇਰਸ ਆਏਗਾ ਤਾਂ ਉਹ ਪੋਜ਼ਿਟਿਵ ਆਊਗਾ ਔਰ ਇਹ ਕੋਈ ਐਡੀ ਗੱਲ ਨਹੀਂ ਹੈ ਜਿੱਡਾ ਹੋਊਗਾ ਕ੍ਰੀਏਟ ਕੀਤਾ ਜਾ ਰਿਹਾ। ਬਿਮਾਰੀ ਹੈ ਲੇਕਿਨ ਐਡੀ ਬਿਮਾਰੀ ਵੀ ਨਹੀਂ ਹੈ ਜਿਸ ਤਰੀਕੇ ਦੀ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚਾਈ ਜਾ ਰਹੀ ਹੈ। ਔਰ ਇਹ ਉਹਨਾਂ ਦਾ ਕਹਿਣਾ ਇਹ ਹੈਗਾ ਕਿ ਸਰਕਾਰਾਂ ਆਪਣੇ ਹਿੱਤਾਂ ਦੇ ਲਈ ਵਰਤ ਰਹੀਆਂ ਇਸ ਬਿਮਾਰੀ ਨੂੰ ਵੀ। ਹੁਣ ਪੰਜਾਬ ਦੇ ਵਿੱਚ ਵੀ ਅੱਜ 2490 ਨਵੇਂ ਕੇਸ ਆਏ ਨੇ, 38 ਮੌਤਾਂ ਹੋਈਆਂ ਨੇ ਔਰ ਬਹੁਤ ਸਾਰੇ ਜਿਹੜੇ ਗਿੱਲ ਸਾਹਿਬ ਅੱਜ ਪਾਬੰਦੀਆਂ ਮੜ ਦਿੱਤੀਆਂ ਗਈਆਂ। ਇੱਕ ਤਾਂ ਸਕੂਲ ਦੁਬਾਰੇ ਬੰਦ ਕਰਤੇ 31 ਮਾਰਚ ਤੱਕ ਪੱਕੇ ਹੀ ਔਰ ਇਸ ਚੀਜ਼ ਨੂੰ ਲੈ ਕੇ ਕਾਫੀ ਵਿਰੋਧ ਜਿਹੜਾ ਉਹ ਹੋ ਰਿਹਾ ਸਰਕਾਰ ਦਾ। ਮਾਪਿਆਂ ਨੂੰ ਲੱਗਦਾ ਵੀ ਮਸਾਂ ਸਕੂਲ ਖੁੱਲੇ ਸੀ, ਮਸਾਂ ਜਵਾਕ ਸਕੂਲ ਜਾਣ ਲੱਗੇ ਸੀ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ ਵੀ ਵਿਰੋਧ ਕਰ ਰਹੀਆਂ ਨੇ। ਉਹ ਕਹਿੰਦੀਆਂ ਨੇ ਕਿ ਸਕੂਲ ਲੱਗਣੇ ਚਾਹੀਦੇ ਨੇ, ਜੇ ਬੱਚੇ ਆਉਣਗੇ ਅਧਿਆਪਕ ਪੜ੍ਹਾਉਣਗੇ ਫੇਰ ਹੀ ਬੱਚੇ ਜਾਣਗੇ। 1 ਸਾਲ ਬਰਬਾਦ ਹੋ ਗਿਆ ਪਹਿਲਾਂ ਬੱਚਿਆਂ ਦਾ ਔਰ 11ਵੀਂ ਚੋਂ ਜਿਹੜੇ ਬੱਚੇ 12ਵੀਂ ਚ ਹੋਏ ਨੇ ਜਾਂ 9ਵੀਂ ਚੋਂ 10ਵੀਂ ਚ ਹੋਏ ਨੇ ਉਹਨਾਂ ਦਾ ਭਵਿੱਖ ਤਬਾਹੀ ਵਾਲੇ ਪਾਸੇ ਨੂੰ ਜਾ ਰਿਹਾ। ਲੇਕਿਨ ਫਿਰ ਵੀ ਸਰਕਾਰ ਨੇ ਜਿਹੜਾ 31 ਮਾਰਚ ਤੱਕ ਜਿਹੜੇ ਸਕੂਲ ਨੇ ਪੰਜਾਬ ਦੇ ਉਹ ਬੰਦ ਕਰ ਦਿੱਤੇ ਨੇ। ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਚ ਪੰਜਾਬ ਸਰਕਾਰ ਨੇ ਫੈਸਲਾ ਲਿਆ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿੰਨੇ ਵੀ ਸਿਨੇਮਾ ਹਾਲ ਨੇ ਉਹਨਾਂ ਦੀ ਸਮਰੱਥਾ 50% ਕਰ ਦਿੱਤੀ ਗਈ ਹੈ ਔਰ ਸ਼ਾਪਿੰਗ ਮਾਲਸ ਦੇ ਵਿੱਚ ਇੱਕ ਵਾਰ ਚ 100 ਤੋਂ ਵੱਧ ਲੋਕ ਅੰਦਰ ਨਹੀਂ ਰਹਿ ਸਕਦੇ। ਇਸ ਤੋਂ ਇਲਾਵਾ ਕੋਵਿਡ ਦੀ ਸਭ ਤੋਂ ਜ਼ਿਆਦਾ ਮਾਰ ਜਿਹੜੇ 11 ਜ਼ਿਲ੍ਹੇ ਪੰਜਾਬ ਦੇ ਚੱਲ ਰਹੇ ਨੇ, ਜਿਸ ਚ ਨਵਾਂ ਸ਼ਹਿਰ, ਜਲੰਧਰ, ਲੁਧਿਆਣਾ ਆਉਂਦੇ ਨੇ, ਉੱਥੇ ਜਿਹੜੇ ਸਮਾਜਿਕ ਇਕੱਠ ਬੈਨ ਕਰ ਦਿੱਤੇ ਗਏ ਨੇ। ਇਸ ਤੋਂ ਇਲਾਵਾ ਨਾਈਟ ਕਰਫਿਊ ਹੈ ਜਿਹੜਾ ਉਹਦਾ ਸਮਾਂ ਵਧਾ ਦਿੱਤਾ ਗਿਆ ਹੈਗਾ। ਇਹਦੇ ਨਾਲ ਹੀ ਹੁਣ ਦੁਬਾਰੇ ਫੇਰ ਜਿਹੜੀਆਂ ਵਿਆਹਾਂ ਭੋਗਾਂ ਦੇ ਉੱਤੇ ਸਖਤੀਆਂ ਕਰ ਦਿੱਤੀਆਂ ਗਈਆਂ ਨੇ। ਕਿਸੇ ਦੀ ਮੌਤ ਹੋਣ ਦੇ ਉੱਤੇ ਸ਼ਮਸ਼ਾਨ ਘਾਟ ਸਣੇ। ਇਸ ਤੋਂ ਇਲਾਵਾ ਵਿਆਹ ਸਮਾਗਮ ਦੇ ਵਿੱਚ 20 ਤੋਂ ਵੱਧ ਇਕੱਠ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਕਿਸੇ ਵੀ ਸਮਾਜਿਕ ਧਾਰਮਿਕ ਪ੍ਰੋਗਰਾਮ ਦੇ ਉੱਤੇ। ਇਹ ਵੀ ਜਿਹੜੀਆਂ ਪਾਬੰਦੀਆਂ ਨੇ ਉਹ ਐਡ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਸੂਬੇ ਦੇ 22 ਜ਼ਿਲ੍ਹਿਆਂ ਦੇ ਵਿੱਚ ਮਾਈਕਰੋ ਕੰਟੇਨਮੈਂਟ ਜਿਹੜੀ ਸਟ੍ਰੈਟਜੀ ਆ ਉਹਨੂੰ ਮੁੜ ਲਾਗੂ ਕੀਤਾ ਗਿਆ ਹੈਗਾ। ਹਰ ਰੋਜ਼ 35,000 ਕੋਵਿਡ ਟੈਸਟ ਆ ਜਿਹੜੇ ਉਹ ਕਰਨੇ ਯਕੀਨੀ ਬਣਾਏ ਜਾ ਰਹੇ ਨੇ। ਇਸ ਤੋਂ ਇਲਾਵਾ ਜਿਹੜੇ ਸਹੂਲਤਾਂ ਹਸਪਤਾਲਾਂ ਦੇ ਵਿੱਚ ਵੱਧ ਨੇ ਉੱਥੇ ਬੈੱਡ ਰਾਖਵੇਂ ਰੱਖਣ ਦੇ ਲਈ ਕਿਹਾ ਗਿਆ ਔਰ ਕਿਹਾ ਗਿਆ ਕਿ ਜਿਹੜੇ ਆਪਰੇਸ਼ਨਾਂ ਬਿਨਾਂ ਸਰ ਸਕਦਾ, ਜਿਹੜੇ ਰੂਟੀਨ ਦੇ ਆਪਰੇਸ਼ਨ ਨੇ, ਡਾਕਟਰ ਉਹ ਨਾ ਕਰਨ ਔਰ ਕੋਵਿਡ ਅੱਕਣੀ ਜਿਹੜਾ ਧਿਆਨ ਆ ਉਹ ਦੇਣ। ਇਸ ਤੋਂ ਇਲਾਵਾ ਇਸ ਗੱਲ ਦੀ ਵੀ ਚਰਚਾ ਗਿੱਲ ਸਾਹਿਬ ਬਹੁਤ ਚੱਲ ਰਹੀ ਆ ਕਿ ਹੋਲਾ ਮਹੱਲਾ ਸਾਹਿਬ ਦਾ ਜਿਹੜਾ ਇਕੱਠ ਹੋਣਾ ਹੈਗਾ ਉਹਦੇ ਉੱਤੇ ਇਹ ਜਿਹੜਾ ਡਿਪਟੀ ਕਮਿਸ਼ਨਰ ਨੇ ਇੱਕ ਹੁਕਮ ਜਾਰੀ ਕੀਤਾ ਹੈਗਾ ਕਿ ਜਿਹੜਾ ਵੀ ਆਊਗਾ ਉਹ COVID-19 ਦੀ ਜਿਹੜੀ ਰਿਪੋਰਟ ਨੈਗੇਟਿਵ ਨਾਲ ਲੈ ਕੇ ਆਵੇ।
ਜਿਸ ਤੋਂ ਬਾਅਦ SGPC ਨੇ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਵਿਰੋਧ ਕੀਤਾ। ਹੁਣ ਡਿਪਟੀ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਪੰਜਾਬ ਵਾਲਿਆਂ ਨੂੰ ਨਹੀਂ ਕਿਹਾ ਸੀ, ਜਿਹੜੇ ਬਾਹਰੋਂ ਆਉਣਗੇ, ਕੋਈ ਅੰਤਰਰਾਸ਼ਟਰੀ ਵਿਅਕਤੀ ਆ, ਕੋਈ ਹੋਰ ਹੈ, ਉਹਨਾਂ ਦੇ ਲਈ ਅਸੀਂ ਕਿਹਾ ਗਾ। ਤਾਂ ਇਸ ਚੀਜ਼ ਨੂੰ ਲੈ ਕੇ ਵੀ ਕਾਫੀ ਚਰਚਾ ਚੱਲ ਰਹੀ ਹੈ। ਇਸ ਤੋਂ ਇਲਾਵਾ 21 ਮਾਰਚ ਨੂੰ ਪੰਜਾਬ ਦੇ ਬਾਘਾ ਪੁਰਾਣਾ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਵੱਡੀ ਰੈਲੀ ਕਰਨ ਜਾ ਰਹੀ ਆ, ਜਿਹਦੇ 'ਚ ਲੱਖਾਂ ਦਾ ਇਕੱਠ ਹੋਣਾ ਗਾ। ਅਰਵਿੰਦ ਕੇਜਰੀਵਾਲ ਉੱਥੇ ਆ ਰਹੇ ਨੇ ਔਰ ਬਹੁਤ ਸਾਰੀਆਂ ਕਿਆਸਾਂ ਇਹ ਵੀ ਲਾਈਆਂ ਜਾ ਰਹੀਆਂ ਕਿ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਊਗਾ। ਇਹਦੀ ਚਰਚਾ 21 ਮਾਰਚ ਨੂੰ ਜਿਹੜੀ ਉਹ ਕੇਜਰੀਵਾਲ ਸਟੇਜ ਤੋਂ ਕਰਨਗੇ। ਲੇਕਿਨ ਹੁਣ ਕਾਂਗਰਸ ਪਾਰਟੀ ਨੇ ਆਪਣੀਆਂ ਰੈਲੀਆਂ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਨੇ। ਸੁਖਬੀਰ ਬਾਦਲ ਦੇ ਕਰੋਨਾ ਪੋਜ਼ਿਟਿਵ ਹੋਣ ਤੋਂ ਬਾਅਦ ਅਕਾਲੀ ਦਲ ਨੇ ਵੀ ਰੱਦ ਕਰ ਦਿੱਤੀਆਂ। ਹੁਣ ਆਮ ਆਦਮੀ ਪਾਰਟੀ ਨੂੰ ਵੀ ਕਿਹਾ ਜਾ ਰਿਹਾ ਕਿ ਤੁਸੀਂ ਇਹ ਰੈਲੀ ਰੱਦ ਕਰ ਦਿਓ। ਲੇਕਿਨ ਉਹਨਾਂ ਦਾ ਕਿਸ ਤਰੀਕੇ ਦਾ ਰਿਪਲਾਈ ਆਉਂਦਾ ਇਸ ਵਿਸ਼ੇ ਦੇ ਉੱਤੇ ਵੀ ਦੇਖਣਾ ਹੋਊਗਾ। ਦੂਸਰਾ ਇਹ ਕਿ ਇਹਨੂੰ ਲੈ ਕੇ ਗਿੱਲ ਸਾਹਿਬ ਕਿਆਸ ਰਾਈਆਂ ਇਹ ਨੇ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਤਾਂ ਨਹੀਂ ਇਹ ਸਾਰਾ ਕੁਛ ਕਿਤੇ ਹੋ ਰਿਹਾ ਜੀ। ਅੱਛਾ, ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰਲੇ ਬੰਨੇ ਕਹਿੰਦੇ ਟਰੱਕ ਦੇ ਵਿੱਚ ਧਮਾਕਾ ਖੇਜ ਸਮਾਨ ਲੱਭਿਆ, ਤੇ ਹੁਣ ਉਹ ਕਿੱਧਰ ਨੂੰ ਚੱਲ ਰਹੀ ਹੈ ਗੱਲ? ਇਹ ਕ੍ਰੀਏਟ ਕੀਤੀ ਹੈ ਬੰਬਈ ਦੀ ਪੁਲਿਸ ਨੇ ਜਾਂ ਕੋਈ ਅਸਲ 'ਚ ਤੰਤ ਹੈ? ਜੀ ਗਿੱਲ ਸਾਹਿਬ, ਇਹ ਬੜਾ ਮਸਲਾ ਭਖਿਆ ਹੋਇਆ। ਇਹ ਅਸਲ ਦੇ ਵਿੱਚ ਬੜੇ ਮੋੜ ਆ ਜਿਹੜਾ ਮਸਲਾ ਉਹ ਲੈ ਰਿਹਾ ਹੈਗਾ। ਆਪਾਂ ਇੱਕ ਦਿਨ ਅੱਗੇ ਵੀ ਥੋੜੀ ਜਿਹੀ ਚਰਚਾ ਤੇ ਕੀਤੀ ਸੀ, ਲੇਕਿਨ ਹੁਣ ਇਸ ਕੇਸ ਦੇ ਵਿੱਚ ਹੋਰ ਬਹੁਤ ਸਾਰੇ ਮੋੜ ਨੇ ਜਿਹੜੇ ਉਹ ਆ ਚੁੱਕੇ ਨੇ। ਇਹ ਦੋ ਸਰਕਾਰਾਂ ਦੇ ਵਿੱਚ ਵੀ ਇੱਕ ਵੱਡਾ ਸਵਾਲ ਬਣ ਗਿਆ। ਇੱਕ ਜਿਹੜੀ ਮਹਾਰਾਸ਼ਟਰ ਦੀ ਸਰਕਾਰ ਹੈ, ਦੂਸਰਾ ਜਿਹੜੀ ਕੇਂਦਰ ਦੀ ਸਰਕਾਰ ਹੈ। ਕਿਸੇ ਸਮੇਂ ਦੋਨੇ ਇਕੱਠੇ ਸੀ, ਲੇਕਿਨ ਅੱਜ ਦੋਨੇ ਆਮੋ ਸਾਹਮਣੇ ਹੋਏ ਖੜੇ ਨੇ। ਔਰ ਮੁਕੇਸ਼ ਅੰਬਾਨੀ ਜਿਹੜਾ ਏਸ਼ੀਆ ਦਾ ਸਭ ਤੋਂ ਅਮੀਰ ਬੰਦਾ ਗਾ, ਉਹਦੇ ਜਿਹੜੇ ਘਰ ਦੇ ਬਾਹਰ 25 ਫਰਵਰੀ ਦੀ ਸਵੇਰ ਇੱਕ ਵਿਸਫੋਟਕ ਸਮੱਗਰੀ ਦੇ ਨਾਲ ਭਰੀ ਹੋਈ ਗੱਡੀ ਮਿਲਣ ਤੋਂ ਬਾਅਦ ਇਹ ਮਸਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਗਾ। ਦਰਅਸਲ ਗਿੱਲ ਸਾਹਿਬ ਇਹ ਹੈਗਾ ਕਿ ਜਿਹੜਾ ਮੁਕੇਸ਼ ਅੰਬਾਨੀ ਦਾ 27 ਮੰਜ਼ਿਲਾ ਘਰ ਆ, ਜਿਹਨੂੰ ਐਂਟੀਲੀਆ ਕਿਹਾ ਜਾਂਦਾ, ਐਂਟੀਲੀਆ ਨਾਂ ਉਸ 27 ਮੰਜ਼ਿਲਾ ਮਕਾਨ ਦਾ, ਔਰ ਉਹਦੇ ਬਾਹਰ 25 ਫਰਵਰੀ ਨੂੰ ਇੱਕ ਜਿਹੜੀ ਸਕਾਰਪੀਓ SUV ਗੱਡੀ ਆ, ਉਹ ਬਹੁਤ ਸਾਰੇ ਧਮਾਕਾ ਖੇਜ ਸਮੱਗਰੀ ਦੇ ਨਾਲ ਭਰੀ ਖੜੀ ਸੀ। ਔਰ ਜਦੋਂ ਉਸ ਤੋਂ ਬਾਅਦ ਬੰਬ ਰੋਧਕ ਜਿਹੜਾ ਦਸਤਾ ਆਇਆ ਔਰ ਉਹਨਾਂ ਨੇ ਆ ਕੇ ਦੇਖਿਆ ਤਾਂ 20 ਜਿਹੜੀਆਂ ਨੇ ਉਹ ਜੈਲੇਗਨਾਈਟ ਦੀਆਂ ਸਟਿਕਸ ਜਿਹੜੀਆਂ ਉਹਦੇ ਵਿੱਚ ਪਈਆਂ ਸੀਗੀਆਂ, ਜਿਹੜੀਆਂ ਧਮਾਕਾ ਕਰਨ ਦੇ ਲਈ ਬਹੁਤ ਆਮ ਗੱਲ ਹੈਗੀ। ਔਰ ਉੱਥੇ ਇੱਕ ਨੋਟ ਵੀ ਜਿਹੜਾ ਮਿਲਿਆ, ਜਿਹਦੇ 'ਚ ਕਿਹਾ ਵੀ ਅਸੀਂ ਇਹਨਾਂ ਨੂੰ ਜੋੜ ਕੇ ਵੀ ਧਰ ਸਕਦੇ ਸੀ, ਧਮਾਕਾ ਵੀ ਕਰ ਸਕਦੇ ਸੀ, ਪਰ ਇਹ ਸਿਰਫ ਅਜੇ ਇੱਕ ਟ੍ਰੇਲਰ ਹੈਗਾ। ਔਰ ਉਸ ਤੋਂ ਬਾਅਦ ਗਿੱਲ ਸਾਹਿਬ ਇਸ ਵਿਸ਼ੇ ਦੇ ਵਿੱਚ ਜਿਹੜੀ ਚਰਚਾ ਗਈ ਉਹ ਇਹ ਚੱਲੀ ਕਿ ਗੱਡੀ ਕਿਹਦੇ ਨਾਂ ਗਈ ਔਰ ਗੱਡੀ ਦਾ ਮਾਲਕ ਕੌਣ ਆ। ਉਸ ਤੋਂ ਬਾਅਦ ਇੱਕ ਵਿਅਕਤੀ ਨੂੰ ਚਿੰਨ੍ਹਿਤ ਕੀਤਾ ਗਿਆ। ਜਿਉਂ ਹੀ ਉਹ ਵਿਅਕਤੀ ਆ ਜਿਹੜਾ ਉਹ ਚਿੰਨ੍ਹਿਤ ਕੀਤਾ ਗਿਆ, ਉਹਨੇ ਕਿਹਾ ਵੀ ਇਹ ਗੱਡੀ ਮੈਨੂੰ ਕਹਾਂ ਦੀ ਆਈ ਹੈ, ਮੈਂ ਰਸਤੇ ਦੇ ਵਿੱਚ ਇਹ ਖਰਾਬ ਹੋ ਗਈ ਸੀ, ਉੱਥੇ ਖੜਾਤੀ, ਔਰ ਮੈਂ ਇਹਦੀ ਗੁੰਮਸ਼ੁਦਗੀ ਦੀ ਵੀ ਜਿਹੜੀ ਰਿਪੋਰਟ ਹੈ ਉਹ ਥਾਣੇ ਦੇ ਵਿੱਚ ਲਿਖਾਈ ਹੈ। ਤਾਂ ਇਹ ਕਹਿਣ ਤੋਂ ਬਾਅਦ ਜਿਹੜਾ ਉਹ ਵਿਅਕਤੀ ਮਨਸੁਖ ਹਰੇਨ ਉਹਦਾ ਨਾਂ ਗਾ, ਉਹ ਅਜੇ ਗੱਲ ਹੀ ਕਰਦਾ। ਉਸ ਤੋਂ ਬਾਅਦ ਵਿਰੋਧੀ ਪਾਰਟੀ ਕਹਿੰਦੀ ਹੈ ਵੀ ਇਹਨੂੰ ਸੁਰੱਖਿਆ ਦੇਣੀ ਚਾਹੀਦੀ ਆ, ਔਰ ਅਗਲੇ ਦਿਨ ਉਸ ਵਿਅਕਤੀ ਦੀ ਲਾਸ਼ ਮਿਲਦੀ ਆ ਔਰ ਡੈਡ ਬੋਡੀ ਮਿਲਦੀ ਆ, ਜਿਸ ਤੋਂ ਬਾਅਦ ਇਹ ਕਿਆਸ ਰਾਈਆਂ ਲੱਗਦੀਆਂ ਕਿ ਖੁਦਕੁਸ਼ੀ ਕਰ ਗਿਆ। ਲੇਕਿਨ ਉਸ ਤੋਂ ਬਾਅਦ ਇੱਕ ਪੁਲਿਸ ਅਫਸਰ ਦਾ ਨਾਂ ਗਾ ਜਿਹੜਾ ਉਹ ਸਾਹਮਣੇ ਆਉਂਦਾ ਗਾ। ਔਰ ਗਿੱਲ ਸਾਹਿਬ, ਉਹ ਪੁਲਿਸ ਅਫਸਰ ਕੋਈ ਆਮ ਨਹੀਂ ਹੈ। ਉਸ ਪੁਲਿਸ ਅਫਸਰ ਬਾਰੇ ਕਿਹਾ ਜਾਂਦਾ ਗਾ ਕਿ ਇਹ ਪੁਲਿਸ ਅਧਿਕਾਰੀ ਹੈਗਾ ਜਿਹੜਾ ਇਹ ਇਨਕਾਊਂਟਰ ਸਪੈਸ਼ਲਿਸਟ ਹੈ, ਸਚਿਨ ਵਾਜੇ। ਸਚਿਨ ਵਾਜੇ ਇਨਕਾਊਂਟਰ ਸਪੈਸ਼ਲਿਸਟ ਦੇ ਤੌਰ ਦੇ ਉੱਤੇ ਮਸ਼ਹੂਰ ਆ। 1990 'ਚ ਪੁਲਿਸ 'ਚ ਭਰਤੀ ਹੋਇਆ। ਉਦੋਂ ਬਾਅਦ ਬਹੁਤ ਸਾਰੇ ਜਿਹੜੇ ਪੁਲਿਸ ਮੁਕਾਬਲੇ ਹੋਏ ਉਹਨਾਂ 'ਚ ਸਚਿਨ ਵਾਜੇ ਹੁੰਦਾ ਸੀ। ਇਹਦੇ ਬਾਰੇ ਪਹਿਲਾਂ ਇਹ ਵੀ ਚਰਚਾਵਾਂ ਚੱਲਦੀਆਂ ਰਹੀਆਂ ਨੇ ਕਿ ਇਹ ਸਾਂਢ ਗਾਂਢ ਕਰਕੇ ਵਿਅਕਤੀ ਹੈ ਜਿਹੜੇ ਉਹ ਮਾਰਦਾ, ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਦਾ ਹੈ। ਔਰ ਇਹਦੇ ਬਾਰੇ ਹੋਰ ਵੀ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਰਹੀਆਂ। ਇਹ ਸਸਪੈਂਡ ਵੀ ਬਹੁਤ ਵਾਰ ਹੋਇਆ। ਇੱਕ ਵਾਰ ਇਹ ਸਸਪੈਂਡ ਹੋਇਆ ਗਿੱਲ ਸਾਹਿਬ ਜਦੋਂ ਇੱਕ 27 ਸਾਲਾ ਜਿਹੜਾ ਸਾਫਟਵੇਅਰ ਇੰਜੀਨੀਅਰ ਹੈ ਉਹਦੀ ਮੌਤ ਦੇ ਮਾਮਲੇ ਦੇ ਵਿੱਚ, ਉਦੋਂ ਇਹਨੂੰ ਜਿਹੜਾ ਹਰੇਨ ਦੀ ਮੌਤ ਦੇ ਮਾਮਲੇ 'ਚ ਸਸਪੈਂਡ ਕੀਤਾ ਗਿਆ। ਉਸ ਤੋਂ ਬਾਅਦ ਇੱਕ ਹੋਰ ਧਮਾਕਾ ਕੇਸ ਸਮੱਗਰੀ ਦੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਫੜਿਆ ਗਿਆ ਸੀ, ਉਹਦੇ 'ਚ ਵੀ ਇਹਦੇ ਤੇ ਵਾਜੇ ਦੇ ਉੱਤੇ ਲੈਣ ਦੇਣ ਦੇ ਜਿਹੜੇ ਦੋਸ਼ ਨੇ ਉਹ ਲੱਗਦੇ ਰਹੇ ਸੀ। ਫਿਰ ਉਸ ਤੋਂ ਬਾਅਦ ਇੱਕ ਟਾਈਮ ਇਹ ਆਇਆ 2007 ਦੇ ਵਿੱਚ ਇਹ ਅਸਤੀਫਾ ਦੇ ਗਿਆ ਨੌਕਰੀ ਤੋਂ। ਅੱਜ ਕੱਲ੍ਹ ਤਾਂ NIA ਨੇ ਗ੍ਰਿਫਤਾਰ ਕੀਤਾ ਹੋਇਆ, ਕਾਫੀ ਕੁਛ ਖੁੱਲ ਰਿਹਾ, ਲੇਕਿਨ ਇਹਦਾ ਜਿਹੜਾ ਇਤਿਹਾਸ ਜਿੰਨਾ ਕੁ ਮੈਂ ਜਾਣਦਾ ਕਿ 2007 'ਚ ਨੌਕਰੀ ਤੋਂ ਅਸਤੀਫਾ ਦੇ ਗਿਆ ਸੀ। ਔਰ 7 'ਚ ਅਸਤੀਫਾ ਦੇਣ ਤੋਂ ਬਾਅਦ 2008 ਦੇ ਵਿੱਚ ਇਹ ਸ਼ਿਵ ਸੈਨਾ 'ਚ ਸ਼ਾਮਲ ਹੋ ਗਿਆ, ਸ਼ਿਵ ਸੈਨਾ ਆਗੂ ਦੇ ਤੌਰ ਤੇ ਵਿਚਰਦਾ ਰਿਹਾ। ਲੇਕਿਨ ਹੁਣ ਜਦੋਂ ਸ਼ਿਵ ਸੈਨਾ ਦੀ ਸਰਕਾਰ ਆਈ ਇਹ ਪਿੱਛੇ ਜੇ, ਉਦੋਂ ਇਹ ਫੇਰ ਪੁਲਿਸ ਅਫਸਰ ਬਣ ਗਿਆ ਦੁਬਾਰੇ। ਤਾਂ ਇਹਨੇ ਤਾਂ ਮਤਲਬ ਮਜ਼ਾਕ ਹੀ ਬਣਾ ਰੱਖਿਆ ਸੀ ਵੀ ਕਿਤੇ ਇਹ ਅਸਤੀਫਾ ਦੇ ਗਿਆ, ਕਿਤੇ ਰਾਜਨੀਤਿਕ ਪਾਰਟੀ ਦਾ ਆਗੂ ਬਣ ਗਿਆ, ਦੁਬਾਰੇ ਫੇਰ ਪੁਲਿਸ ਅਫਸਰ ਬਣ ਗਿਆ। ਔਰ ਹੁਣ ਇਹਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ, ਹੁਣ ਬਹੁਤ ਸਾਰੇ ਸਵਾਲ ਨੇ ਜਿਹੜੇ ਉੱਠ ਰਹੇ ਨੇ। 5-6 ਤਾਂ ਬਹੁਤ ਜਿਹੜੀਆਂ ਲਗਜ਼ਰੀ ਗੱਡੀਆਂ ਨੇ ਉਹ ਬਰਾਮਦ ਹੋ ਚੁੱਕੀਆਂ ਨੇ।
ਹੁਣ NIA ਜਿਹੜੀ ਇਹਨੂੰ ਅਰੈਸਟ ਕਰੀ ਫਿਰਦੀ ਹੈ, ਔਰ NIA ਕਹਿੰਦੇ ਸਾਡੇ ਕੋਲ ਇਹਨੇ ਬਹੁਤ ਖੁਲਾਸੇ ਕਰਤੇ, ਲੇਕਿਨ ਸੂਬਾ ਸਰਕਾਰ ਕਹਿ ਰਹੀ ਹੈ ਵੀ ਇਹ ਸਾਡਾ ਬੜਾ ਜਾਬਾਜ਼ ਅਫਸਰ ਹੈ ਔਰ ਤੁਸੀਂ ਮੁੰਬਈ ਪੁਲਿਸ ਦਾ ਮਨੋਬਲ ਸਿੱਟ ਰਹੇ ਹੋ। NIA ਦੇ ਉੱਤੇ ਸਵਾਲ ਨੇ ਜਿਹੜੇ ਉਹ ਉਠਾਏ ਜਾ ਰਹੇ ਨੇ, ਲੇਕਿਨ ਪੂਰਾ ਮਾਮਲਾ ਕੀ ਆ? ਉਂਝ ਮੁਕੇਸ਼ ਅੰਬਾਨੀ ਦੀ ਮਹਾਰਾਸ਼ਟਰ ਦੀ ਸਰਕਾਰ ਦੇ ਨਾਲ ਵੀ ਬਹੁਤ ਨੇੜਤਾ ਹੈਗੀ, ਉਹਦੇ ਤਾਂ ਜਿੰਨੇ ਵੀ ਮਤਲਬ ਰਾਜਨੀਤਿਕ ਪਾਰਟੀਆਂ ਦੇ ਆਗੂ ਨੇ ਸਾਰਿਆਂ ਦੇ ਨਾਲ ਨੇੜਤਾ ਹੈਗੀ। ਸੋ ਮਸਲਾ ਜਿਹਾ ਲੱਗਦਾ ਨਹੀਂ ਕਿਤੇ ਦੋ ਰਾਜਨੀਤਿਕ ਪਾਰਟੀਆਂ ਦਾ ਆਪਸੀ ਮਸਲਾ ਤਾਂ ਨਹੀਂ, ਜਾਂ ਇਹ ਤਾਂ ਨਹੀਂ ਹੈ ਗੱਲ ਸਾਹਿਬ ਕਿ ਕਈ ਵਾਰ ਪੁਲਿਸ ਅਫਸਰ ਜਿਸ ਤਰੀਕੇ ਦੇ ਨਾਲ ਇਹ ਪਹਿਲਾਂ ਇੱਥੇ ਸਵਾਲ ਉੱਠਦੇ ਰਹੇ, ਉਹੀ ਵੈਸੇ ਹੀ ਬੱਲੇ ਬੱਲੇ ਕਰਾਉਣ ਦੇ ਲਈ ਕਿਸੇ ਹੋਰ ਨੂੰ ਮੜਨ ਦੀ ਤਿਆਰੀ ਹੋਵੇ, ਉਦੋਂ ਪਹਿਲਾਂ ਹੀ ਕੇਂਦਰ ਸਰਕਾਰ ਨੇ ਕਿਹਾ ਵੀ ਆਪਾਂ ਇਹਨੂੰ ਮੜ ਦਈਏ ਜੀ। ਧੰਨਵਾਦ ਬਹੁਤ ਬਹੁਤ। ਸੋਮਵਾਰ ਨੂੰ ਫੇਰ ਗੱਲਬਾਤ ਹੋਏਗੀ 9:15 ਵਜੇ। ਸ਼ੁਭ ਸ਼ਾਮ। ਸ਼ੁਕਰੀਆ ਗੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਦੇ ਵਿੱਚ ਇੱਕ ਕਬੀਲਾ ਵਸਦਾ ਹੈ ਜਿਨ੍ਹਾਂ ਨੂੰ ਖਾਨਾ ਬਦੋਸ਼ ਵੀ ਕਹਿੰਦੇ ਨੇ, ਜਿਨ੍ਹਾਂ ਨੂੰ ਜਿਪਸੀ ਵੀ ਕਹਿੰਦੇ ਨੇ, ਰੋਮਾ ਲੋਕ। ਰੋਮਾ ਜਿਹੜੇ ਨੇ ਇਹ 9ਵੀਂ ਸਦੀ ਦੇ ਵਿੱਚ 10ਵੀਂ ਸਦੀ ਦੇ ਵਿੱਚ ਕਹਿੰਦੇ ਨੇ ਉੱਤਰੀ ਭਾਰਤ ਤੋਂ ਉਸ ਸਮੇਂ ਈਰਾਨ, ਅਰਮੀਨੀਆ, ਤੁਰਕੀ ਦੇ ਰਾਹੀਂ ਯੂਰਪ ਦੇ ਵਿੱਚ ਆਏ। ਹੁਣ ਸਾਰੇ ਯੂਰਪ ਦੇ ਵਿੱਚ 10 ਮਿਲੀਅਨ, ਕੋਈ 2 ਤੋਂ 10 ਤੋਂ 20 ਮਿਲੀਅਨ ਕਹਿ ਰਿਹਾ। ਅਤੇ ਇਹ ਲੋਕ, ਇਹਨਾਂ ਨੂੰ ਬਹੁਤ ਦੁੱਖ ਵੀ ਸਾਹਮਣਾ, ਇਹਨਾਂ ਨੂੰ ਦੂਜੀ ਵਰਲਡ ਵਾਰ ਦੇ ਵਿੱਚ ਇਹਨਾਂ ਨੂੰ ਇਹਨਾਂ ਦੀ ਬੜੀ ਨਸਲਕੁਸ਼ੀ ਵੀ ਹੋਈ ਅਤੇ ਰੋਮਾਨੀਆ ਦੇ ਵਿੱਚ ਵੀ ਬਹੁਤ ਇਹਨਾਂ ਨਾਲ ਧੱਕਾ ਹੋਇਆ ਅਤੇ ਅਲੱਗ-ਅਲੱਗ ਦੇਸ਼ਾਂ 'ਚ ਅਲੱਗ-ਅਲੱਗ ਨੌਆਂ। ਯੂਰਪ ਦੇ ਵਿੱਚ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਲੋਕ, ਬਹੁਤ ਸੁਨੱਖੇ ਨੇ। ਹੁਣ ਜਦ ਪਹਿਲਾਂ ਆਏ ਉੱਥੋਂ ਸਿਆਹ ਰੰਗ ਦੇ ਲੋਕ, ਫਿਰ ਗੋਰਿਆਂ ਦੇ ਵਿੱਚ ਵਿਆਹੇ ਗਏ ਅਤੇ ਇਹਨਾਂ ਦਾ ਹੁਣ ਖਬਰਾਂ ਆ ਰਹੀਆਂ ਨੇ ਪਹਿਲੀ ਵਾਰ ਜਿਹੜੀ ਐਥਨੀਸਿਟੀ ਜਿਹੜੀ ਮਰਦਮਸ਼ੁਮਾਰੀ ਹੋ ਰਹੀ ਹੈ ਉਹ 'ਚ ਐਥਨੀਸਿਟੀ ਦਾ ਇੱਕ ਕਾਲਮ ਬਣਿਆ ਜਿਸ 'ਚ ਰੋਮਾ ਵੀ ਨਾਂ ਤੁਸੀਂ ਦਰਜ ਕਰ ਸਕਦੇ ਹੋ। ਇੰਗਲੈਂਡ ਦੇ ਵਿੱਚ 2 ਲੱਖ ਦੇ ਕਰੀਬ ਇਹ ਇੰਗਲੈਂਡ ਦੇ ਵਿੱਚ ਲੋਕ ਨੇ ਅਤੇ ਹੁਣ ਮਰਦਮਸ਼ੁਮਾਰੀ ਆਹ ਸਾਲ 'ਚ ਹੋਣੀ ਆ, ਉਹਦੇ 'ਚ ਤੁਸੀਂ ਰੋਮਾ ਲੋਕ ਵੀ ਆਪਣਾ ਨਾਂ, ਬਈ ਸਾਡੀ ਐਥਨੀਸਿਟੀ ਕੀ ਆ, ਸਾਡੀ ਨਸਲ ਕੀ ਹੈ, ਉਹਦੇ ਵਿੱਚ ਇਹ ਆਪਣਾ ਨਾਂ ਕਰ ਸਕਦੇ ਆ। ਬਹੁਤ ਜ਼ੁਲਮ ਹੋਇਆ ਹੈ ਲੋਕਾਂ ਦੇ ਨਾਲ ਅਤੇ ਇਹਨਾਂ ਦਾ ਬੜਾ ਜਿਹੜਾ ਔਖਾ ਸਮਾਂ ਇਹਨਾਂ ਨੇ ਕੱਢਿਆ ਸਾਰੇ ਯੂਰਪ ਦੇ ਵਿੱਚ। ਹੁਣ ਟਿਕ ਕੇ ਬੈਠ ਗਏ, ਪਹਿਲਾਂ ਤਾਂ ਟਿਕ ਕੇ ਨਹੀਂ ਸੀ ਬੈਠਣ ਦਿੰਦੇ ਇਹਨਾਂ ਲੋਕਾਂ ਨੂੰ। ਸੋ ਇਹ ਇੱਕ ਅੱਜ ਪਹਿਲੀ ਖਬਰ ਆ ਵੀ ਜਿਹਦੇ ਵਿੱਚ ਇਹਨਾਂ ਦੀ, ਰੋਮਾ ਲੋਕਾਂ ਦੀ ਇਹ ਗੱਲ ਚੱਲੀ ਕਿ ਇਹ ਐਥਨੀਸਿਟੀ ਦੇ ਵਿੱਚ ਇਹਨਾਂ ਦਾ ਨਾਂ ਆ ਸਕਦਾ। ਪਰ ਪਿਛਲੀਆਂ 10 ਸਦੀਆਂ ਜਿਹੜਾ ਇਹਨਾਂ ਨੇ ਦੁੱਖ ਭੋਗਿਆ ਉਹ ਵੀ ਬਹੁਤ ਵੱਡਾ ਹੈ, ਉਹ ਸੌਖਾ ਨਹੀਂ ਹੈ। ਸਤਪਾਲ ਹੁੰਦਲ ਜੀ, ਕੀ ਕਹਿਣਾ ਚਾਹੁੰਦੇ ਹੋ? ਲਾਈਨ ਨੰਬਰ 1। ਹੁੰਦਲ ਸਾਹਿਬ, ਹੈਲੋ। ਹਾਂਜੀ, ਬੋਲ ਰਿਹਾ ਜੀ। ਹੋਲਡ ਕਰਿਓ ਜੀ। ਓਕੇ ਜੀ। ਸੋ ਇਹ ਆਪਣੇ ਇਹਨਾਂ ਦੀ ਅੱਜ ਜਿਹੜੀ ਖਬਰ ਛਪੀ ਹੈ ਇਹ ਬੜੀ, ਅੱਜ ਇਹਦੇ ਬਾਰੇ ਬੜੀ ਗੱਲਬਾਤ ਚੱਲ ਰਹੀ ਹੈ ਕਿ ਇਹਨਾਂ ਬਾਰੇ ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਕਿ ਇਹਨਾਂ ਨਾਲ ਕੀ ਕੀ ਹੋਇਆ। ਅਤੇ ਰੋਮਾ ਲੋਕ ਜਿੰਨੇ ਨੇ ਇਹ ਖਾਨਾ ਬਦੋਸ਼, ਕਦੇ ਨੂੰ ਜਿਪਸੀ ਕਹਿੰਦੇ, ਭਾਸ਼ਾ ਇਹਨਾਂ ਦੀ ਆਪਣੀ, ਪਰ ਆਏ ਆਪਣੇ ਦੇਸ਼ 'ਚੋਂ, ਆਪਣੇ ਖਿੱਤੇ 'ਚੋਂ, ਉੱਤਰੀ ਭਾਰਤ ਦੇ ਵਿੱਚੋਂ ਇਹ ਆਏ, ਜਾਂ ਭਾਰਤ ਇੱਕੇ ਸੀ, ਪਤਾ ਨਹੀਂ ਕਿੱਥੋਂ ਕੋਈ ਲੋਕ ਤੁਰੇ ਅਤੇ ਔਖਿਆਂ ਸਮਿਆਂ ਦੇ ਵਿੱਚ ਇਹ ਲੋਕ ਨਿਕਲੇ। ਇਹਨਾਂ ਦੀਆਂ ਗੱਲਾਂ ਵਕਤ ਦਰ ਵਕਤ ਕਰਦੇ ਰਹੇ ਜਿਹੜੇ ਮਨੁੱਖੀ ਹੱਕਾਂ ਵਾਲੇ ਨੇ, ਪਰ ਸੁਣੀ ਨਾ ਕਿਸ ਨੇ। ਯੂਰਪ ਦੇ ਵਿੱਚ ਸਾਰੇ ਦੇ ਵਿੱਚ ਇਹ ਜਿਹੜੇ ਨੇ ਉਹ ਵਸਦੇ ਆ। ਪਹਿਲੀ ਵਾਰ ਇੰਗਲੈਂਡ ਦੀ ਮਰਦਮਸ਼ੁਮਾਰੀ ਦੇ ਵਿੱਚ ਇਹਨਾਂ ਦਾ ਨਾਂ ਹੁਣ ਆਵੇਗਾ। ਅਮਰੀਕਾ ਦੇ ਰੱਖਿਆ ਮੰਤਰੀ ਲਾਰਡ ਆਸਟਨ ਜਿਹੜੇ ਨੇ ਉਹ ਭਾਰਤ ਦੇ ਦੌਰੇ 'ਤੇ ਨੇ। ਲਾਰਡ ਆਸਟਨ ਹੁਣੀ ਸਿਆਹ ਰੰਗ ਦੇ ਨੇ ਅਤੇ 5 ਸਾਲ ਪਹਿਲਾਂ ਮਿਲਟਰੀ ਦੇ ਵਿੱਚੋਂ ਫੁੱਲ ਸਟਾਰ ਜਨਰਲ ਰਿਟਾਇਰ ਹੋਏ ਨੇ। ਬਾਈਡਨ ਦੇ ਬਹੁਤ ਨੇੜੇ ਸੀ, ਇਰਾਕ ਦੀ ਜੰਗ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ ਅਤੇ ਇਹਨਾਂ ਦੇ ਬਾਰੇ ਜਦ ਸੈਨੇਟ ਦੇ ਵਿੱਚ ਜਦ ਵੋਟ ਪੈਂਦੀ ਹੈ ਹਾਊਸ ਦੇ ਵਿੱਚ, ਅਤੇ ਬਹੁਤ 93 ਤੋਂ 2 ਵੋਟਾਂ ਦੇ ਨਾਲ ਉਹ ਜਿੱਤੇ ਸੀ। ਰਿਟਾਇਰਡ ਆਰਮੀ ਜਨਰਲ ਨੇ ਅਤੇ ਬਹੁਤ ਸਿਆਣੇ ਬੰਦੇ।
ਭਾਰਤ ਦੇ ਉਸ ਚੀਨ ਦੇ ਖਿੱਤੇ ਦੇ ਵਿੱਚ ਅੱਜ ਇੱਕ ਬੜੀ ਅਲੱਗ ਕਿਸਮ ਦੀ ਜਿਹੜੀ ਬਿਆਨ ਆਇਆ ਪਾਕਿਸਤਾਨ ਦੇ ਜਨਰਲ ਬਾਜਵਾ ਵੱਲੋਂ। ਉਹ ਕਹਿੰਦਾ ਵੀ ਪਾਕਿਸਤਾਨ ਤੇ ਭਾਰਤ ਦਾ ਜਿਹੜਾ ਪਿਛਲਾ ਜਿਹੜਾ ਪਾਸਟ ਆ ਜਿਹੜਾ ਉਸ ਨੂੰ ਹੁਣ ਦਫਨ ਕਰਨ ਦੀ ਲੋੜ ਹੈ। ਕੁਝ ਨਾ ਕੁਝ ਨਵਾਂ ਹੋ ਰਿਹਾ। ਕਸ਼ਮੀਰ ਡਿਸਪਿਊਟ ਦੀ ਗੱਲ ਚੱਲ ਰਹੀ ਹੈ ਵੀ ਇਹਦੀ ਸ਼ਾਂਤੀ ਦੇ ਨਾਲ ਇਸ ਦਾ ਕੋਈ ਮਸਲਾ ਹੱਲ ਹੋਵੇ। ਪਾਸਟ 'ਚ ਕੀ ਹੋਇਆ ਉਸ ਨੂੰ ਜਿਹੜਾ ਉਹ ਦਫਨ ਕਰ ਦਿਓ। 740 ਕਿਲੋਮੀਟਰ ਲੰਮੀ ਜਿਹੜੀ ਲਾਈਨ ਆਫ ਕੰਟਰੋਲ ਹੈ ਇੰਡੀਆ ਤੇ ਭਾਰਤੀ ਤੇ ਕਸ਼ਮੀਰ ਆਪਣੇ ਪਾਕਿਸਤਾਨੀ ਕਸ਼ਮੀਰ ਦੇ ਵਿੱਚ, ਤੇ ਇਹਦੇ 'ਚ ਹੁਣ ਬਹੁਤ ਨੇੜ ਦੀ ਜਿਹੜੀ ਸੜਕ ਜਿਹੜੀ ਲੰਘ ਰਹੀ ਹੈ ਉਹਦਾ ਵੀ ਵੱਡਾ ਇੱਕ ਰੇੜਕਾ ਚੀਨ ਦਾ। ਪਿਛਲੀ ਵਾਰ ਆ ਕੇ ਅਜੇਪਾਲ ਸਿੰਘ ਬਰਾੜ ਨੂੰ ਦੱਸ ਕੇ ਗਿਆ ਸੀ ਕਿ ਚੀਨ ਤੋਂ ਚੱਲੀ ਹੋਈ ਸੜਕ ਇਹ ਗਵਾਦਰ ਏਅਰਪੋਰਟ ਜਿਹੜੀ ਪੋਰਟ 'ਤੇ ਕਿਵੇਂ ਆਉਂਦੀ ਹੈ, ਅਤੇ ਸਟ੍ਰੇਟ ਆਫ ਮਲਾਕਾ ਜਿਹੜੀ ਖਾੜੀ ਜੇ ਉੱਧਰੋਂ ਰੋਕ ਦਿੰਦਾ ਅਮਰੀਕਾ ਸਿੰਗਾਪੁਰ ਦੇ ਨੇੜੇ ਤਾਂ ਚੀਨ ਜਿਹੜਾ ਘੇਰਿਆ ਜਾਂਦਾ, ਪਰ ਆਹ ਰਸਤਾ ਉਹਨੇ ਖੋਲ੍ਹ ਦਿੱਤਾ। ਹੁਣ ਜਨਰਲ ਬਾਜਵਾ ਵੱਲੋਂ ਇਹ ਕਹਿਣਾ ਕਿ ਜਿਹੜਾ ਇਹ ਸਾਡੇ ਇਸ਼ੂ ਨੇ ਇਹਨਾਂ ਨੂੰ ਦਫਨ ਕਰ ਦੇਣਾ ਚਾਹੀਦਾ। ਕੁਝ ਨਾ ਕੁਝ ਨਵਾਂ ਵਾਪਰਨ ਵਾਲਾ ਲੱਗਦਾ। ਅੱਜ ਜਿਹੜੀ ਮੈਂ ਗੱਲ ਸ਼ੁਰੂ 'ਚ ਤੁਹਾਡੇ ਨਾਲ ਕੀਤੀ ਸੀ ਉਹ ਹੈ ਸਾਡੀ ਸਿਹਤ, ਜਿਹੜੀ ਸਾਡੇ ਡਾਕਟਰ ਆਮ ਸਾਨੂੰ ਕੋਈ ਜਿਹੜੀ ਹੈਲਥ ਸਰਵਿਸਿਜ਼ ਨੇ ਸਾਡੀਆਂ ਉਹ ਫ੍ਰੀ ਨੇ, ਪਰ ਜਿਹੜੀ ਇੱਕ ਇਸ਼ੂ ਦੰਦਾਂ ਦਾ ਸਿਹਤ ਹੈ, ਜਿਹੜੀ ਦੰਦਾਂ ਦੀ ਸੰਭਾਲ ਹੈ ਜਿਹੜੀ ਉਹ ਭਾਈਚਾਰੇ ਦੇ ਵਿੱਚ ਅਕਸਰ ਇਹ ਫੋਨ ਆਉਂਦੇ ਰਹਿੰਦੇ ਨੇ ਜੀ ਸਾਡੀ ਬੱਸ ਹੋ ਗਈ। ਅੱਛਾ, ਕਾਰਨ ਪਤਾ ਨਹੀਂ ਕੀ ਹੈ। ਇੱਥੇ ਦੇ ਜਵਾਕਾਂ ਦੇ 90% 100 ਚੋਂ 90 ਦੇ ਉਹ ਬ੍ਰੇਸਿਸ ਲੱਗਦੇ ਨੇ, ਦੰਦ ਵਿੰਗੇ ਟੇਢੇ ਹੋ ਜਾਂਦੇ ਨੇ, ਅਤੇ ਉਸ ਤੋਂ ਬਾਅਦ ਫਿਰ ਉਹਨੂੰ ਸਿੱਧਿਆਂ ਕਰਨ ਲਈ 5 ਤੋਂ 7 ਹਜ਼ਾਰ 8 ਹਜ਼ਾਰ 10 ਹਜ਼ਾਰ, ਅਤੇ ਇੰਸ਼ੋਰੈਂਸ ਜਿਹਦੀ ਕਵਰੇਜ ਹੈ ਨਹੀਂ, ਜੇ ਹੈ ਵੀ ਹੈ ਇੰਸ਼ੋਰੈਂਸ 1000-1500 ਦੀ ਹੈ, ਉਹਦੇ ਲਈ 5-7 ਹਜ਼ਾਰ ਡਾਲਰ ਲਾਉਣੇ, ਅਤੇ ਉਹਦੇ ਬਾਅਦ ਕਿਹੜਾ ਉਹਦਾ ਕੰਮ ਨਿਬੜਦਾ। ਫਿਰ ਉਹਦੇ ਬਾਅਦ ਅਗਲੀਆਂ ਹੋ ਗਏ ਜੀ ਇਹਨੂੰ ਹੁਣ ਟੇਢੇ ਦੂਜੇ ਦੰਦ ਨਾ ਕਰ ਲੈਣ ਜਿਹੜੀਆਂ ਅਕਲ ਦਾੜਾਂ ਨੇ, ਇਹ ਵੀ ਕੱਢੋ। ਇਹ ਜਿਹੜਾ ਨਾ ਇੱਕ ਅੱਛਾ ਅੱਗੇ ਅਕਸਰ ਕੀ ਹੁੰਦਾ ਹੈ, ਲੋਕ ਜਾ ਕੇ ਪੰਜਾਬ ਦੇ ਵਿੱਚ ਜਾ ਕੇ ਨਾ ਉੱਥੋਂ ਕਢਾ ਲੈਂਦੇ, ਉੱਥੋਂ ਜਾ ਕੇ ਕਰ ਲੈਂਦੇ ਆ। ਮੈਨੂੰ ਹੁਣੇ ਹੀ ਮਨਦੀਪ ਹੋਣੀ ਦੋਸਤ ਨੇ ਸਾਡੇ ਨਾਲ ਟੈਕਸੀ ਚਲਾਉਂਦੇ, ਉਹ ਕਹਿੰਦੇ ਇੱਥੇ ਮੈਂ ਦਿਖਾਇਆ ਅਤੇ ਮੇਰੀ ਬੇਟੀ ਦਾ ਉਹ ਕਹਿੰਦੇ ਵੀ 12,000 ਡਾਲਰ ਲੱਗਣਾ। ਕਹਿੰਦੇ ਮੈਂ ਰਾਏਕੋਟ ਦੇ ਨੇੜੇ ਪਿੰਡ ਆ ਅਗਰਵਾਲ, ਡਾਕਟਰ ਬਹੁਤ ਮਸ਼ਹੂਰ ਹੈ, ਕਹਿੰਦਾ ਉਹਨੇ ਉੱਥੇ 2 ਕੁੰਡੇ ਕਰਕੇ ਸੈੱਟ ਲਾਤੇ ਅਤੇ ਰੁਪਈਆ ਲੱਗਿਆ 10,000। 6 ਸਾਲ ਹੋ ਗਏ, ਕਹਿੰਦੇ ਦੰਦ ਵੀ ਸਿੱਧੇ ਹੋ ਗਏ, ਕੋਈ ਇਸ਼ੂ ਨਹੀਂ। ਮੈਂ ਜਿਹੜੇ ਡੈਂਟਿਸਟ ਨੇ, ਡਾਕਟਰ ਨੇ, ਔਰਥੋ ਡੈਂਟਿਸਟ ਨੇ ਜਾਂ ਹੋਰ, ਇਹ ਨਾ ਕੋਈ ਤੁਹਾਡਾ ਨਹੀਂ, ਤੁਹਾਡੀ ਮਰਜ਼ੀ ਆ, ਤੁਹਾਡੀ ਪ੍ਰੈਕਟਿਸ ਆ, ਤੁਸੀਂ ਕੁਛ ਲੈਣਾ ਤੁਹਾਡੀ ਮਰਜ਼ੀ ਹੈ। ਅਤੇ ਪੜ੍ਹਾਈਆਂ 'ਤੇ ਵੀ ਖਰਚ ਆਉਂਦੇ ਨੇ, ਬਹੁਤ ਦੂਰੋਂ ਪੜ੍ਹ ਕੇ ਜਵਾਕ ਆਉਂਦੇ ਨੇ, ਆਸਟ੍ਰੇਲੀਆ 'ਚੋਂ ਪੜ੍ਹ ਕੇ ਆਏ, ਕੋਈ 5-5 4-4 ਲੱਖ ਹੈ। ਪਰ ਆਮ ਲੋਕ ਜਿਹੜੇ ਨੇ ਉਹ ਇਸ ਗੱਲ 'ਤੇ ਦੁਖੀ ਨੇ। ਜਿਹੜੇ ਡੈਂਟਿਸਟ ਮੋਸਟਲੀ ਸਾਡੇ ਭਾਰਤ ਤੋਂ ਆਏ ਨੇ ਅਤੇ ਇੱਥੇ ਉਹ ਸਰਟੀਫਿਕੇਸ਼ਨ ਕਰਕੇ ਆਪਣਾ ਕਲੀਨਿਕ ਚਲਾ ਰਹੇ ਨੇ, ਹੁਣ ਉਹਨਾਂ ਨੂੰ ਤਾਂ ਉਹਨਾਂ ਨੇ ਕੁਝ ਸੈੱਟ ਕਰ ਦਿੱਤਾ ਵੀ ਸਾਡੀਆਂ ਇੰਨੀਆਂ ਸਰਵਿਸਿਜ਼ ਨੇ, ਆਹ ਇਹਦਾ ਖਰਚਾ। ਸਰਕਾਰ ਨੂੰ ਇਹਦੇ 'ਤੇ ਡੈਂਟਿਸਟ ਵੀ ਚਾਹੁੰਦੇ ਆ ਵੀ ਸਰਕਾਰ ਇਸ ਨੂੰ ਸਾਡਾ ਆਪਣੇ ਹਿਸਾਬ ਨਾਲ ਕਵਰ ਕਰੇ ਅਤੇ ਸਾਡਾ ਕੋਈ ਰੇਟ ਕਾਰਡ ਇਹ ਸੈੱਟ ਹੋ ਜਾਵੇ, ਕੁਛ ਨਾ ਕੁਛ ਇਹਨੂੰ ਰੈਗੂਲੇਟ ਤਾਂ ਕੀਤਾ ਜਾਵੇ। ਹੁਣ ਜੇ ਕਿਸੇ ਦੀ ਐਕਸਟੈਂਡਡ ਬੈਨੀਫਿਟਸ ਨੇ, ਉਹ ਐਮਪਲੋਈ ਨੂੰ ਉਹਦੀ ਕੰਪਨੀ ਜਿਹੜੀ ਉਹਦੇ 'ਤੇ ਖਰਚਦੀ ਹੈ ਮਹੀਨੇ ਦਾ 500-400 ਡਾਲਰ ਉਹਦੀ ਕਵਰੇਜ ਲੈਣ ਲਈ, ਉਹੀ ਉਹਨੂੰ ਤਨਖਾਹ ਘੱਟ ਦਿੰਦੀ ਆ। ਉਹ ਕਿਤੇ ਪੱਲਿਓਂ ਥੋੜ੍ਹਾ ਕੋਈ ਦੇਣਾ, ਉਹ ਕਵਰੇਜ ਹੁਣ ਜ਼ਿਆਦਾਤਰ 70-80%। ਅੱਛਾ, ਭਾਈਚਾਰੇ 'ਚ ਇੱਕ ਇਹ ਗੱਲ ਹੋ ਗਈ, ਜੇ ਕਵਰੇਜ ਹੋਈ ਹੋਈ ਆ ਉਹ ਕਹਿੰਦੇ ਸਾਡਾ ਕਿਹੜਾ ਹੁਣ ਲੱਗਦੇ ਨੇ ਲਾਲਾ ਪਾਲਾ ਖਰਚ ਜਿਹੜੇ ਪਾਉਣੇ ਨੇ। ਇਹ ਵੀ ਗੱਲ ਮਾੜੀ ਹੈ। ਹੁਣ ਜਦ ਤੁਹਾਡਾ ਵੱਡੀਆਂ ਸਰਜਰੀਆਂ ਜਿਹੜੀਆਂ ਨੇ ਜਿਨ੍ਹਾਂ 'ਤੇ ਮਿਲੀਅਨਸ ਆਫ ਡਾਲਰ ਲੱਗਦੇ ਨੇ ਉਹ ਕਵਰੇਜ ਹੈ, ਤਾਂ ਫਿਰ ਇਹ ਜਿਹੜੀ ਡੈਂਟਿਸਟਰੀ ਹੈ ਇਹਨੂੰ ਕਿਉਂ ਨਹੀਂ ਕਵਰੇਜ ਹੋ ਰਹੀ ਹੈ? ਇਹ ਬਹੁਤ ਆਮ ਲੋਕਾਂ ਦੀ ਵਿੱਤ ਤੋਂ ਬਾਹਰ ਜਾ ਰਹੀ ਹੈ ਗੱਲ। ਇਹ ਕਿਸੇ ਦੇ ਦੰਦ ਸਿੱਧੇ ਕਰਾਉਣੇ ਨੇ, ਬੱਚਿਆਂ ਨੇ ਬ੍ਰੇਸਿਸ ਲਵਾਉਣੇ ਨੇ, 5-4 ਹਜ਼ਾਰ ਡਾਲਰ ਤੋਂ ਘੱਟ ਨਹੀਂ ਉਹ ਲੱਗਦੀਆਂ। ਉਹਦੀਆਂ ਗੱਲਾਂ ਚੱਲਦੀਆਂ ਫਿਰ ਇਹ ਜੀ ਅਸੀਂ ਦੇਖਣ ਨਹੀਂ ਦਿੰਦੇ, ਇਹ ਸਾਫ਼ ਕਰ ਦਿੰਦੇ ਹਾਂ, ਹੁਣ ਇਹਦੇ 'ਤੇ ਕੈਪ ਚੜ੍ਹਨਾ, ਹੁਣ ਇਹਦਾ ਰੂਟ ਕਨਾਲ ਹੋਣੀਆਂ, ਬਹੁਤ ਉਹਦੇ ਅਲੱਗ-ਅਲੱਗ ਸ਼ਬਦ ਨੇ।
ਅੱਛਾ, ਇਹੀ ਬੰਦੇ ਆ ਆਪਾਂ ਹੀ, ਇਹੀ ਡਾਕਟਰ ਜਿਹੜੇ ਭਾਰਤ ਤੋਂ ਆਏ ਨੇ, ਉੱਥੇ ਇਹਨਾਂ ਦਾ ਕਲੀਨਿਕ ਹੋਵੇ, ਇਹੀ ਚੀਜ਼ਾਂ ਹਜ਼ਾਰਾਂ 'ਚ ਹੋ ਰਹੀਆਂ ਨੇ। ਉੱਥੇ ਜਿਹੜੀਆਂ ਦੰਦਵੀੜ ਪੂਰੀ ਲਵਾਉਣੀ ਆ ਕਿਸੇ ਬਜ਼ੁਰਗ ਨੇ 35-40 ਹਜ਼ਾਰ ਰੁਪਈਏ 'ਚ ਲਵਾ ਕੇ ਲੈ ਆਉਂਦੇ ਨੇ, ਉਹ ਫਿਕਸ ਕਰ ਦਿੰਦੇ ਨੇ, ਕਿਉਂਕਿ ਉੱਥੇ ਸਸਤੀ ਹੈ ਇਹ ਚੀਜ਼, ਪਰ ਇੱਥੇ ਮਹਿੰਗੀ ਬਹੁਤ ਹੈ। ਇਹਦਾ ਕੀ ਤੁਹਾਡੇ ਮਨ ਦੇ ਵਿੱਚ ਕੀ ਹੈ, ਕੀ ਇਹਦਾ ਹੀਲਾ ਹੋ ਸਕਦਾ? ਤੇਜਾ ਸਾਹਿਬ, ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਜਿਹੜਾ ਤੁਸੀਂ ਖਬਰਾਂ ਤੋਂ ਪਹਿਲਾਂ ਖਾਣਾ ਬਦੋਸ਼ਾਂ ਬਾਰੇ ਦੱਸ ਰਹੇ ਸੀ ਨਾ, ਹਾਂਜੀ ਹਾਂਜੀ, 2 ਮਿੰਟ ਮੈਂ ਉੱਥੇ ਲਵਾਂਗਾ ਕਿਉਂਕਿ ਮੈਨੂੰ ਥੋੜਾ ਹਿਸਟਰੀ ਦਾ ਸ਼ੌਕ ਹੈ। ਜੀ, ਮੈਨੂੰ ਪਤਾ ਹੈ। ਇੱਕ ਨਾ ਬਲਰਾਜ ਸਾਹਨੀ ਹਰਾਂ ਨੇ ਕਿਤਾਬ ਲਿਖੀ ਸੀ ਸਫਰਨਾਮਾ, ਬੜੀ ਵਧੀਆ ਕਿਤਾਬ ਸੀ। ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਮੈਂ ਨਾ ਖਾਣਾ ਬਦੋਸ਼ਾਂ ਬਾਰੇ ਜਦੋਂ ਦੇਖਦਾ ਸੀ ਸੜਕਾਂ ਦੇ ਕਿਨਾਰੇ, ਇਹ ਲੋਕ ਕੌਣ ਨੇ ਤੇ ਇਹਨਾਂ ਦੀ ਹਿਸਟਰੀ ਕੀ ਹੈ। ਉਹ ਕਹਿੰਦੇ ਮੈਂ ਜਦੋਂ ਉਹਨਾਂ ਦਾ ਹਿਸਟਰੀ ਖੰਗਾਲੀ, ਇੱਕ ਵਾਰੀ ਉਹਨਾਂ ਨੂੰ ਰੁਕ ਕੇ ਦਿੱਲੀ ਜਾ ਰਹੇ ਸੀ, ਰਾਹ 'ਚ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਉਹਨਾਂ ਨੂੰ ਹਿਸਟਰੀ ਇਹ ਸੀ ਉਹਨਾਂ ਦੀ। ਇਹ ਰਾਣਾ ਸੰਘਾ ਹੋਏ ਰਾਜਸਥਾਨ ਤੋਂ, ਇੱਕ ਬੜਾ ਵੱਡੇ ਵੀਰ ਯੋਧਾ, ਬਿਲਕੁਲ ਰਾਜਪੂਤ। ਜਦੋਂ ਉਹਨਾਂ ਨੂੰ ਡਿਸਲੋਜ ਕੀਤਾ ਗਿਆ ਨਾ ਮੁਗਲਾਂ ਨੇ, ਉਹਨਾਂ ਦਾ ਜਿਹੜਾ ਪੂਰਾ ਕਲੈਨ ਸੀ ਉਹ ਮਤਲਬ ਕਿ ਇੱਕ ਤਰ੍ਹਾਂ ਦਾ ਜਿਹਨੇ ਕਹਿੰਦੇ ਰਿਵੋਲਟ ਅਗੇਂਸਟ ਸਟੇਟ ਬਣ ਗਿਆ ਤੇ ਉਹ ਖਾਨਾ ਬਦੋਸ਼ ਹੋ ਗਏ। ਅੱਛਾ ਜੀ। ਅੱਛਾ, ਉਹ ਕਲੈਨ ਤੁਸੀਂ ਦੇਖੋ ਕਿ ਜਿੰਨੇ ਵੀ ਇੰਡੀਆ 'ਚ ਖਾਨਾ ਬਦੋਸ਼ ਨੇ, ਰਾਜਸਥਾਨ ਓਰੀਜਨ ਦੇ ਲੱਗਦੇ ਨੇ। ਉਹਨਾਂ ਦੀਆਂ ਲੇਡੀਜ਼ ਦੇ ਡਰੈਸ ਅਪ ਦੇਖੋ, ਉਹ ਬੇਸਿਕਲੀ ਉਹੀ ਨੇ ਜਿਹੜੇ ਉਹ ਕਲੈਨ ਉਸ ਟਾਈਮ, ਉਹਨਾਂ ਦੀ ਸੰਖਿਆ ਕੋਈ 1500 ਸੀ, ਉਹ ਸੰਖਿਆ ਵੱਧ ਕੇ ਉਹ ਖਾਨਾ ਬਦੋਸ਼ ਵਿੱਚ ਡਿਫਰੈਂਟ ਜਗ੍ਹਾ ਤੇ ਚਲੇ, ਘਰ ਵਾਪਸ ਨਹੀਂ ਆਏ। ਅੱਛਾ, ਜਦੋਂ 1947 'ਚ ਆਜ਼ਾਦ ਹੋਇਆ ਇੰਡੀਆ, ਪੰਡਿਤ ਨਹਿਰੂ ਨੇ ਉਹਨਾਂ ਨੂੰ ਖਾਨਾ ਬਦੋਸ਼ਾਂ ਨੂੰ ਅਪੀਲ ਕੀਤੀ ਸੀ ਕਿ ਹੁਣ ਰਾਜ ਆਪਣਾ ਆ ਗਿਆ। ਉਹਨਾਂ ਨੂੰ ਇਹ ਸੀ ਕਿ ਅਸੀਂ ਉਦੋਂ ਤੱਕ ਮਤਲਬ ਕਿ ਖਾਨਾ ਬਦੋਸ਼ ਰਹਿਣਾ ਜਦੋਂ ਤੱਕ ਰਾਜ ਸਾਡਾ ਨਹੀਂ ਹੋਏਗਾ। ਉਦੋਂ ਪੰਡਿਤ ਨਹਿਰੂ ਨੇ ਅਪੀਲ ਕੀਤੀ ਸੀ ਉਹਨਾਂ ਨੂੰ, ਜਿਹੜੇ ਰਾਣਾ ਸੰਘਾ ਦੇ ਡਿਸੈਂਡੈਂਟ ਨੂੰ, ਤੁਸੀਂ ਹੁਣ ਖਾਨਾ ਬਦੋਸ਼ ਨਾ ਰਹੋ, ਤੁਹਾਡਾ ਰਾਜ ਆ ਗਿਆ, ਹੁਣ ਕੰਟਰੀ ਆਜ਼ਾਦ ਹੋ ਗਈ, ਹੁਣ ਤੁਸੀਂ ਵਾਪਸ ਆ ਜਾਓ। ਇਹ ਸਫਰਨਾਮਾ ਜੇ ਇਹ ਜ਼ਿਕਰ ਆਇਆ ਸੀ, ਮੈਂ ਇਸ ਕਰਕੇ ਤੁਸੀਂ ਅੱਜ ਗੱਲ ਕੀਤੀ ਤੇ ਮੈਨੂੰ ਯਾਦ ਆ ਗਈ ਉਹ ਗੱਲ, ਮੈਂ ਸੋਚਿਆ ਮੈਂ ਐਡ ਕਰਨਾ। ਬਿਲਕੁਲ ਤੇਜਸ ਸਾਹਿਬ, ਥੈਂਕ ਯੂ। ਓਕੇ ਜੀ, ਥੈਂਕ ਯੂ ਸੋ ਮਚ। ਮੈਂ ਡੈਂਟਿਸਟ ਬਾਰੇ ਗੱਲਬਾਤ ਕਰਦਾ। ਉਦੋਂ ਪਹਿਲਾਂ ਮੇਰੇ ਨਾਲ ਹੁਣ ਹਿਰਦਜੀਤ ਸਿੰਘ ਚਾਹਲ ਨੇ, ਤੇ ਉਹਨਾਂ ਨਾਲ ਗੱਲਬਾਤ ਕਰਨਾ ਮੈਂ ਤੁਹਾਡੀ। ਤੁਸੀਂ ਪਲੀਜ਼ ਆਪਣੀਆਂ ਕਾਲਸ ਰੈਡੀ ਰੱਖਿਓ, 10 ਮਿੰਟ ਤੋਂ ਬਾਅਦ ਮੈਂ ਤੁਹਾਡੀਆਂ ਕਾਲਸ ਲੈਣਾ ਇਸ ਦੇ ਬਾਰੇ ਜਦ ਤੱਕ, ਕਿਉਂਕਿ ਅਕਸਰ ਇਹੀ ਹੁੰਦਾ ਸ਼ੋਅ 'ਚ, ਜਦ ਮੈਂ ਪਹਿਲਾਂ ਤੁਹਾਨੂੰ ਆਵਾਜ਼ਾਂ ਮਾਰਦਾ ਜਦ ਨੂੰ ਤੁਸੀਂ ਫੋਨ ਕਰਦੇ ਹੋ, ਜਦ ਨੂੰ ਮੇਰਾ ਸਮਾਂ ਮੁੱਕ ਜਾਂਦਾ। ਸੋ ਜਦ ਤੱਕ ਤੁਸੀਂ ਆਪਣਾ ਰੈਡੀ ਕਰੋ ਵੀ ਤੁਸੀਂ ਕੀ ਕਹਿਣਾ ਅਤੇ ਮੁਸ਼ਕਿਲ ਦਾ ਹੱਲ ਕੀ ਹੈ, ਜਦ ਤੱਕ ਮੈਂ ਆਰਗੈਨਿਕ ਵੇਅਰ ਹਾਊਸ ਤੋਂ ਹਿਰਦਜੀਤ ਸਿੰਘ ਚਾਹਲ ਮੇਰੇ ਨਾਲ ਨੇ, ਉਹਨਾਂ ਨਾਲ ਗੱਲ ਕਰਦਾ। ਬਾਈ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਤੁਹਾਡੇ ਸਾਰੇ ਸਰੋਤਿਆਂ ਨੂੰ, ਸਾਰੀ ਟੀਮ ਆਰਗੈਨਿਕ ਵੇਅਰ ਹਾਊਸ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ, ਨਵਾਂ ਕੀ ਇਸ ਵਾਰ ਦੱਸਣਾ, ਇਹ ਵੀ ਗੱਲ ਆਪਾਂ, ਕਿਉਂਕਿ ਹੁਣ ਆਪਾਂ ਸੈਗਮੈਂਟ ਸ਼ੁਰੂ ਕੀਤੀ ਹੈ ਵੀ ਆਰਗੈਨਿਕ ਫੂਡ ਬਾਰੇ ਦੱਸ ਰਹੇ ਹਾਂ, ਗਰੋਸਰੀ ਬਾਰੇ ਦੱਸ ਰਹੇ ਹਾਂ, ਇਸ ਵਾਰ ਨਵਾਂ ਕੀ ਐਡ ਕਰਨਾ ਚਾਹੁੰਦੇ ਹੋ? ਨਵੀਂ ਕੋਈ ਜਿਹੜੀ ਪਿਛਲੇ 15 ਦਿਨਾਂ ਦੇ ਵਿੱਚ ਕੋਈ ਸੁਝਾਅ ਆਇਆ ਹੋਵੇ ਜਾਂ ਕੁਝ ਐਡ ਕੀਤਾ ਹੋਵੇ ਸਟੋਰ 'ਚ? ਗਿੱਲ ਸਾਹਿਬ, ਮੈਨੂੰ ਲੱਗਦਾ ਅੱਜ ਥੋੜ੍ਹਾ ਜਿਹਾ ਟਾਈਮ ਆਪਾਂ ਨਾ ਆਟੇ 'ਤੇ ਵੀ ਡਿਸਕਸ਼ਨ ਕਰਨੀ ਹੈ। ਥੋੜ੍ਹੀਆਂ ਜਿਹੀਆਂ ਹੋਰ ਚੀਜ਼ਾਂ ਪਤਾ ਲੱਗੀਆਂ, ਮੈਨੂੰ ਲੱਗਦਾ ਵੀ ਇਹ ਵਧੀਆ ਪਲੇਟਫਾਰਮ ਹੈ ਕਿ ਆਪਾਂ ਆਪਣੇ ਸਾਰੇ ਸਰੋਤਿਆਂ ਨਾਲ ਉਹ ਵੀ ਸ਼ੇਅਰ ਕਰੀਏ, ਹੈ ਨਾ। ਇੱਕ ਤਾਂ ਨਾ ਅਸੀਂ ਜਿਹੜਾ ਮੈਂ ਜਿੰਨੇ ਬੰਦੇ ਸਾਡਾ ਆਟਾ ਲੈ ਰਹੇ ਹੈ ਨਾ, ਬੜਾ ਵਧੀਆ ਇੰਜੋਏ ਕਰ ਰਿਹਾ। ਇੱਕ ਨਾ ਮਿੱਥ ਜੀ ਐਂ ਬਣੀ, ਆਟੇ 'ਚ ਕੁਛ ਨਹੀਂ ਹੈਗਾ ਯਾਰ, ਐਵੇਂ ਆ, ਹੈ ਨਾ। ਆਈ ਥਿੰਕ ਉਹ ਮਿੱਥ ਇਸ ਕਰਕੇ ਬਣ ਗਿਆ ਗਿੱਲ ਸਾਹਿਬ, ਜਿੰਨਾ ਕੁ ਮੈਨੂੰ ਸਮਝ ਆਉਂਦੀ ਹੈ ਕਿ ਆਟਾ ਘੱਟ ਗਿਆ ਰਿਹਾ ਤੇ ਮੈਦਾ ਵੱਧਦਾ ਰਿਹਾ। ਜਿਹੜੀ ਹੁਣ ਕਹਿੰਦੇ ਆ, ਜੇ ਨਾ ਮੈਂ ਥੋੜ੍ਹਾ ਜਿਹਾ ਸਟੱਡੀ ਕੀਤੀ, ਜਿਹੜਾ ਗ੍ਰੇਨ ਦੇ 3 ਪਾਰਟ ਹੁੰਦੇ ਆ, ਜਿਹੜੀ ਉਹਦੀ ਉੱਪਰਲੀ ਹਸਕ ਹੁੰਦੀ ਹੈ ਜਾਂ ਸਕਿਨ ਹੁੰਦੀ ਹੈ, ਰਾਈਟ, ਉਹਨੂੰ ਬ੍ਰੈਨ ਕਹਿੰਦੇ ਆ, ਚੋਕਰ। ਹਾਂਜੀ, ਉਹ ਸਭ ਤੋਂ ਵਧੀਆ ਪਾਰਟ ਤੇ ਨਿਊਟ੍ਰੀਸ਼ੀਅਸ ਉਹ ਹੁੰਦਾ, ਉਹ ਲਾ ਕੇ ਉਹ ਤੋਂ ਬਾਅਦ ਆਟਾ ਪੀਆ ਜਾਂਦਾ, ਰਾਈਟ। ਉਹਨੂੰ ਫਿਰ ਮੈਦਾ ਹੀ ਕਹਿ ਸਕਦੇ ਹਾਂ, ਮੈਦੇ ਵਰਗਾ ਹੀ ਹੋ ਜਾਂਦਾ ਜਦੋਂ ਤੁਸੀਂ ਉਹਦੀ ਸਕਿਨ ਲਾ ਦਿੰਦੇ ਹੋ, ਹੈ ਨਾ। ਤਾਂ ਹੀ ਜੇ ਤੁਸੀਂ ਦੇਖੋ, ਉਹ ਕਈ ਕਹਿੰਦੇ ਵੀ ਆਟਾ ਰਬੜ ਵਰਗਾ ਹੈ ਜਾਂ ਆਟਾ ਜੇ ਰੋਟੀਆਂ ਬਣਾ ਲਓ ਬਾਅਦ 'ਚ ਕਰੋ, ਤਾਂ ਹੈ ਨਹੀਂ। ਹੁਣ ਜਿੰਨਾ ਗਲੂਟਨ ਵੱਧ, ਅਗੇਨ ਇਹ ਨਾ ਬੜੀ ਸੌਖੀ ਜੀ ਕੰਮ ਹੈ, ਗੂਗਲ 'ਤੇ ਸਰਚ ਕਰੋ ਵੀ ਆਲ ਪਰਪਸ ਫਲਾਵਰ ਜਾਂ ਮੈਦਾ, ਜੇ ਮੈਦਾ ਕੰਟੈਂਟ ਜ਼ਿਆਦਾ ਹੈ, ਉਹ ਕਹਿੰਦਾ ਜੀ ਮੈਦੇ ਤੇ ਆਟੇ 'ਚ ਕੀ ਫਰਕ ਹੈ, ਕਹਿੰਦਾ ਨਿਊਟਰੀਐਂਟਸ ਕੱਢ ਲਓ ਫਿਰ ਮੈਦਾ, ਰਾਈਟ। ਸੋ ਇਹ 'ਚ ਕੋਈ ਨਿਊਟਰੀਐਂਟਸ ਹੈ ਨਹੀਂ, ਐਂਡ ਇਹ ਕਾਮਨ ਨੌਲੇਜ ਹੀ ਆ, ਆਪਾਂ ਆਮ ਇੰਨਾ ਧਿਆਨ ਨਹੀਂ ਦੇਈਦਾ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਅਸੀਂ ਇੱਥੇ ਰਹਿੰਦੇ ਆਰਗੈਨਿਕ ਸਰਟੀਫਾਈਡ ਤਾਂ ਗ੍ਰੇਨ ਹੈਗਾ ਹੀ ਹੈਗਾ, ਪਰ ਆਪਾਂ ਹੋਲ ਗ੍ਰੇਨ ਪੀਦਾ, ਉਹਦਾ ਥੋੜ੍ਹਾ ਜਿਹਾ ਜ਼ਰੂਰ ਫਰਕ ਹੈ। ਜਿਹੜਾ ਗਲੂਟਨ ਬਹੁਤ ਜ਼ਿਆਦਾ ਹੁੰਦਾ ਨਾ, ਮੈਦਾ ਜ਼ਿਆਦਾ ਹੁੰਦਾ, ਤਾਂ ਰੋਟੀ ਜੋ ਬਣਾਉਂਦੇ ਆ ਉਹ ਬੜੀ ਵਧੀਆ, ਹੋਰ ਥੋੜ੍ਹਾ ਡਿਫਰੈਂਟ ਬਣਦੀ, ਸੋਹਣੀ ਵੀ ਲੱਗਦੀ ਹੈ, ਚਿੱਟੀ ਲੱਗਦੀ ਹੈ, ਹੈ ਨਾ।
ਪਰ ਇਹਦੇ ਚਲੋ ਬਰਾਊਨ ਰੋਟੀ ਹੈ ਤੇ ਇਹ 'ਚ ਫਾਈਬਰ ਬਹੁਤ ਰਿਚ ਹੁੰਦਾ। ਜਿਵੇਂ ਕਿਵੇਂ ਐਗਜ਼ਾਮਪਲ, ਜਿਵੇਂ ਮੱਕੀ ਦੀ ਰੋਟੀ ਨਹੀਂ ਹੁੰਦੀ, ਥੋੜੀ ਜਿਹੀ ਬਣਾਉਣੀ ਔਖੀ ਹੈ ਜਾਂ ਥੋੜੀ ਭੁਰਵੀਂ ਹੁੰਦੀ ਹੈ, ਜਦੋਂ ਇਹਦੇ 'ਚ ਸਾਰਾ ਜਿਹੜਾ ਨਿਊਟ੍ਰੀਸ਼ੀਅਸ ਸਮਾਨ ਸਾਰਾ ਹੈ ਨਾ, ਤਾਂ ਰੋਟੀ ਥੋੜੀ ਜਿਹੀ ਉਵੇਂ ਬਣਦੀ ਹੈ, ਰਾਈਟ। ਅਗੇਨ ਫਰੈਸ਼ ਦਾ ਤਾਂ ਵੱਡਾ ਐਡਵਾਂਟੇਜ ਹੈ ਹੀ ਹੈ। ਥੋੜੀ ਜਿਹੀ ਨਾ ਇਨਫੋਰਮੇਸ਼ਨ ਮੈਂ ਹੋਰ ਸਰਚ ਕਰ ਰਹੇ ਸੀਗੇ, ਤੁਹਾਡੇ ਨਾਲ ਵੀ ਸ਼ੇਅਰ ਕੀਤੀ ਹੈ। ਕੋਈ ਬ੍ਰਾਂਡ ਨੇ ਉਹ 'ਤੇ ਨਾ, ਜਿਵੇਂ ਆਟੇ ਦੀ ਕਈ ਲੋਕ ਸੋਚਦੇ ਐਕਸਪਾਇਰੀ ਹੈ ਨਹੀਂ, ਕਈ ਅਸੀਂ ਬ੍ਰਾਂਡ ਲੱਭੇ ਤਾਂ ਉਹ ਕਹਿੰਦੇ ਆ ਜੀ 3 ਮਹੀਨੇ ਦੀ ਆਟੇ ਦੀ ਐਕਸਪਾਇਰੀ ਹੈ, ਰਾਈਟ। ਸੋ ਉਹੀ ਆਪਾਂ ਜੇ ਦੇਖੀਏ ਤਾਂ ਜਿਹੜਾ ਲੌਜਿਸਟਿਕਸ ਵਰਕਆਊਟ ਕਰਦਾ ਹੈ ਨਾ, ਜੇ ਇੰਡੀਆ ਤੋਂ ਆਟਾ ਉਰੇ ਆਉਂਦਾ ਹੋਣਾ ਤਾਂ ਉਹ ਤਾਂ ਆਲਮੋਸਟ ਐਕਸਪਾਇਰੀ ਡੇਟ ਦੇ ਲਾਗੇ ਹੀ ਹੁੰਦਾ ਹੋਣਾ। ਤੇ ਦੂਸਰਾ ਮਲਟੀਗ੍ਰੇਨ ਦੇ ਵੀ ਅਸੀਂ ਥੋੜੇ ਜਿਹੇ ਲੱਭੇ, ਬੜੇ ਲਿਖਿਆ ਜੀ। ਸੋ ਆਟਾ ਵਿਦ ਮਲਟੀਗ੍ਰੇਨ ਆਪਣਾ ਨਵਾਂ ਪ੍ਰੋਡਕਟ ਹੈ ਇਹ। ਆਪਾਂ ਜਿਹੜਾ ਮਲਟੀਗ੍ਰੇਨ, ਹਾਂਜੀ ਆਪਾਂ ਮਲਟੀਗ੍ਰੇਨ ਜਿਹੜਾ ਸ਼ੁਰੂ ਕੀਤਾ, ਨਹੀਂ ਇਹ ਨਹੀਂ ਜੀ, ਇਹ ਤਾਂ ਤੁਹਾਨੂੰ ਐਗਜ਼ਾਮਪਲ ਦੇ ਅਸੀਂ ਨਾ ਬ੍ਰਾਂਡ ਜਿਵੇਂ ਮਲਟੀਗ੍ਰੇਨ ਲਿਖਿਆ ਹੋਇਆ ਉਹਦੇ 'ਚ ਲਿਖਿਆ ਜੀ, ਮੈਂ ਪੜ੍ਹਨ ਲੱਗ ਗਏ ਵੀ 90.6% ਇਹਦੇ 'ਚ ਵੀਟ ਆ, ਰਾਈਟ। 0.06% ਬਲੈਕ ਚਨਾ ਹੈ। ਇਹ ਜੀ 7 ਇੰਗਰੀਡੀਐਂਟਸ ਪਾਏ ਨੇ, 1.4% ਆਹ ਹੈ ਨਾ। ਸੋ ਜੇ ਆਪਾਂ ਆਈਏ, ਆਪਾਂ ਉੱਥੇ ਦੇਖ ਸਕਦੇ ਹਾਂ। ਅਸੀਂ ਵੀ ਜਿਹੜਾ ਬਣਾਇਆ, ਤਾਂ ਹੀ ਕਹਿੰਦਾ ਵੀ ਰੋਟੀ ਦਾ ਜਿੰਨਾ ਜ਼ਿਆਦਾ ਗਲੂਟਨ ਉਹਦੇ 'ਚ, ਜਿੰਨਾ ਜ਼ਿਆਦਾ ਹੋਰ ਤਰ੍ਹਾਂ ਦੀ ਬਣਦੀ ਹੈ। ਤੇ ਆਪਾਂ ਜਿਹੜਾ ਮਲਟੀਗ੍ਰੇਨ ਹੈ ਸਾਡਾ ਅੱਧੀ ਕੁ ਵੀਟ ਹੈ ਜੀ, ਬਾਕੀ ਸਾਰੇ ਪ੍ਰੋਡਕਟ ਜਿਹੜਾ ਬਾਜਰਾ ਉਹ ਸਾਰੇ ਮਿਲਾ ਕੇ ਅੱਧੇ ਹੈਗੇ ਆ। ਅਸੀਂ ਉੱਥੇ ਬਿਲਕੁਲ ਨਾ ਗਲਾਸ 'ਚ ਪਾ ਕੇ ਰੱਖਿਆ ਵੀ ਕਿਹੜੀ ਕਿਹੜੀ ਚੀਜ਼ ਕਿੰਨੀ ਪਾਈ ਹੈ, ਉਹ ਦੇਖ ਸਕਦੇ ਹੋ ਸਾਹਮਣੇ। ਹਾਂਜੀ। ਸੋ ਬੇਸਿਕਲੀ ਤੁਹਾਡੇ ਵਾਲੇ ਆਟੇ ਦੇ ਵਿੱਚ ਕੀ ਆ ਹੁਣ, ਜੇ ਆਪਾਂ ਦੱਸਣਾ ਹੋਵੇ? ਜਿਵੇਂ ਹੁਣ ਮਲਟੀਗ੍ਰੇਨ ਦੀ ਗੱਲ ਕਰੀਏ ਜੀ, ਮਲਟੀਗ੍ਰੇਨ 'ਚ ਜੀ ਬਾਜਰਾ ਵਿੱਚ ਪਾਇਆ ਹੁੰਦਾ, ਜਿਹੜਾ ਛੋਲਿਆਂ ਦਾ ਆਟਾ ਹੈ, ਕਾਲੇ ਚਨੇ ਇਹ ਪਾਏ ਹੁੰਦੇ ਆ, ਇੱਕ ਪ੍ਰੋਡਕਟ ਹੋਰ ਹੈ ਸੋਇਆ, ਹਾਂਜੀ ਥੋੜਾ ਸੋਇਆ ਪਾਇਆ ਹੁੰਦਾ, ਥੋੜਾ ਮੱਕੀ ਵੀ ਵਿੱਚ ਪਾਈ ਦੀ ਹੈ ਨਾ। ਸੋ ਤੇ ਕਣਕ ਦੀ ਕਿੰਨੀ ਕੰਟੈਂਟ? ਕਣਕ ਦੀ 50% 50% ਦੂਜੇ ਅਨਾਜ ਦੀ। ਹਾਂਜੀ। ਮੈਂ ਰਾਤ ਇੱਕ ਸੁਣ ਰਿਹਾ ਸੀ ਵੀ ਸਾਡੇ ਸ਼ੱਕਰ ਰੋਗ ਦਾ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਉਹ ਆਹ ਬੇਰੜੀ ਕਣਕ ਆ, ਜਿਹੜੀ GM ਕਣਕ ਹੈ, ਉਹ ਸਾਡੇ ਸ਼ੱਕਰ ਰੋਗ ਲਈ, ਸਾਡੇ ਜਿਹੜਾ ਡਾਇਬੈਟਿਕ ਨੇ, ਜਿਹਨੂੰ ਡਾਇਬਟੀਜ਼ ਹੋ ਰਹੀ ਆ, ਉਹਦਾ ਕਣਕ ਬਹੁਤ ਵੱਡਾ ਕਾਰਨ ਹੈ। ਡਾਕਟਰ ਇੱਕ ਆਯੁਰਵੇਦ ਦਾ ਦੱਸ ਰਿਹਾ ਸੀ ਵੀ ਅੱਜ ਕਣਕ ਆਪਣੇ ਖਾਣੇ 'ਚੋਂ ਮੰਨਫੀ ਕਰ ਦਿਓ ਤੇ ਸ਼ੂਗਰ ਤੁਹਾਡਾ ਠੀਕ ਹੋ ਜਾਵੇ। ਗਿੱਲ ਸਾਹਿਬ, ਇਹ ਤੁਸੀਂ ਬੜੀ ਵਧੀਆ ਗੱਲ ਕੀਤੀ। ਅਗੇਨ ਮੈਂ ਐਕਸਪਰਟ ਨਹੀਂ ਹੈਗਾ, ਪਰ ਜਿੰਨਾ ਕੁ ਮੈਂ ਪੜ੍ਹਦਾ, ਉਹ ਕਹਿੰਦੇ ਜਦੋਂ ਜੈਨੇਟਿਕਲੀ ਮੋਡੀਫਾਈਡ ਕਣਕ ਹੈ ਨਾ ਜੀ, ਇਹਨੂੰ ਵਧੀਆ ਬਣਾਉਣ ਲਈ ਇਹਦੇ 'ਚ ਸਟਾਰਚ ਵੱਧਦਾ ਗਿਆ ਤਾਂ ਡੈਫੀਨੇਟਲੀ ਹੈ ਨਾ, ਇਹ 'ਚ ਜਿਹੜੀ ਸ਼ੂਗਰ ਕੰਟੈਂਟ ਹੈ ਵੱਧਦੀ ਗਈ। ਤਾਂ ਹੀ ਮੈਂ ਕਰੂੰਗਾ ਇੱਕ ਨਾ, ਅਗੇਨ ਸਾਡੇ ਕਸਟਮਰ ਬਹੁਤ ਸਿਆਣੇ ਸਾਨੂੰ ਬੜਾ ਏਕੋਰਨ ਇੱਕ ਆਟਾ ਜੀ, ਏਕੋਰਨ ਬੜੀ ਬਰੀਕ ਦਾਣੇ ਉਹਦੇ, ਉਹ ਕਹਿੰਦੇ ਉਹਨੂੰ ਐਂਸ਼ੀਐਂਟ ਗ੍ਰੇਨ ਕਿਹਾ ਜਾਂਦਾ, ਕਹਿੰਦੇ 10,000 ਸਾਲ ਪੁਰਾਣੀ ਹੈ, ਬੜੀ ਬਰੀਕ ਹੈ। ਉਹਨੂੰ ਪੀਓ ਤਾਂ ਉਹਦੇ 'ਚ ਨਾ ਇਹ ਕੰਟੈਂਟ ਬਹੁਤ ਘੱਟ ਹੈ। ਮੈਂ ਰਾਤ ਆਨਲਾਈਨ ਪੜ੍ਹ ਰਿਹਾ ਸੀ, ਕਹਿੰਦੇ ਮੈਂ ਨਹੀਂ ਸੁਜੈਸਟ ਕਰਦਾ, ਫਿਰ ਸਾਰੇ ਸਰੋਤਿਆਂ ਨੂੰ ਕਹਿੰਦੇ ਵੀ ਆਪਣੇ ਡਾਕਟਰਸ ਜਾਂ ਨੈਚੁਰੋਪੈਥ ਨੂੰ ਪੁੱਛੋ। ਉਹ ਕਹਿੰਦੇ ਜਿਹੜੇ ਕਹਿੰਦੇ ਨਾ ਅੱਜ ਕੱਲ੍ਹ ਵੀਟ ਤੋਂ ਬੜੀ ਐਲਰਜੀ ਹੋ ਜਾਂਦੀ ਹੈ ਜੀ ਫਲਾਣੀ, ਉਹ ਕਹਿੰਦੇ ਮੋਸਟਲੀ ਜੇ ਇਹ ਕਣਕ, ਏਕੋਰਨ ਜਾਂ ਖੁਰਾਸਨ ਜੇ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਉਹਦੇ 'ਚ ਪ੍ਰੋਬਲਮ ਨਹੀਂ ਹੁੰਦੀ। ਪਰ ਡੈਫੀਨੇਟਲੀ ਤੁਸੀਂ ਆਪਣੇ ਡਾਕਟਰ ਜਾਂ ਉਹਨੂੰ ਕੰਸਲਟ ਕਰਕੇ ਲਿਓ। ਪਰ ਜੇ ਉਹ ਪੜ੍ਹਦੇ ਹੋ, ਉਹ ਰੌਲਾ ਉਹੀ ਹੈ ਜੀ, ਉਹ 'ਚ ਸ਼ੂਗਰ ਕੰਟੈਂਟ ਬਹੁਤ ਲੋ ਹੈ, ਇਹ ਬੜੇ ਹਾਈ ਰਿਚ ਹੈ। ਜਿਹੜਾ ਏਂਸ਼ੀਐਂਟ ਗ੍ਰੇਨ ਹੈ ਨਾ, ਜਿਹੜਾ ਸਾਨੂੰ ਕੁਦਰਤ ਨੇ ਦਿੱਤਾ, ਖੁਰਾਸਨ ਵੀ ਇੱਕ ਬਹੁਤ ਪੁਰਾਣੀ ਹੈ, ਉਹ ਸਾਡੇ ਕੋਲ ਬੜੀ ਪੋਪੂਲਰ ਹੈ। ਉਹਨੂੰ ਕਿਸੇ ਨੇ ਰਜਿਸਟਰ ਕਰਾਇਆ ਤਾਂ ਉਹਨੂੰ ਕਮੂਤ ਵੀ ਕਹਿ ਦਿੰਦੇ ਆ, ਕਮੂਤ ਫਲਾਵਰ ਜਾਂ ਥਿੰਗ। ਉਹਨਾਂ 'ਚ ਇਹ ਸਾਰੀਆਂ ਬੜੀਆਂ ਵਧੀਆ ਬਣੇ, ਵੈਰੀ ਰਿਚ ਸੋਰਸ ਆਫ ਪ੍ਰੋਟੀਨ ਐਂਡ ਆਲ ਦੈਟ। ਸੋ ਜੇ ਹੁਣ ਤੁਸੀਂ ਸੱਚੀ ਪੁੱਛੋ, ਕਸਟਮਰ ਅੱਜ ਕੱਲ੍ਹ ਇੰਨਾ ਕੁ ਅਵੇਅਰ ਹੈ, ਸਾਡੀ ਰੈਗੂਲਰ ਕਣਕ ਨਾਲੋਂ ਖੁਰਾਸਨ ਜਿਹੜੀ ਹੈ ਉਹ ਬਹੁਤ ਵਿਕਦੀ ਹੈ ਸਟੋਰ। ਖੁਰਾਸਨ ਦਾ ਏਰੀਆ ਜਿਹੜਾ ਅਫਗਾਨਿਸਤਾਨ ਤੇ ਈਰਾਨ ਦਾ ਏਰੀਆ, ਉੱਥੋਂ ਸ਼ੁਰੂ ਹੋਈ ਆ। ਹਾਂਜੀ, ਉੱਥੋਂ ਗਿੱਲ ਸਾਹਿਬ ਤੁਸੀਂ ਵੀ ਰਿਸਰਚ ਕਰਦੇ ਰਹਿੰਦੇ ਹੋ, ਉੱਥੋਂ ਇਹ ਸ਼ੁਰੂਆਤ ਹੋਈ ਆ। ਉੱਥੋਂ ਹੀ ਵਾਰੀਅਰ ਆਪਣੇ ਪੁਰਾਣੇ ਇਤਿਹਾਸ ਦੇ ਵਿੱਚ ਰਤਨ ਸਿੰਘ ਭੰਗੂ ਉਹਨਾਂ ਨੇ ਵੀ ਲਿਖਿਆ ਵੀ ਖੁਰਾਸਨ ਤੋਂ, ਕਾਬਲ ਤੋਂ ਇੱਕ ਆਊਗਾ ਬੰਦਾ ਮੁਗਲਾਂ ਦਾ, ਤੇ ਉਹ ਆ ਕੇ ਚੜ੍ਹਤ ਕਰਕੇ, ਉਹ ਮੈਂ ਫਰੇਜ਼ ਭੁੱਲ ਗਿਆ। ਸੋ ਖੁਰਾਸਨ ਦਾ ਏਰੀਆ, ਉਹ ਖੁਰਾਸਨ ਦਾ ਏਰੀਆ ਜਿਹੜਾ ਤੁਸੀਂ, ਬੇਸਿਕਲੀ ਆਪਾਂ ਬਹੁਤ ਰਿਚ ਧਰਤੀ ਤੋਂ ਆਇਆ, ਕਿਉਂਕਿ ਸਾਡੀ ਲੈਂਡ ਜਿਹੜੀ ਐਡੀ ਫਰਟਾਈਲ ਲੈਂਡ ਸੀ, ਉੱਥੋਂ ਇਹ ਅਨਾਜ ਜਿਹੜੇ ਆਏ ਨੇ। ਤੇ ਤੁਹਾਡੇ ਮੇਰੇ ਤੋਂ ਪਹਿਲਾਂ ਸਾਡੇ ਬਜ਼ੁਰਗ ਜਿਹੜੇ ਦੇਸੀ ਕਣਕ ਖਾਂਦੇ ਸੀ, ਜਿਹੜੀ ਆ ਸੋ ਕਾਲਡ ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ ਜਿਹੜੀ ਦੇਸੀ ਕਣਕ ਸੀ, ਲੰਮੀ ਬਹੁਤ ਹੁੰਦੀ, ਉਹ ਜਿੰਨਾ ਚਿਰ ਪੰਜਾਬ 'ਚ ਰਹੀ ਆ ਚਾਲ ਸਾਹਿਬ, ਕੋਈ ਬਿਮਾਰੀ ਨਹੀਂ ਰਹੀ। ਇਹ ਸੱਚ ਗੱਲ ਆ। ਇਹ ਠੀਕ ਤੁਸੀਂ ਕਹਿ ਰਹੇ ਹੋ ਜੀ। ਮੈਂ ਕੱਲ ਇਹ ਵੀ ਪੜ੍ਹਿਆ, ਉਹ ਕਹਿੰਦੇ ਵੀ ਜਿਹੜੀਆਂ ਜੈਨੇਟਿਕਲੀ ਮੋਡੀਫਾਈਡ ਕਣਕਾਂ ਨੇ ਸ਼ਾਰਟ ਹੁੰਦੀਆਂ, ਪਹਿਲੀਆਂ ਬੜੀਆਂ ਲੰਬੀਆਂ ਸੀ, ਸ਼ਾਰਟ ਹੁੰਦੀਆਂ, ਡਿੱਗਦੀਆਂ ਘੱਟ ਹੈ, ਝਾੜ ਵੱਧ ਹੈ।
ਪਰ ਉਹ ਕਹਿੰਦਾ ਵੀ ਜੇ ਇਹਨਾਂ 'ਚ ਮੈਗਨੀਸ਼ੀਅਮ ਕੰਟੈਂਟ, ਕੈਲਸ਼ੀਅਮ ਕੰਟੈਂਟ ਦੇਖੀਏ ਤਾਂ ਜਿਹੜੀਆਂ ਆਹ ਆਪਣੀ ਖੁਰਾਸਨ ਹੈ ਜਾਂ ਆਪਣੀ ਏਕੌਰਨ ਹੈ, ਇਹਨਾਂ ਤੋਂ ਬਹੁਤ ਘੱਟ ਹੈ। ਉਹਨੇ ਇਹ ਵੀ ਕਿਹਾ, ਕਹਿੰਦਾ ਕਿਉਂਕਿ ਉਹ ਛੋਟੀਆਂ ਰਹਿੰਦੀਆਂ, ਉਹਨਾਂ ਨੂੰ ਇੰਨੀ ਸਨਲਾਈਟ ਨਹੀਂ ਮਿਲਦੀ ਜਿੰਨੀ ਕਿ ਲੰਬੀਆਂ ਕਣਕਾਂ ਨੂੰ ਮਿਲਦੀ ਸੀ, ਹਨਾ। ਬੜੀ ਵਧੀਆ ਉਹ ਉਹਨਾਂ ਨੇ ਦੱਸਿਆ ਵੀ ਜਿਹੜੇ ਨਿਊਟ੍ਰੀਐਂਟਸ ਹੈ ਇਹਨਾਂ 'ਚ ਜ਼ਿਆਦਾ। ਸੋ ਹੁਣ ਆਟਾ ਜਿਹੜਾ ਆਪਾਂ ਬਣਾਇਆ ਆਪਣਾ ਬ੍ਰਾਂਡ, ਉਹਦੀ ਪੈਕੇਜ ਕਿੱਡੀ ਕੁ ਹੈ, ਉਹਦਾ ਪੈਕੇਜ ਕਿੱਡਾ ਕੁ ਹੈ, ਤੇ ਉਹ ਹੁਣ ਆਪਣੇ ਕੋਲ ਕਿੰਨੇ ਕਿਸਮ ਦਾ ਆਟਾ ਜਿਹੜਾ ਆਪਣੇ ਵੇਅਰ ਹਾਊਸ 'ਚ? ਆਪਣੇ ਕੋਲ ਜੀ ਹੁਣ 7-8 ਕਿਸਮ ਦੇ ਆਟੇ ਹੈਗੇ ਆ, ਹਨਾ। ਤੇ ਮੋਸਟ ਪਪੂਲਰ ਕਿਹੜਾ ਹੁਣ? ਕਬੂਤ? ਮੋਸਟ ਪੇਪਰ, ਹਾਂਜੀ, ਖੁਰਾਸਨ ਹੀ ਹੈ, ਰਾਈਟ, ਖੁਰਾਸਨ। ਕਮੂਤ ਪਪੂਲਰਲੀ ਨੌਨ ਹੁੰਦਾ, ਪਰ ਮੈਂ ਇਹ ਵੀ ਕਿਹਾ, ਮੈਂ ਕਿਹਾ ਚਲੋ ਹੁਣ ਤੁਹਾਡੇ ਨਾਲ ਗੱਲ ਕਰਦਾ ਤਾਂ ਸਾਰਿਆਂ ਨੂੰ ਦੱਸੀਏ ਖੁਰਾਸਨ ਹੈ ਐਕਚੁਅਲੀ, ਰਾਈਟ, ਖੁਰਾਸਨ ਹੀ ਹੈ। ਪਰ ਯੈਸ, ਉਹ ਕਿਸੇ ਇੱਕ ਬੰਦੇ ਨੇ ਰਜਿਸਟਰ ਕਰਾ ਲਿਆ ਸੀ, ਉਹ ਕਮੂਤ ਕਹਿਣ ਲੱਗ ਗਏ ਤਾਂ ਪਪੂਲਰਲੀ ਨੋਨ ਐਸ ਕਮੂਤ। ਇਹ ਬਹੁਤ ਪਪੂਲਰ ਹੈ। ਫਿਰ ਕਿਸੇ ਨੇ ਆ ਏਕੌਰਨ ਵੀ, ਸਾਨੂੰ ਸਾਡਾ ਐਵੇਂ ਕਹੀਏ ਜਿਹਨੂੰ ਕਹਿੰਦੇ ਨਾ ਕਸਟਮਰੀ ਰੱਬ ਵਾਂਗੂ ਬੋੜਦੇ, ਉਹ ਦੱਸਦੇ ਆ ਜੀ ਰਿਸਰਚ ਕਰਕੇ ਆ ਲੈ ਕੇ ਆਓ, ਤੇ ਫਿਰ ਅਸੀਂ ਜ਼ੋਰ ਬੜਾ ਲਾਈਦਾ। ਆ ਏਕੌਰਨ ਵੀ ਸਾਡੇ ਕੋਲ ਆ ਗਿਆ ਜੀ ਆਟਾ, ਉਹ ਵੀ ਲਿਆ ਰਹੇ ਹਾਂ। ਮੱਕੀ ਦਾ ਆਪਣੇ ਕੋਲ ਆਟਾ ਹੈ, ਬਾਜਰੇ ਦਾ ਆਪਣਾ ਕੋਲ ਆਟਾ ਹੈ ਜਿਨ੍ਹਾਂ ਕੋਲ ਸ਼ੌਕ ਹੈ। ਜਿਹੜੀ ਰੈਗੂਲਰ ਕਣਕ ਦਾ ਤਾਂ ਆਟਾ ਦੁਰਮ ਦਾ ਵੀ ਹੈਗਾ, ਹੈ ਨਾ। ਪਰ ਮੈਂ ਉਹੀ ਕਹਿ ਰਿਹਾ ਕਿ ਜੇ ਮੈਂ ਇਹ ਸੋਚਦਾ ਸੀ ਵੀ ਆਟੇ ਦਾ ਸਾਡੀ ਕਮਿਊਨਿਟੀ 'ਚ ਆਪਾਂ ਆਟਾ ਵਾਹਵਾ ਖਾਈਦਾ, ਤੇ ਜੇ ਆਟਾ ਖਾਂਦੇ ਹਾਂ ਤਾਂ ਮੇਰੇ ਹਿਸਾਬ ਨਾਲ ਜੇ ਥੋੜ੍ਹਾ ਜਿਹਾ ਰਿਸਰਚ ਕਰੋ, ਥੋੜ੍ਹਾ ਜਿਹਾ ਪੜ੍ਹੋ ਇਹਦੇ ਬਾਰੇ, ਤੇ ਇਹ ਜੇ ਆਪਾਂ ਰੂਟੀਨ 'ਚ ਕਰ ਲਈਏ। ਇੱਕ ਲੇਡੀਜ਼ ਬਹੁਤੇ ਆਪਣੇ ਬਣਾਉਂਦੀ ਆ, ਉਹਨਾਂ ਨੂੰ ਇੱਕ ਬੇਨਤੀ ਹੈ ਵੀ ਥੋੜ੍ਹਾ ਜਿਹਾ ਹੋ ਸਕਦਾ ਜ਼ੋਰ ਵੱਧ ਲੱਗੇ ਇਹਦੀਆਂ ਰੋਟੀਆਂ ਬਣਾਉਣ ਨੂੰ, ਉਹਦੀ ਸ਼ਾਇਦ ਥੋੜ੍ਹੀ ਸੌਖੀ ਬਣ ਜਾਂਦੀ ਹੋਵੇ। ਉਹ ਜ਼ਰੂਰ ਮਿਹਨਤ ਕਰੋ ਤੇ ਨਿਆਣਿਆਂ ਨੂੰ ਖਵਾਓ, ਬੱਚੇ ਜ਼ਰੂਰ ਲਾਈਕ ਕਰਨਗੇ। ਐਡਮਿੰਟਨ ਤੋਂ ਮੈਸੇਜ ਹੈ ਜੀ, ਜਿਹੜਾ ਗਲੂਟਨ ਫ੍ਰੀ ਦੀ ਉਹ ਗੱਲ ਆਪਾਂ ਕਰ ਰਹੇ ਹਾਂ ਬੇਸਿਕਲੀ ਆਟੇ ਦੀ, ਤੇ ਐਡਮਿੰਟਨ ਹੁਣ ਆਪਣਾ ਕੀ ਹੋ ਸਕਦਾ? ਹੁਣੇ ਹੀ ਐਡਮਿੰਟਨ ਤੋਂ ਮੈਸੇਜ ਆਇਆ। ਠੀਕ ਹੈ, ਗੱਲ ਸਾਹਿਬ ਦੱਸ ਦਿਓ, ਆਪਾਂ ਦੇਖਦੇ ਹਾਂ ਆਫ 에ਅਰ ਕਰਕੇ ਵੀ ਕਿਵੇਂ ਆਪਾਂ ਕੁਝ ਅਰੇਂਜ ਕਰ ਦਿੰਦੇ ਹਾਂ, ਮੈਂ ਤੁਹਾਡਾ ਫੋਨ ਦੇ ਦਾਂਗਾ। ਠੀਕ ਹੈ ਜੀ। ਅੱਛਾ, ਹੋਰ ਕੀ? ਅੱਛਾ, ਇੱਕ ਗੱਲ ਦਾ ਮੈਨੂੰ ਫਿਰ ਇਹਦਾ ਮਤਲਬ ਕਮਿਊਨਿਟੀ ਜਿਹੜੀ ਆਪਣੇ ਨਾਲ ਐਨਰੋਲ ਹੋ ਗਈ, ਜਿਹੜਾ ਆ ਕੇ ਦੱਸਦੇ ਆ, ਪਹਿਲੀ ਤਾਂ ਗੱਲ ਖਰੀਦਣ ਦੀ ਗੱਲ ਜੈਸ ਹੋ ਗਈ, ਬਈ ਇਹ ਮਹਿੰਗਾ ਨਹੀਂ, ਅਸੀਂ ਖਰੀਦਾਂਗੇ ਹੁਣ, ਤੇ ਇਹਦੇ 'ਚ ਆ ਕੇ ਨਵੇਂ ਆਈਡੀਏ ਜਿਹੜੇ ਦੇਣੇ ਨੇ, ਇਹਦਾ ਮਤਲਬ ਫਿਰ ਆਪਣਾ ਕੰਮ ਹੋ ਰਿਹਾ। ਹਾਂਜੀ, ਬਹੁਤ ਵਧੀਆ ਗੱਲ ਸਾਹਿਬ। ਪਤਾ ਕੀ, ਇਹ ਤੋਂ ਬੜਾ ਵਧੀਆ ਜੀ ਲੱਗਦਾ ਐਕਚੁਅਲੀ, ਟਾਈਮ ਲੱਗਦਾ ਕਿੰਨਾ ਕੀ ਲਿਆਈ। ਇੱਕ ਮੈਂ ਹੋਰ ਬੜੇ ਪਿਆਰੀਆਂ ਗੱਲਾਂ, ਕੱਲ ਕਿਸੇ ਕਸਟਮਰ ਨੇ ਕਾਲ ਕੀਤਾ, ਕਹਿੰਦੇ ਹਿਰਦੇਜੀਤ, ਕਹਿੰਦੇ ਮੈਂ ਆਪਣੇ ਘਰੋਂ ਆਪਣੀ ਭੈਣ ਦੇ ਘਰੋਂ ਚੀਨੀਆਂ ਸੁੱਟਦੀਆਂ, ਬਿਲਕੁਲ, ਤੇ ਨਾ ਤੁਹਾਡੀ ਸ਼ੱਕਰ ਆਈ ਹੈ ਤੇ ਨਾ ਤੁਹਾਡੀ ਗੁੜ ਆਇਆ। ਅੱਛਾ, ਤੇ ਮੈਂ ਅੱਜ ਔਨ 에ਅਰ ਮਾਫੀ ਮੰਗਦਾ ਜੀ, ਸਾਡਾ ਗੈਪ ਹੋ ਗਿਆ ਕਿਉਂਕਿ ਸਪਲਾਇਰ ਦੇ ਕੁਛ ਨਾ, ਗੱਲ ਸਾਹਿਬ ਤੁਹਾਨੂੰ ਪਤਾ ਹੋਣਾ, ਕੰਟੇਨਰਸ ਦੀ ਬੜੀ ਸ਼ਾਰਟੇਜ ਹੋਈ ਪਈ ਹੁਣ, ਚਾਈਨਾ ਕੰਟੇਨਰ ਲੋਕਲ ਦੂਜੇ ਕਨਵੈਨਸ਼ਨਲ ਸਟੋਰਾਂ 'ਚ ਵੀ ਆਪਣੇ 'ਚ ਹੈ ਨਹੀਂ, ਇਹ ਵੀ ਹਾਂਜੀ। ਪਰ ਐਨੀਵੇ ਸਾਡਾ ਆਰਗੈਨਿਕ ਦਾ ਕੰਟੇਨਰ ਉਰੇ ਆਇਆ, ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਸਾਡੇ ਕੋਲ ਕਦੋਂ ਹੋਊਗਾ, ਪਰ ਜਦੋਂ ਵੀ ਹੋਏਗਾ ਮੈਂ ਅੱਜ ਸਰੋਤਿਆਂ ਨੂੰ ਕਹਿੰਦਾ ਅਸੀਂ ਇਸ ਪਲੇਟਫਾਰਮ ਤੋਂ ਵੀ ਦੱਸ ਦਾਂਗੇ ਸਾਡੇ ਕੋਲ ਆ ਗਿਆ। ਐਂਡ ਸੌਰੀ ਜੀ, ਉਹ ਜ਼ਰੂਰ ਗੈਪ ਹੋ ਗਿਆ ਅਵੇਲੇਬਿਲਿਟੀ ਦਾ। ਤੇ ਮੈਨੂੰ ਬੜਾ ਵਧੀਆ ਸਵਾਲ ਆਇਆ, ਭੈਣ ਜੀ ਕਹਿੰਦੇ ਇੱਕ ਤਾਂ ਮੈਂ ਸਾਰੇ ਟੱਬਰ ਦੇ ਚੀਨੀਆਂ ਸਟਾਤੀਆਂ, ਹੁਣ ਤੇਰੀ ਸ਼ੱਕਰ ਕਿੱਥੇ ਮੁੰਡਿਆ। ਸੋ ਆਰਗੈਨਿਕ ਵੇਅਰ ਹਾਊਸ ਜਿਹੜਾ ਹੁਣ ਆਰਗੈਨਿਕ ਜਿਹੜਾ ਗੁੜ ਹੋਣਾ, ਉਹਦੀ ਫਿਰ ਕੀ ਆਪਾਂ ਪੰਜਾਬ ਤੋਂ ਲਿਆ ਰਹੇ? ਅਗੇਨ ਗਿਲ ਸਾਹਿਬ, ਜਿਹੜਾ ਮੈਂ ਕਿਹਾ ਸੀ, ਇਹ ਨਾ ਅੰਮ੍ਰਿਤ ਬ੍ਰਾਂਡ 'ਚ ਆ ਰਿਹਾ, ਉਹ ਸਰਟੀਫਾਈ ਕਰਾਉਂਦੇ ਆ ਸਾਰਾ, ਹਨਾ, ਆ ਰਿਹਾ ਪੰਜਾਬ ਤੋਂ। ਇਹ ਮੇਰੇ ਖਿਆਲ ਪਤਾ ਨਹੀਂ ਉਹਨਾਂ ਨੇ ਰਾਜਸਥਾਨ ਤੋਂ ਬਣਾਇਆ ਕਿ ਕਿੱਥੋਂ, ਮੈਂ ਇਹ ਨਹੀਂ ਪੁੱਛਿਆ, ਪਰ ਡੈਫੀਨਿਟਲੀ ਆਰਗੈਨਿਕ ਸਰਟੀਫਾਈਡ ਹੈ। ਸੋ ਪਹਿਲਾਂ ਅੰਮ੍ਰਿਤ ਬ੍ਰਾਂਡ 'ਚ, ਹਾਂਜੀ, ਪਹਿਲਾਂ ਲੈ ਕੇ ਗਏ ਲੋਕ, ਤਾਂ ਹੀ ਤਾਂ ਕਹਿੰਦੇ ਉੱਥੋਂ ਕਹਿੰਦੇ ਆਦਤ ਪਾਤੀ, ਹੁਣ ਸਾਡੇ ਕੋਲ ਅਵੇਲੇਬਿਲਿਟੀ ਹੈ। ਸ਼ੱਕਰ ਵੀ ਵੈਰੀ ਗੁੱਡ। ਸੋ ਤੇ ਇਹ 2-3 ਚੀਜ਼ਾਂ ਜੀ, ਆਟਾ ਮੈਂ ਮੈਦੇ ਨੂੰ ਤੇ ਚੀਨੀ ਨੂੰ ਕਹਿਣਾ ਯਾਰ ਘਰੋਂ ਕੱਢ ਦਿਓ, ਹਾਲਾਂਕਿ ਮੈਤੋਂ ਹਲੇ ਕੱਢ ਨਹੀਂ ਹੋਈ, ਮੈਂ ਗੱਲ ਕਰਦਾ ਹਰੇ ਵੀ ਕਿਤੇ ਨਾ ਕਿਤੇ ਜਦ ਕੋਈ ਬੇਕ ਵਗੈਰਾ ਕਰਦੇ ਕੋਈ ਚੀਜ਼ਾਂ ਪੈ ਜਾਂਦੀਆਂ ਨੇ, ਪਰ ਇਵੈਂਚੁਅਲੀ ਇਹਨੂੰ ਇੱਥੇ ਆਉਣਾ ਪੈਣਾ ਬਹੁਤ ਔਖਾ। ਜਿਹੜੇ ਨਾ ਸਰੀਰਕ ਰੋਗ ਨੇ ਭਾਜੀ, ਸੀਲਿਕ ਡਿਜ਼ੀਜ਼ ਨੇ ਜਿਹੜੇ, ਇਹ ਸਾਰੇ ਮੇਰੇ ਖਿਆਲ ਮੈਦੇ ਨਾਲ ਹੀ ਸ਼ੁਰੂ ਹੈ, ਪਰ ਮੈਦਾ ਟੇਸਟ ਥੋੜਾ ਠੀਕ ਹੋਣਾ ਜਾਂ ਨਹੀਂ। ਪਰ ਮੈਂ ਉਹੀ ਕਹਿ ਰਿਹਾ ਕਿ ਜਿਵੇਂ ਮੈਂ ਪੜ੍ਹਦਾ ਸੀ ਨਾ, ਜਿਹੜੀਆਂ ਚੀਜ਼ਾਂ ਨਿਊਟ੍ਰੀਸ਼ੀਅਸ ਆ ਉਹ ਤਾਂ ਹੌਲੀ ਹੌਲੀ ਕੱਢਣ ਲੱਗੇ, ਜਾਂ ਮੈਨੂਫੈਕਚਰਿੰਗ ਜਾਂ ਕਮਰਸ਼ੀਅਲ ਸਿਆਣੀ ਹੋ ਗਈ ਵੀ ਉਹਨੂੰ ਕਿਤੇ ਹੋਰ ਯੂਜ਼ ਕਰਨ ਲੱਗੇ ਵੀ ਇਹ ਮਹਿੰਗਾ ਪਾਰਟ ਹੈ, ਵਧੀਆ ਪਾਰਟ ਹੈ, ਨਿਊਟ੍ਰੀਸ਼ੀਅਸ ਪਾਰਟ ਹੈ। ਪਰ ਆਪਣੇ ਇਹਦੇ 'ਚ ਬੜਾ ਫਾਈਬਰ ਹੁੰਦਾ, ਜਿਹੜਾ ਬਾਹਰਲਾ ਸਕਿਨ ਹੈ। ਸੋ ਇਹਨੂੰ ਜੇ ਵਿੱਚ ਹੀ ਰੱਖੋ, ਹੌਲੀ ਹੌਲੀ ਆਦਤ ਪਾ ਲਓ ਵੀ ਥੋੜ੍ਹੀਆਂ ਜਿਹੀਆਂ ਬਰਾਊਨ ਰੋਟੀਆਂ ਖਾ ਲਈਏ ਤਾਂ ਬਹੁਤ ਵਧੀਆ ਨੇ। ਦਾਲਾਂ ਦੀ ਗੱਲ ਕਰਨੀ ਚਾਹੁੰਦਾ ਮੈਂ ਤੁਹਾਡੇ ਨਾਲ। ਹਾਂਜੀ, ਦਾਲਾਂ ਜਿਹੜੀਆਂ ਬਹੁਤ ਪ੍ਰੋਟੀਨ ਰਿਚ ਆ, ਜਿਹੜੇ ਵੈਜੀਟੇਰੀਅਨ ਨੇ, ਹੁਣ ਵੈਜੀਟੇਰੀਅਨ ਤੋਂ ਅੱਗੇ ਵੀਗਨ ਚਲੇ ਗਏ, ਹੁਣ ਤਾਂ ਗਾਂ ਚਲੇਗੀ ਗੱਲ। ਤੇ ਬਹੁਤ ਜ਼ਿਆਦਾ ਛੋਲਿਆਂ ਦੀਆਂ ਦਾਲਾਂ ਦੇ ਵਿੱਚ ਬਹੁਤ ਪ੍ਰੋਟੀਨ ਆ, ਬੱਕਰੇ ਮੁਰਗਿਆਂ ਦੇ ਨਾਲੋਂ। ਜਿਹੜਾ ਖਾਂਦਾ ਕੋਈ ਗੱਲ ਨਹੀਂ, ਇਹੋ ਜਿਹੀ ਨਹੀਂ ਗੱਲ ਹੈ। ਮੈਂ ਪਾਪ ਪੁੰਨ ਵਾਲੀ ਨਹੀਂ ਕਹਾਣੀ ਹੈ, ਉਈਓ ਸਾਡੇ ਤੇ ਪਾਪ ਪੁੰਨ ਲਾਤਾ, ਪਾਪ ਪੁੰਨ ਕੋਈ ਕਹਾਣੀ ਨਹੀਂ, ਜਿਹਨੇ ਖਾਣਾ ਖਾਓ, ਨਹੀਂ ਖਾਣਾ ਨਾ ਖਾਓ। ਦਾਲਾਂ ਦਾ ਦੱਸੋ ਫਿਰ, ਕਿਹੜੀਆਂ ਦਾਲਾਂ? ਸਭ ਕਿਸਮ ਦੀ ਆਪਣੇ ਕੋਲ ਜੀ ਤਕਰੀਬਨ ਸਾਰੀਆਂ ਦਾਲਾਂ ਹੈਗੀਆਂ ਹੁਣ,
ਕੁਝ ਕੈਨੇਡਾ ਤੋਂ ਸੋਰਸ ਹੁੰਦੀਆਂ, ਕੁਝ ਇੰਡੀਆ ਤੋਂ ਵੀ ਆਉਂਦੀਆਂ, ਰਾਈਟ। ਐਂਡ ਗਿੱਲ ਸਾਹਿਬ, ਮੈਂ ਉਹੀ ਗੱਲ ਕਰਦਾ, ਹੁਣ ਲੋਕਾਂ ਨੂੰ ਇਹ ਵੀ ਪਤਾ ਲੱਗਣ ਲੱਗ ਗਿਆ ਵੀ ਕੋਈ ਬਾਹਲਾ ਲੰਬਾ ਚੌੜਾ ਫੈਕਟਰ ਹੈ ਨਹੀਂ। ਪਹਿਲਾਂ ਕਾਸਟ ਵਾਲਾ ਫੈਕਟਰ ਲੱਗਦਾ ਸੀ। ਮੈਂ ਇਹ ਦੱਸ ਦੇਣਾ ਵੀ ਅਸੀਂ ਸਾਰੀਆਂ ਨਾ $3 ਨੂੰ ਪਾਉਂਡ ਲਾਈਆਂ। ਮੈਨੂੰ ਪਤਾ ਜੇ ਕਿਤੋਂ ਨਾ ਕਿਤੋਂ ਬਹੁਤ ਸਸਤੀ ਲੱਭਣੀ ਹੋਵੇ, ਸ਼ਾਇਦ $1.5 ਨੂੰ ਵੀ ਲੱਭ ਜਾਂਦੀ ਹੋਣੀ ਹੈ, ਰਾਈਟ। ਪਰ ਗੱਲ ਉਹੀ ਹੈ ਵੀ $30 ਲਾ ਕੇ ਤੁਸੀਂ ਸਾਰੇ ਟੱਬਰ ਨੂੰ ਜੇ 20 ਪਾਉਂਡ ਖਰੀਦ ਲਈ ਦਾਲ, ਤੇ ਉਹਦੇ ਨਾਲ ਸਾਰਾ ਟੱਬਰ ਵਧੀਆ ਖਾ ਸਕਦਾ। ਜਿਵੇਂ ਹੁਣ ਤੁਸੀਂ ਬੜੀ ਚਲੋ ਇਹ ਵਧੀਆ ਗੱਲ ਕੀਤੀ ਦਾਲਾਂ ਦੀ। ਦੂਜੀ ਮੈਂ ਇੱਕ ਹੋਰ ਐਫਰਟ ਕਰਨਾ ਵੀ ਆਰਗੈਨਿਕ ਦੀਆਂ ਨਾ ਜਿਹੜੀਆਂ ਵੈਜੀਟੇਬਲਸ ਹੈ ਨਾ, ਇਹਨਾਂ ਚੀਜ਼ਾਂ ਤੇ ਵੀ ਬਹੁਤ ਜ਼ਰੂਰੀ ਹੈ। ਜਿਹੜੀ ਸਾਡੀ ਕਮਿਊਨਿਟੀ ਹੈ ਨਾ, ਮੈਨੂੰ ਐਂ ਲੱਗਦਾ ਵੀ ਅਸੀਂ ਸਬਜ਼ੀਆਂ ਇਹਨਾਂ ਚੀਜ਼ਾਂ ਥੋੜ੍ਹਾ ਜਿਹਾ ਘੱਟ ਬਲੀਵ ਕਰਦੇ ਹਾਂ, ਦਾਲਾਂ ਦੂਲਾਂ ਤਾਂ ਖਾ ਲਈਆਂ, ਪਰ ਮੈਂ ਕਹਿੰਦਾ ਉਹ ਵੀ ਬੜੀਆਂ ਵਧੀਆ ਚੀਜ਼ਾਂ ਜੀ। ਮੈਂ ਹੁਣ ਕੇਲ ਬਾਰੇ ਪੜ੍ਹ ਰਿਹਾ ਸੀ। ਹੁਣ ਕੇਲ ਇੰਨੇ ਵਾਈਟਾਮਿਨਸ ਨੇ, ਜਿਹੜੇ ਵਾਈਟਾਮਿਨ ਕੇ ਆ, ਵਾਈਟਾਮਿਨ ਏ ਆ, ਸੀ ਆ, ਇਹ ਚੀਜ਼ਾਂ ਕੇਲ ਹੋਈਆਂ, ਚਾਰਡ ਹੋਈਆਂ, ਹੈ ਨਾ। ਤੇ ਇਹਦਾ ਨਾ ਅਸੀਂ ਜੂਸ ਬਣਾਉਂਦੇ ਹਾਂ। ਆਈ ਥਿੰਕ ਜਿਹੜਾ ਉਹ ਸਾਡਾ ਜੂਸ ਬੜਾ ਪੋਪੂਲਰ ਹੈ। ਸਾਡੀਆਂ ਗਲਾਸ ਬੋਟਲਸ ਮੁੱਕ ਗਈਆਂ ਸੀ, ਅੱਜ ਆ ਗਈਆਂ, ਤੇ ਅਸੀਂ ਫਿਰ ਦੁਬਾਰਾ ਉਹ ਗਲਾਸ ਬੋਟਲਸ ਦੇਵਾਂਗੇ। ਕੈਰੀ ਕਰਨਾ ਸੌਖਾ ਹੋ ਜਾਂਦਾ। ਕਿੰਨਾ ਪਾਉਂਦੇ ਆ ਜੀ ਉਹ 'ਚ? ਉਹ 10 ਤੋਂ 11 ਆਉਂਸ ਹੁੰਦਾ ਜੀ, ਰਾਈਟ। ਉਹ ਜਿਹੜੀਆਂ ਬੋਟਲਸ ਨੇ ਉਹ ਮਤਲਬ ਅਗਲੇ ਆਉਂਦੇ ਆ ਲੈ ਜਾਂਦੇ ਆ। ਹਾਂਜੀ, ਉਹ ਪਿਕ ਕਰ ਸਕਦੇ। ਅਸੀਂ ਉਹਨਾਂ ਕੀ ਬਣਾਈ ਜਾਈਦਾ ਜਿੰਨੀਆਂ ਜਦੋਂ ਹੁੰਦੀਆਂ, ਅਸੀਂ 30 ਬੋਤਲਾਂ ਰੱਖੀ ਦੀਆਂ ਇੱਕ ਵਾਰ, ਜਦੋਂ ਉਹ ਖਤਮ ਹੋ ਗਈਆਂ ਫਿਰ ਕੱਢ ਲਈਦਾ, ਹੈ ਨਾ। ਸੋ ਇਟ ਇਜ਼ ਅ ਫਰੈਸ਼ ਜੂਸ। ਪਰ ਉਹ 'ਚ ਜਿਵੇਂ ਐਪਲ ਉਪਲ ਪਾ ਕੇ ਨਾ ਅਸੀਂ ਬੜੇ ਸਵਾਦ ਬਣਾਏ ਆ। ਤਾਂ ਮੈਂ ਕਹਿੰਦਾ ਵੀ ਜਿਹੜੇ ਇੰਪੋਰਟੈਂਟ ਇਨਗਰੀਡੀਅੰਟਸ ਨੇ, ਜਾਂ ਇੱਕ ਐਂਟੀਆਕਸੀਡੈਂਟਸ ਦੀ ਬੜੀ ਗੱਲ ਹੁੰਦੀ ਹੈ, ਇਹ ਨਾ ਬੜੇ ਰਿਚ ਐਂਟੀਆਕਸੀਡੈਂਟਸ ਹੈ। ਹੁਣ ਐਂਟੀਆਕਸੀਡੈਂਟਸ ਇਹੋ ਜਿਹੀਆਂ ਟਰਮਸ ਥੋੜ੍ਹੀਆਂ ਔਖੇ ਲੱਗਦੇ, ਫਿਰ ਮੈਨੂੰ ਸੌਖਾ ਦੇ ਸਮਝਣ ਲਈ ਕਹਾਂ ਤਾਂ ਐਂਟੀਆਕਸੀਡੈਂਟਸ ਜਿਵੇਂ ਸਾਡੀ ਬੋਡੀ 'ਚ ਜਾਂਦੇ ਨਾ, ਜਿਹੜੀ ਜ਼ਹਿਰੀਲੇ ਤੱਤ ਕੱਢ ਦਿੰਦੇ, ਬਸ ਸਿੱਧੀ ਗੱਲ ਹੈ। ਇਹਦੇ ਵਿੱਚ ਥੋੜ੍ਹਾ ਜਿਹਾ ਮੈਂ ਟਾਈਟ ਆ ਸਕੈਜੂਲ। ਮੈਨੂੰ ਮੀਟ ਦੇ ਬਾਰੇ ਦੱਸ ਕੇ ਜਾਓ, ਜਿਹੜੇ ਮੀਟ ਈਟਰ ਨੇ ਉਹਨਾਂ ਕੋਲ ਕੀ ਚੋਇਸ ਹੈ? ਸਾਡੇ ਕੋਲ ਜੀ ਪੂਰਾ ਮੀਟ ਸੈਕਸ਼ਨ ਹੈਗਾ ਹੁਣ, ਰਾਈਟ। ਐਂਡ ਕਿਸੇ ਨੇ ਸਰੋਤੇ ਨੇ ਪਹਿਲਾਂ ਵੀ ਪੁੱਛਿਆ ਸੀ ਵੀ ਇੱਕ ਫ੍ਰੀ ਰੇਂਜ ਹੁੰਦਾ। ਜਿਹੜਾ ਫ੍ਰੀ ਰੇਂਜ ਹੁੰਦਾ ਉਹ ਜ਼ਰੂਰੀ ਨਹੀਂ ਕਿ ਆਰਗੈਨਿਕ ਹੋਵੇ, ਜਿਹੜਾ ਖੁੱਲੇ ਛੱਡੇ ਹੋਏ ਨੇ। ਹਾਂਜੀ, ਉਹ ਕਹਿੰਦੇ ਜੀ ਫ੍ਰੀ ਰੇਂਜ ਆ, ਖੁੱਲੇ ਆ, ਪਰ ਉਹਨੂੰ ਫੀਡ ਉਹੀ ਕਰਦੇ ਆ, ਹੈ ਨਾ। ਸੋ ਆਰਗੈਨਿਕ ਨਾਲ ਮੈਟਰ ਇਹ ਕਰਦਾ ਵੀ ਖੁੱਲੇ ਤਾਂ ਉਹ ਛੱਡੇ ਹੀ ਹੋਏ ਨੇ, ਪਰ ਉਹ ਖਾਂਦੇ ਵੀ ਨੈਚੁਰਲ ਚੀਜ਼ਾਂ ਨੇ, ਰਾਈਟ। ਸੋ ਉਹ ਸਾਡੇ ਕੋਲ ਸਾਰੇ ਸਰਟੀਫਾਈਡ ਆਰਗੈਨਿਕ ਚਿਕਨ, ਗੋਟ ਸਾਡੇ ਕੋਲ ਹੈਗੇ। ਹੁਣ ਤਾਂ ਅਸੀਂ ਕਿੰਨੇ ਜਿਹਨੂੰ ਕਹਿੰਦੇ ਆ ਹੋਰ ਚੀਜ਼ਾਂ ਇੰਟਰੋਡਿਊਸ ਕੀਤੀਆਂ, ਕਿੰਨੇ ਆਈਟਮ ਲੋਕ ਬੜੇ ਲਾਈਕ ਕਰਦੇ ਆ, ਮੈਰੀਨੇਟਡ ਕੀਤੇ ਹੋਏ। ਹਾਂਜੀ, ਉਹ ਵੀ ਬੜੇ ਪਸੰਦ ਆਉਂਦੇ ਆ ਲੋਕਾਂ ਨੂੰ, ਪ੍ਰੌਨਸ ਵਗੈਰਾ। ਬਸ ਜੀ ਕੋਸ਼ਿਸ਼ ਇਹੀ ਹੈ ਵੀ ਜਦੋਂ ਤੁਸੀਂ ਆਰਗੈਨਿਕ ਲੈਣ ਜਾਣਾ ਹੈ, ਤੇ ਐਕਚੁਅਲੀ ਹੁਣ ਥੈਂਕਸ ਟੂ ਯੂ, ਤੁਸੀਂ ਵੀ ਬੜਾ ਪਲੇਟਫਾਰਮ ਤੇ ਸ਼ੇਅਰ ਕਰਦੇ ਹੋ, ਬਹੁਤ ਲੋਕ ਆਉਂਦੇ ਆ। ਇਹੀ ਹੈ ਵੀ ਜਿੰਨੀਆਂ ਚੀਜ਼ਾਂ ਉਹ ਲਿਆ ਸਕਦੇ ਆ, ਤਾਂ ਅਸੀਂ ਇਹ ਕੋਸ਼ਿਸ਼ ਕਰਨੀ ਆ ਵੀ ਤੁਹਾਨੂੰ ਜੇ ਉਹ ਲੈਣ ਆਉਂਦੇ ਹੋ ਤਾਂ ਤੁਹਾਨੂੰ ਲੱਭ ਜਾਣ ਇੱਥੇ। ਅਖੀਰ ਦੇ ਵਿੱਚ ਕੋਈ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ, ਆਪਣਾ ਨੰਬਰ ਤੇ ਕੋਈ ਈਮੇਲ ਵਗੈਰਾ ਜਾਂ ਵੈਬਸਾਈਟ ਦੱਸ ਕੇ ਜਾਓ ਜੀ। ਆਪਣੀ ਵੈਬਸਾਈਟ ਹੈ ਜੀ organicwarehouse.ca, ਬਟ ਫੋਨ ਨੰਬਰ ਸੌਖਾ ਬੜਾ 604 ਆਰਗੈਨਿਕ, ਰਾਈਟ। 604-674-2642, 604-674-2642। ਪਰ ਜੇ ਸੈੱਲਫੋਨ ਤੋਂ ਡਾਇਲ ਕਰਦੇ ਹੋ 604 ਆਰਗੈਨਿਕਸ ਯਾਦ ਰੱਖਣਾ ਸੌਖਾ ਹੈ। ਲੋਕੇਸ਼ਨ ਸਾਡੀ ਹੈਗੀ ਹੈ ਜੀ 70 ਅਤੇ ਕਿੰਗ ਜਾਰਜ ਤੇ 7093 ਕਿੰਗ ਜਾਰਜ। ਮਿਸ ਨਹੀਂ ਕਰ ਸਕਦੇ, ਬਹੁਤ ਵੱਡੇ ਬੋਰਡ ਲੱਗੇ ਨੇ, ਬੋਰਡ ਬੜੇ ਵੱਡੇ ਲੱਗੇ ਜੀ। ਪਰ ਅਸੀਂ ਪਤਾ ਕੀ ਮੈਂ ਬੰਦਾ ਅੱਜ ਕੱਲ੍ਹ ਥਾਟਸ ਇੰਨੇ ਹੁੰਦੇ, ਕਈ ਵਾਰ ਦਿਸਦਾ ਵੀ ਨਹੀਂ, ਹੈ ਨਾ। ਪਰ ਜੇ ਆਪਾਂ 72 ਟੱਪੀਏ ਤਾਂ ਰੇਲਵੇ ਟਰੈਕ ਟੱਪਦੇ ਹੀ ਰਾਈਟ ਸਾਈਡ ਤੇ ਹੈਗੇ ਆ। ਬਿੰਗੋ ਵਾਲਾ ਪਲਾਜ਼ਾ ਲਾ ਲਓ, ਜਿਹੜਾ ਹੁਣ ਪਲੈਨਟ ਫਿਟਨੈਸ ਹੋ ਗਿਆ, ਜਾਂ ਕਿੰਗ ਜਾਰਜ ਪੀਜ਼ੇ ਵਾਲਾ। ਕੋਈ ਵੀ ਕੁਐਸਚਨ ਹੋਣ, ਮੈਂ ਜਾਂ ਮੇਰਾ ਪਾਰਟਨਰ ਇੰਦਰ ਉੱਥੇ ਹੁੰਦੇ ਆ ਹਮੇਸ਼ਾ ਹੀ। ਤਾਂ ਬੇਚਿਜਕ ਪਾਓ। ਸਾਡੇ ਜਿਹੜਾ ਵੈਲਨੈਸ ਸੈਂਟਰ ਹੈ, ਉੱਥੇ ਵੀ ਹੁਣ ਸਾਡੇ ਕੋਲ ਨੈਜ਼ਰੀਨ ਹੈ ਜਿਹੜੇ ਹਿੰਦੀ ਪੰਜਾਬੀ ਬੋਲ ਸਕਦੇ ਆ। ਸੋ ਤੁਸੀਂ ਉਹਨਾਂ ਨੂੰ ਵੀ ਕੋਈ ਕੁਐਸਚਨ ਪੁੱਛਣਾ ਤਾਂ ਆ ਕੇ ਪੁੱਛ ਸਕਦੇ ਹੋ। ਤੇ ਜਿਹੜੇ ਵੀ ਸੁਝਾਅ ਨੇ ਸਾਨੂੰ ਜ਼ਰੂਰ ਦਿਓ, ਉਹਦੇ ਨਾਲ ਅਸੀਂ ਬਹੁਤ ਇੰਪਰੂਵਮੈਂਟ ਕਰਦੇ ਹਾਂ। ਤੇ ਬਹੁਤ ਧੰਨਵਾਦ ਕਰਦੇ ਹਾਂ ਜਿੰਨੇ ਲੋਕ ਸਾਨੂੰ ਦੱਸਦੇ ਆ ਵੀ ਆਹ ਚੀਜ਼ ਲੱਭ ਕੇ ਲਿਆ ਦਿਓ ਤੇ ਉਹ ਕਰ ਦਿਓ। ਵਪਾਰਕ ਸੰਦੇਸ਼ਾਂ ਤੋਂ ਬਾਅਦ ਦੰਦਾਂ ਦੀ ਗੱਲ ਚੱਲੇਗੀ। ਧੰਨਵਾਦ ਬਹੁਤ ਬਹੁਤ, ਥੈਂਕ ਯੂ ਸੋ ਮਚ। ਥੈਂਕ ਯੂ। ਹਿਰਦੇਜੀਤ ਸਿੰਘ ਚਾਹਲ ਗੱਲਬਾਤ ਕਰ ਰਹੇ ਸੀ, ਐਡਮਿੰਟਨ ਵਾਲਿਆਂ ਦਾ ਧੰਨਵਾਦ। ਤੁਹਾਡਾ ਫੋਨ ਦਿੰਦਾ ਜੀ ਹੁਣੇ ਤੁਹਾਡੇ ਨਾਲ ਕੰਟੈਕਟ। ਪਿੱਛੇ ਦੀ ਮੈਂ ਤੁਹਾਡੇ ਨਾਲ ਸ਼ੁਰੂਆਤ ਕੀਤੀ ਸੀ, ਉਹ ਇਹ ਹੈ ਕਿ ਤੁਹਾਡੀ ਦੰਦਾਂ ਦੀ ਸੰਭਾਲ ਦੇ ਲਈ ਇਹ ਇੱਕ ਵੱਡਾ ਭਾਈਚਾਰੇ ਦੇ ਵਿੱਚ ਇੱਕ ਬਹਿਸ ਛਿੜੀ ਹੋਈ ਹੈ, ਤੇ ਸਰਕਾਰਾਂ ਤੱਕ ਵੀ ਪਹੁੰਚ ਕੀਤੀ ਹੈ, MLA ਨੂੰ ਵੀ ਲਿਖਿਆ, ਮਿਨਿਸਟਰ ਨੂੰ ਵੀ ਲੋਕ ਲਿਖ ਰਹੇ ਨੇ ਕਿ ਸਾਡੀ ਇਹ ਜਿਹੜੀ ਡੈਂਟਿਸਟ ਨੇ, ਜਿਹੜੀ ਸਾਡੇ ਦੰਦਾਂ ਦੀ ਗੱਲਬਾਤ ਹੈ, ਇਹਨੂੰ ਕਵਰ ਕਰੋ। ਬਾਕੀਆਂ ਨੂੰ ਜੇ ਤੁਸੀਂ ਬਾਈਪਾਸ ਸਰਜਰੀ ਤੇ $2 ਮਿਲੀਅਨ, $1.5 ਮਿਲੀਅਨ ਕਿਸੇ ਬੰਦੇ ਤੇ ਸਾਰੀ ਜ਼ਿੰਦਗੀ ਲੱਗ ਸਕਦਾ ਹੈ, ਤੇ ਮਤਲਬ ਸਾਰੀ ਉਹਦੀ ਸਿਹਤ ਦੇ ਬਾਰੇ ਕਿਸੇ ਦੇ ਕੁਛ ਕਰਨਾ, ਕਿਸੇ ਦਾ ਕੁਛ ਕਰਨਾ, ਇਹ ਜਿਹੜਾ $20, $50, $100 ਹੈ, ਇਹਨਾਂ ਨੂੰ ਵੀ ਕਰੋ ਜਾਂ ਰੈਗੂਲੇਟ ਕਰੋ। ਕੁਝ ਨਾ ਕੁਝ ਗਵਰਨਮੈਂਟ ਦੀ ਇਨਵੋਲਵਮੈਂਟ ਹੋਵੇ ਇਹਦੇ ਵਿੱਚ। ਹੁਣ ਜਿਵੇਂ ਬਹੁਤ ਨੇ ਨੈਚੁਰੋਪੈਥ ਨੇ, ਉਹਨੂੰ ਕਵਰ ਨਹੀਂ ਕਰਦੇ। ਦੰਦਾਂ ਦੇ ਡਾਕਟਰ ਨੇ ਜਿਹੜੇ ਹੁਣ ਆਪਣੇ ਭਾਈਚਾਰੇ ਦੇ ਨੇ ਜ਼ਿਆਦਾਤਰ ਕਲੀਨਿਕ, ਸਾਰੇ ਪੜ੍ਹ ਕੇ ਆਉਂਦੇ ਨੇ, ਆ ਕੇ ਕਮਿਊਨਿਟੀ 'ਚ ਹੁੰਦੇ ਨੇ, ਤਰੱਕੀ ਕਰਦੇ ਨੇ, ਕਰਨ,
ਪਰ ਇਹਨੂੰ ਕਿਵੇਂ ਜਿਹੜਾ ਇਹਨੂੰ ਕਿਸ ਤਰ੍ਹਾਂ ਜਿਹੜਾ ਸਹੀ ਕੀਤਾ ਜਾਵੇ। ਲੋਕਾਂ ਦੇ ਲਈ ਅਫੋਰਡੇਬਿਲਟੀ ਤੋਂ ਬਾਹਰ ਹੋ ਰਹੀ ਹੈ ਗੱਲ। 90% ਜਵਾਕਾਂ ਦੇ ਦੰਦ ਵਿੰਗੇ ਨੇ ਤੇ 90% ਜਵਾਕਾਂ ਦੇ ਨਾਲ ਕਹਿੰਦੇ ਪਹਿਲੇ ਤੇ 6000 ਲੱਗੂਗਾ ਬ੍ਰੇਸਿਸ ਤੇ ਦੂਜੇ ਨੂੰ 5000, ਤੀਜਾ ਜੇ ਹੈ ਨਹੀਂ ਤਾਂ 4000, ਜਾਂ ਤਾਂ ਬੱਚਾ ਇੱਕ ਪੈਦਾ ਕਰਨਾ ਪਊ $4000 ਦਾ ਪੈਕੇਜ ਲੈਣ ਲਈ, ਨਹੀਂ ਤਾਂ 6 ਤੇ 5 'ਚ ਗੱਲ। ਅੱਛਾ, ਜਾਨੂੰ ਦੰਦ ਸਿੱਧੇ ਹੁੰਦੇ ਨੇ 5 ਸਾਲਾਂ 'ਚ, ਜਾਨੂੰ ਫਿਰ ਅਗਲੀ ਗੱਲ ਚੱਲ ਜਾਂਦੀ ਹੈ ਵੀ ਇਹਦੇ ਤਾਂ ਚੋਰ ਦੰਦ ਆ ਗਏ, ਇਹ ਕੱਢਣੇ ਪੈਣੇ ਨੇ। ਇਹ ਜਿਹੜੇ ਅੰਦਰਲੇ ਦੰਦ ਆ ਗਏ, ਇਹਨਾਂ ਦੇ ਵਿਜ਼ਡਮ ਟੂਥ ਜਿਹੜੇ ਅਕਲ ਦੀਆਂ ਦਾੜਾਂ ਆ ਗਈਆਂ, ਉਹ ਧੱਕ ਦੇਣਗੀਆਂ, ਇਹ ਫੇਰ ਵਿੰਗੇ ਹੋ ਜਾਣਗੇ। ਫਿਰ ਸਿੱਧੇ ਕਰਨ ਲਈ 5 ਸਾਲ, ਹੁਣ ਦੁਬਾਰਾ ਧੱਕ ਕੇ ਫੇਰ ਵਿੰਗੇ ਕਰਨ ਲਈ ਫੇਰ 4 ਉਹਨੂੰ ਕੱਢਣਗੇ। 2 ਡਾਕਟਰ ਕੱਢੇਗਾ ਮੇਨ, 2 ਸਪੈਸ਼ਲਿਸਟ ਕੱਢੇਗਾ। ਖਰਚ ਕਿੰਨਾ ਆਊ ਜੀ? $3000। ਤੁਸੀਂ ਕਿਵੇਂ ਇਹਨੂੰ ਪੂਰੇ ਕਰੋਗੇ? ਜਾਂ ਤਾਂ ਇਹ ਗੱਲ ਤੇ ਲਿਆਂਦਾ ਜਾਵੇ ਕਿ ਸਾਨੂੰ ਇਹ ਗੱਲ ਕਰੀਏ ਘਰਾਂ 'ਚ ਬਈ ਯਾਰ ਤੁਸੀਂ ਹਲੇ ਛੋਟੇ ਹੋ, ਜਿਹੜੇ ਹੁਣੇ ਹੀ 15-18 ਸਾਲ ਦਿਆਂ ਦੇ ਦਾੜਾਂ ਨਿਕਲਣ ਲੱਗ ਗਈਆਂ, ਉਹ ਬਣੂਗਾ ਕੀ ਕਦ 50-55 ਦੇ ਹੋਣਗੇ? 2013 ਦੇ ਵਿੱਚ ਆਖਰੀ ਦਾੜ ਦੇ ਵਿੱਚ ਮੇਰੇ ਪਿਛਲੀ ਦਾੜ ਥੱਲੇ ਖੱਬੇ ਪਾਸੜੀ ਤੇ ਦਰਦ ਹੋ ਗਿਆ। ਉਹ ਕਹਿੰਦੇ ਮੈਂ ਕੀ ਹੋ ਗਿਆ? ਇਹ ਤਾਂ ਰੂਟ ਕਨਾਲ ਨੰਗੀ ਹੋ ਗਈ ਜੀ, ਇਹ ਤਾਂ ਜਿਹੜੀ ਕੈਵਿਟੀ ਹੋ ਗਈ। ਮੈਂ ਕਿਹਾ ਯਾਰ ਇਸ ਤਾਂ ਕੈਵਿਟੀਆਂ ਬੋਰਾਂ ਦੀਆਂ ਸੁਣੀਆਂ ਸੀ, ਦੰਦਾਂ 'ਚ ਵੀ ਹੋਣ ਲੱਗ ਗਈਆਂ, ਕੱਢਣਾ ਪਊ। ਕਿੰਨੇ ਡਾਲਰ ਲੱਗਣਗੇ? $1100। ਇੱਕ ਸਿਆਣੇ ਬੰਦੇ ਕੋਲ ਗਿਆ, ਉਹ ਕਹਿੰਦਾ ਗੱਲ ਸੁਣ, ਇਹਦੇ 'ਚ ਕੱਖ ਨਹੀਂ ਹੈ, 4 ਦਿਨ ਟਕੀਲਾ ਜਿਹੜੀ ਮੈਕਸੀਕਨ ਡਰਿੰਕ ਹੈ ਉਹਦੀਆਂ ਕੁੱਲੀਆਂ ਕਰ ਲੈ, ਵਿੱਚ ਲੂਣ ਪਾ ਲੈ, ਨਾਲ ਨਿੰਬੂ ਪਾ ਲੈ, ਲੀਂਬੂ। ਤੇ ਉਹ ਵਾਕਈ 7 ਦਿਨ ਕੁੱਲੀਆਂ ਕੀਤੀਆਂ ਤੇ 7ਵਾਂ ਸਾਲ ਹੈ, ਨਾ ਉਹ ਦਾੜ ਕੱਢੀ ਹੈ ਨਾ ਕੁਛ ਉੱਥੇ ਲੱਗਦਾ। ਕੀ ਹੋ ਗਿਆ ਫਿਰ ਬਈ? ਦੇਸੀ ਟੋਟਕੇ ਕੰਮ ਕਰਦੇ ਆ। ਪਰ ਹੁਣ ਗੱਲ ਇਹ ਆ ਵੀ ਇਹ ਜਿਹੜੀ ਮਹਿੰਗਾਈ ਹੈ ਇਹਦੇ ਚੋਂ ਕਿਵੇਂ ਨਿਕਲਾਂਗੇ? ਤੇਜਾ ਜੀ ਕੀ ਸੋਲੂਸ਼ਨ ਹੈ ਇਹਦਾ? ਸ਼ੈਲੀ ਤੇਜਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਾਹਿਬ, ਬੜਾ ਵਧੀਆ ਵਿਸ਼ਾ ਲਿਆਂਦਾ। ਧੰਨਵਾਦ ਜੀ। ਸਾਡੇ ਨਾ ਸਿੱਖ ਸਕ੍ਰਿਪਚਰ 'ਚ ਲਿਖਿਆ ਹੈ, ਦਾਤਨ ਕਰੇ ਨਾ ਨਿਤ ਨੀਤ ਨਾ ਦੁੱਖ ਪਾਵੇ ਲਾਲ ਜੀ। ਜਿਹੜਾ ਬੰਦਾ ਦਾਤਨ ਕਰਦਾ ਉਸਦੇ 100 ਸਾਲ ਤੱਕ ਦੰਦ ਬਿਲਕੁਲ ਠੀਕ ਰਹਿੰਦੇ ਨੇ, ਕੋਈ ਉਸਨੂੰ ਕੈਵਿਟੀ ਦੀ ਪ੍ਰੋਬਲਮ ਨਹੀਂ ਆਉਂਦੀ, ਔਰ ਇਹਨਾਂ ਦੀ ਲਾਈਫ ਵੀ 100 ਸਾਲ ਲਿਖੀ ਹੈ ਦੰਦਾਂ ਦੀ, ਜਿੰਨੀ ਬਾਡੀ ਦੀ ਲਿਖੀ ਹੈ। ਹੁਣ ਸਾਡੇ ਕੋਲ ਆਪਸ਼ਨ ਕੀ ਹੈ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਬਿਲਕੁਲ ਠੀਕ ਹੈ। ਹੁਣ ਮੈਂ ਵੀ 50 ਸਾਲ ਤੱਕ ਆਪਣੇ ਦੰਦਾਂ ਦਾ ਕੋਈ ਬਹੁਤਾ ਖਿਆਲ ਰੱਖਿਆ ਨਹੀਂ ਜਾਂ ਅਵੇਸਲੇ ਰਹੇ, ਤੇ ਫਿਰ ਮੈਂ ਕਿਸੇ ਸਿਆਣੇ ਬੰਦੇ ਨਾਲ ਗੱਲ ਕੀਤੀ। ਮੈਂ ਕਿਹਾ ਹੁਣ ਕੀ ਕੀਤਾ ਜਾ ਸਕਦਾ? ਉਹ ਕਹਿੰਦਾ ਇੱਕ ਤੇ ਟੂਥਪੇਸਟ ਬਦਲ ਲਓ। ਅੱਛਾ ਜੀ। ਜਿਹੜੇ ਤੁਸੀਂ ਦੇਖੋਗੇ, ਜਦੋਂ ਤੁਸੀਂ ਟੂਥਪੇਸਟ ਦੇਖੋਗੇ ਨਾ, ਉਹਦੇ ਪਿੱਛੇ ਇੱਕ ਛੋਟੀ ਜਿਹੀ ਰੰਗ ਹੁੰਦਾ, ਚਿੱਟੇ ਰੰਗ ਦਾ ਹੁੰਦਾ। ਮੋਸਟਲੀ ਟੂਥਪੇਸਟ ਚਿੱਟੇ ਰੰਗ ਦੇ ਨੇ, ਦੈਟ ਮੀਨਸ ਉਹ ਫਲੋਰਾਈਡ ਵਾਲੇ ਨੇ। ਜੇ ਇੱਕ ਹੁੰਦਾ ਲਾਈਟ ਗ੍ਰੀਨ, ਇੱਕ ਹੁੰਦਾ ਡਾਰਕ ਗ੍ਰੀਨ। ਜਿਹੜਾ ਡਾਰਕ ਗ੍ਰੀਨ ਹੈ ਉਹ ਟੋਟਲ ਹਰਬ ਹੈ। ਬਿਲਕੁਲ ਠੀਕ ਹੈ। ਜਿੱਦਾਂ ਤੁਸੀਂ ਅੱਜ ਕੱਲ੍ਹ ਹਿਮਾਲਿਆ ਅਮਰੀਕਨ ਕੰਪਨੀ ਹਿਮਾਲਿਆ, ਉਹ ਵੀ ਇੰਡੀਆ ਪਹੁੰਚ ਕੇ ਰੈੱਡ ਗ੍ਰੀਨ ਬਣਾ ਰਹੀ, ਡਾਰਕ ਗ੍ਰੀਨ। ਜਿਹੜਾ ਲਾਈਟ ਗ੍ਰੀਨ ਹੈ, ਜਿੱਦਾਂ ਡਾਬਰ ਵਾਲੇ ਇਹ ਲਾਈਟ ਗ੍ਰੀਨ ਬਣਾਉਂਦੇ ਪਏ ਨੇ। ਜੀ ਜੀ। ਅੱਜ ਕੱਲ੍ਹ ਤੇ ਈਵਨ ਕੋਲਗੇਟ ਨੇ ਵੀ ਬਣਾਉਣਾ ਸ਼ੁਰੂ ਕਰਤਾ, ਉਹਨੂੰ ਵੈਦ ਕੀ ਕਹਿੰਦੇ ਨੇ, ਕਹਿਣ ਲੱਗ ਪਿਆ ਕੋਈ, ਉਹ ਵੀ ਬਣਾਉਣ ਲੱਗ ਪਏ ਹਰਬਲ, ਕਿਉਂਕਿ ਦੇਖਾ ਦੇਖੀ ਇੰਡੀਆ 'ਚ ਬਹੁਤ ਡਿਮਾਂਡ ਵੱਧ ਗਈ। ਇਹ ਫਲੋਰਾਈਡ, ਜਿਹੜਾ ਫਲੋਰਾਈਡ ਵਾਲਾ ਚਿੱਟੇ ਰੰਗ ਦਾ, ਜਿਹੜਾ ਸਸਤਾ ਪੈਂਦਾ ਟੂਥਪੇਸਟ ਬਹੁਤ ਜ਼ਿਆਦਾ, ਕਿਉਂਕਿ ਉਹ ਦੰਦਾਂ ਲਈ ਨੁਕਸਾਨਦੇਹ ਹੈ। ਤੇ ਇੱਕ ਤੇ ਆਪਣਾ ਸਿਰਫ ਮੈਂ ਤੇ ਹੁਣ ਤਕਰੀਬਨ 10 ਸਾਲ ਤੋਂ ਯੂਜ਼ ਕਰ ਰਿਹਾ ਆਯੁਰਵੈਦਿਕ ਟੂਥਪੇਸਟ। ਬਿਲਕੁਲ ਜੀ, ਬਹੁਤ ਸਸਤੇ ਨੇ ਤੇਜਾ ਸਾਹਿਬ। ਆਉਣ ਵੇਲੇ ਲੈ ਆਓ ਇੰਡੀਆ ਤੋਂ, 4 ਪੈਕਟ ਮੁੱਕਦੇ ਨਹੀਂ ਸਾਰਾ ਸਾਲ। ਨਹੀਂ, ਇੱਥੇ ਵੀ ਸਸਤੇ ਨੇ, ਹੁਣ ਇੱਥੇ ਵੀ ਮਿਲਦੇ ਨੇ। ਹਾਂ ਬਿਲਕੁਲ ਠੀਕ। ਹੁਣ ਐਕਚੁਅਲੀ ਬਹੁਤ ਪ੍ਰੋਡਕਸ਼ਨ ਬਹੁਤ ਵੱਧ ਗਈ ਉੱਥੇ ਇੰਡੀਆ 'ਚ, ਕਿਉਂਕਿ ਇਹਦੀ ਡਿਮਾਂਡ ਵੱਧ ਗਈ। ਔਰ ਆਯੁਰਵੇਦ ਦੇ ਜੇ ਤੁਸੀਂ ਟੂਥਪੇਸਟ ਯੂਜ਼ ਕਰੋਗੇ, ਤੁਸੀਂ ਦੇਖੋਗੇ ਕਿ ਤੁਹਾਡੀਆਂ ਜਿੱਦਾਂ ਬਲੀਡਿੰਗ ਵਗੈਰਾ, ਇਹ ਸਭ ਚੀਜ਼ਾਂ, ਮੇਰੇ ਕੇ ਦੰਦ ਖਰਾਬ ਸੀ ਕਿਉਂਕਿ ਹੁਣ ਬਿਲਕੁਲ ਠੀਕ ਨੇ, ਇਹ ਆਪਣੇ ਆਪ ਹੀ ਹਟ ਜਾਂਦੀਆਂ ਨੇ। ਇਹ ਬਹੁਤ ਬੈਨੀਫਿਸ਼ੀਅਲ ਨੇ ਕਿਉਂਕਿ ਇਹ ਹਰਬ ਬੇਸ ਨੇ। ਜਿਹੜੀ ਡਾਰਕ ਗ੍ਰੀਨ ਵਾਲਾ ਲਓ ਤੁਸੀਂ, ਪ੍ਰੈਫਰੇਬਲੀ ਗੋ ਫॉर द ਡਾਰਕ ਗ੍ਰੀਨ ਵਨ, ਉਹ ਟੋਟਲ ਹਰਬ ਬੇਸ ਹੈ, ਉਹ 'ਚ ਕੈਮੀਕਲ ਹੈ ਨਹੀਂ। ਥੈਂਕ ਯੂ ਬਾਈ ਜੀ। ਸਫਾਈ ਜਿਹੜੀ ਦੰਦਾਂ ਦੀ ਹੁੰਦੀ ਆ, ਖੁਰਲ ਦਿੰਦੇ ਆ ਉਹਦੇ ਥੱਲੇ ਜੀ, ਇਹ ਸਾਫ਼ ਕਰਨਾ ਜੀ, ਬਹੁਤ, ਮੈਂ ਨਹੀਂ ਕਹਿੰਦਾ ਉਹ ਗਲਤ ਕਰਦੇ ਨੇ। ਇਨਾਮਲ, ਕੋਈ ਕਹਿੰਦਾ ਇਨਾਮਲ ਲੈ ਜਾਂਦਾ, ਸਾਫ਼ ਨਾ ਕਰੋ, ਕੋਈ ਕਹਿੰਦੇ ਇਹ ਤੋਂ ਬਾਅਦ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ। ਦੇਖੋ, ਡਾਕਟਰ ਆਪਣਾ ਕੰਮ ਕਰਨ, ਡੈਂਟਿਸਟਾਂ ਦੇ, ਮੈਂ ਉਹਦੇ ਅਗੇਂਸਟ ਨਹੀਂ ਗੱਲ ਕਰ ਰਿਹਾ। ਮੈਂ ਗੱਲ ਕਰ ਰਿਹਾ ਕਿ ਸਰਕਾਰ ਇਹਦੇ ਵੱਲ ਤਵੱਜੋ ਕਿਉਂ ਨਹੀਂ ਦਿੰਦੀ? ਇਹਨੂੰ ਕਿਉਂ ਨਹੀਂ ਰੈਗੂਲੇਟ ਕਰਦੇ? ਉਹ ਕਿਉਂ ਨਹੀਂ ਕੋਈ ਇਹਦੀ ਜਿਹੜੀ ਘੱਟੋ ਘੱਟ ਰੇਟ ਇਹ ਸੈੱਟ ਕਰਦੇ ਹੋ ਵੀ ਇੰਨਾ ਹੋਏਗਾ? ਬਸਰਾ ਸਾਹਿਬ। ਕਰਨ ਬਸਰਾਨ ਜੀ। ਹਾਂਜੀ ਗਿੱਲ ਸਾਹਿਬ, ਥੈਂਕ ਯੂ ਤੁਹਾਡਾ ਪਹਿਲਾਂ ਤਾਂ
ਇਹ ਜਿਹੜਾ ਵਿਸ਼ਾ ਹੈਗਾ ਵੈਸੇ ਬਹੁਤ ਹੀ ਜ਼ਿਆਦਾ ਇਹਦੇ ਉੱਤੇ ਗੱਲ ਕਰਨ ਦੀ ਜ਼ਰੂਰਤ ਹੈਗੀ ਆ। ਸ਼ੈਲੀ ਤੇਜਾ ਹੁਣੀ ਤਾਂ ਇਹਦੇ ਦੱਸ ਕੇ ਗਏ ਹੈਗੇ ਆ ਜਿਹੜੇ ਕਿ ਆਪਾਂ ਆਪਣੇ ਆਪ ਕੀ ਕਰ ਸਕਦੇ ਹੈਗੇ ਆ। ਚਲੋ ਖੈਰੋ ਗੱਲ ਹੋ ਗਈ, ਪਰ ਆਪਣਾ ਮੁੱਦਾ ਹੈਗਾ ਕਿ ਗਵਰਨਮੈਂਟ ਜਿਹੜੀ ਕਹਿੰਦੀ ਆ ਕਿ ਮੈਡੀਕਲ ਫ੍ਰੀ ਆ ਕੈਨੇਡਾ ਦੇ ਵਿੱਚ, ਐਂਡ ਸਦੀਆਂ ਆਪਾਂ ਟੈਕਸ ਦੇ ਵਿੱਚ ਭਰਦੇ ਹੈਗੇ ਆ ਐਵਰੀ ਈਅਰ। $6500 ਅੱਜ ਤੋਂ 12 ਸਾਲ ਪਹਿਲਾਂ ਮੈਂ ਆਪਣੀ ਬੇਟੀ ਲਈ ਲਾਇਆ ਸੀਗਾ ਜੀ ਬ੍ਰੇਸਿਸ ਦਾ, ਤੇ $5500 ਦੂਸਰੇ ਬੱਚੇ ਦੇ ਲਈ ਲਾਉਣਾ ਪਿਆ। ਤੇ ਉਹ ਤੋਂ ਬਾਅਦ ਵੀ ਗੱਲ ਬਣੀ ਨਹੀਂ ਹੈਗੀ। ਮਤਲਬ ਕਿ ਜੇ ਦੇਖੀਏ ਤਾਂ ਇਹ ਕਾਰ ਦੀ ਇੰਸ਼ੋਰੈਂਸ ਹੈ ਜਿੰਨੀ ਨਵੇਂ ਬੱਚੇ ਦੀ, ਉਨਾ ਕਿ ਉਹਦੇ ਦੰਦਾਂ ਤੇ ਪੈਸੇ ਲੱਗ ਜਾਂਦੇ ਆ ਜੀ। ਬਿਲਕੁਲ। ਸੋ ਇਹਦੇ ਲਈ ਗਿੱਲ ਸਾਹਿਬ ਦੇਖੋ, ਗਵਰਨਮੈਂਟਾਂ ਕੋਲ ਇੰਨੇ ਫੰਡ ਪਏ ਆ, ਜੇ ਤੁਸੀਂ ਥੋੜੀ ਜਿਹੀ ਵੀ ਬ੍ਰੈਕਟ ਵਿੱਚ ਓਵਰ ਆ ਜਾਂਦੇ ਆ, ਦਵਾਈ ਲੈਣ ਜਾਈਏ $200-250 ਦੀ ਦਵਾਈ ਆ ਜਾਂਦੀ ਕਈ ਵਾਰੀ। ਚਲੋ ਡਾਕਟਰ ਸਾਹਿਬ ਤਾਂ ਫ੍ਰੀ ਹੈਗੇ ਆ, ਬਟ ਉਹ ਫਾਰਮਾ ਕੇਅਰ, ਜਗਮੀਤ ਸਿੰਘ ਹੁਣੀ ਬਹੁਤ ਰੌਲਾ ਪਾਇਆ ਸੀ ਇਲੈਕਸ਼ਨ ਤੋਂ ਪਹਿਲਾਂ, ਫਿਰ ਫਾਰਮਾ ਕੇਅਰ ਔਰ ਜਿਹੜੀਆਂ ਫਾਰਮੇਸੀਆਂ ਵਾਲੇ ਹੈਗੇ ਆ, ਇਹਨਾਂ ਦੇ ਜੋ ਬੈਨੀਫਿਟ ਹੈਗੇ ਆ, ਜਿੱਦਾਂ ਇੱਥੇ ਚੱਲਦਾ ਹੈਗਾ ਫਾਰਮਾਸਿਊਟੀਕਲ ਜਿਹੜੀਆਂ ਕੰਪਨੀਆਂ ਹੈਗੀਆਂ ਆ, ਉਹ ਕਿੱਦਾਂ ਡਾਕਟਰਾਂ ਨੂੰ ਆ ਕੇ ਤੋਹਫੇ, ਇਨਾਮ, ਹੋਰ ਜੋ ਵੀ ਕੁਛ ਹੈਗਾ ਉਹਨਾਂ ਨੂੰ ਟ੍ਰਿਪ ਦਿੰਦੀਆਂ ਸੀ ਬਾਹਰ ਦੇ ਇੱਧਰ ਉੱਧਰ ਦੇ। ਸੋ ਜਿਹੜਾ ਹੈਗਾ ਆ ਤਕਰੀਬਨ 20% ਕਾਸਟ ਹੁੰਦੀ ਆ, 80% ਆ ਜਿਹੜਾ ਹੈਗਾ ਉਹ ਸਾਰਾ ਜਿਹੜਾ ਐਕਸਟਰਾ ਕਾਸਟ ਆਪਾਂ ਨੂੰ ਪੈਂਦੀ ਆ। ਔਰ ਜਗਮੀਤ ਸਿੰਘ ਹੁਣੀ ਬਹੁਤ ਰੌਲਾ ਪਾਇਆ ਸੀ ਉਸ ਵੇਲੇ, ਪਰ ਮੁੜ ਕੇ ਇਲੈਕਸ਼ਨ ਜਿੱਤਣੇ ਤੋਂ ਬਾਅਦ ਤਕਰੀਬਨ ਉਹ ਬਸ ਉਹ ਹੀ ਆਪਣੇ ਮੌਜਾਂ ਕਰਦੇ ਆ। ਉਹਨਾਂ ਦਾ ਵੀ ਨਹੀਂ ਆਉਂਦਾ ਕੋਈ ਵਧੀਆ। ਹਾਂ ਬਿਲਕੁਲ ਪੋਰਟਫੋਲੀਓ ਮਿਲਿਆ ਜੀ, ਨਹੀਂ ਤਾਂ ਉਹਨਾਂ ਕੋਲ ਮੌਕਾ ਸੀਗਾ ਇਸ ਵੇਲੇ ਆਪਣੀਆਂ ਮੰਗਾਂ ਮਨਵਾਉਣੇ ਦਾ। ਇਹਦੇ ਨਾਲ ਤਾਂ ਜੈਕ ਲੇਟਨ ਸਾਹਿਬ ਨੇ ਬਹੁਤ ਕੁਝ ਕਰਵਾ ਲਿਆ ਸੀਗਾ ਉਸ ਵੇਲੇ ਫੈਡਰਲ ਲਿਬਰਲ ਕੋਲੋਂ, ਜਿਸ ਵੇਲੇ ਮਾਈਨੋਰਟੀ ਦੇ ਵਿੱਚ ਸੀਗੇ ਉਹ, ਤੇ ਪਾਲ ਮਾਰਟਨ ਉਹਨਾਂ ਦੇ ਵੇਲੇ ਹੋ ਰਿਹਾ, ਦਸਾਂਝ ਸਾਹਿਬ ਵੀ ਰਹੇ ਆਪਣੇ ਹੈਲਥ ਮਿਨਿਸਟਰ। ਸੋ ਇਹਨਾਂ ਨੇ ਵੀ ਮੈਨੂੰ ਨਹੀਂ ਲੱਗਦਾ ਹੈਗਾ ਕਿ ਕੋਈ ਹੈਲਥ ਦੇ ਵਿੱਚ ਕੋਈ ਬਾਹਲੇ ਸੁਧਾਰ ਕੀਤੇ ਹੋਣਗੇ ਉਸ ਵੇਲੇ। ਸੋ ਇਹਦੇ ਉੱਤੇ ਤਵੱਜੋ ਦੇਣ ਦੀ ਲੋੜ ਹੈ। ਲੋਕਾਂ ਦਾ ਬਹੁਤ ਜ਼ਿਆਦਾ ਪੈਸਾ ਅਜਾਈ ਜਾਂਦਾ ਹੈਗਾ ਆ। ਬਹੁਤ ਸਸਤੀ ਦਵਾਈ ਜੇ ਇਹ ਆਪਣੇ ਕੰਟਰੋਲ ਵਿੱਚ ਰੱਖਣ ਤਾਂ ਮਿਲ ਸਕਦੀ ਹੈਗੀ ਆ। ਚਲੋ ਠੀਕ ਹੈ, ਲਿਕਰ ਉੱਤੇ ਟੈਕਸ ਲਾਉਂਦੀਆਂ ਗਵਰਨਮੈਂਟਾਂ ਨੇ, ਪੈਸੇ ਬਣਾਉਣੇ ਆ, ਬਟ ਜਿਹੜਾ ਦਵਾਈ ਆ ਉਹ ਤਾਂ ਹੁਣ ਇੱਕ ਗਰੀਬ ਬੰਦੇ ਦੀ ਵੀ ਜ਼ਰੂਰਤ ਆ ਜੀ, ਅਮੀਰ ਬੰਦੇ ਦੀ ਵੀ ਜ਼ਰੂਰਤ ਆ। ਸੋ ਇਹਦੇ ਪਹਿਲਾਂ ਜ਼ਰੂਰ ਖਿਆਲ ਕਰਨਾ ਚਾਹੀਦਾ, ਔਰ ਆਪਾਂ ਨੂੰ ਇਹਦੇ ਲਈ ਕੋਈ ਨਾ ਕੋਈ ਜਿਹੜੀ ਹੈਗੀ ਆ ਕੋਈ ਚਲਾਉਣੀ ਚਾਹੀਦੀ ਹੈਗੀ ਜੀ ਮੁਹਿੰਮ, ਤਾਂ ਹੀ ਗੱਲ ਬਣਨੀ ਹੈਗੀ। ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਰ ਜਸਵਿੰਦਰ ਸਿੰਘ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ ਤੁਸੀਂ ਬਹੁਤ ਹੀ ਵਧੀਆ ਮੁੱਦਾ ਉਠਾਇਆ ਜੀ, ਤੁਸੀਂ ਹਮੇਸ਼ਾ ਚੰਗੇ ਇਸ਼ੂ ਉਠਾਉਂਦੇ ਹੋ। ਔਰ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ। ਮੇਰਾ ਛੋਟਾ ਬ੍ਰਦਰ ਟੋਰਾਂਟੋ ਰਹਿੰਦਾ ਜੀ, ਉੱਥੇ ਡੈਂਟਲ ਫ੍ਰੀ ਆ, ਆਈ ਫ੍ਰੀ ਆ, ਮੈਡੀਸਿਨ ਸਾਰੀ ਫ੍ਰੀ ਆ। ਅੱਛਾ ਜੀ। ਇੱਥੇ ਮੈਡੀਸਿਨ ਸਾਰੀ ਸਾਨੂੰ ਮੁੱਲ ਲੈਣੀ ਪੈਂਦੀ ਆ, ਡੈਂਟਲ ਦੇ ਕਿੰਨੇ ਚਾਰਜਸ ਦੇਣੇ ਪੈਂਦੇ ਆ। ਔਰ ਗਿੱਲ ਸਾਹਿਬ ਤੁਸੀਂ ਤੁਹਾਡੇ ਬਹੁਤ ਕਲੋਜ਼ ਨੇ ਆਪਣੇ NDP ਦੇ ਨੇਤਾ, ਜਿਹੜੇ ਫੈਡਰਲ ਨੇਤਾ ਨੇ, ਤੁਸੀਂ ਪਲੀਜ਼ ਕੋਸ਼ਿਸ਼ ਕਰਕੇ ਫੋਨ ਕਰਾਓ, ਫਾਰਮਾ ਕੇਅਰ ਕਰਾ ਕੇ ਸਾਰਾ ਕੁਝ ਡੈਂਟਲ ਫ੍ਰੀ ਕਰਾਓ, ਔਰ ਇਹਨੂੰ ਰੇਜ਼ ਕਰੋ ਮਤਲਬ ਹੌਟ ਫੁਟਿੰਗ ਤੇ। ਬਿਲਕੁਲ ਠੀਕ ਹੈ। ਜਿਸ ਤਰ੍ਹਾਂ ਤੁਸੀਂ ਪੁਰਾਣੀਆਂ ਹੋਰ ਲੜਾਈਆਂ ਜਿੱਤੀਆਂ ਨੇ ਸਾਰੀਆਂ ਹੀ, ਔਰ ਇਹ ਵੀ ਇੱਕ ਫਾਈਟ ਆ, ਬਹੁਤ ਲੋਕਾਂ ਨੂੰ ਫਾਇਦਾ ਹੋਊਗਾ। ਗਿੱਲ ਸਾਹਿਬ ਤੁਸੀਂ ਇਹਨੂੰ ਇਸ਼ੂ ਕਰੋ, ਇਹਨੂੰ ਲਾਓ। ਬਿਲਕੁਲ ਕਰੂੰਗਾ ਜੀ, ਮੇਰਾ ਮਨ ਹੈ। ਬਿਲਕੁਲ ਹੁਣ ਅੰਟੈਰੀਓ ਦੇ ਵਿੱਚ ਫ੍ਰੀ ਡੈਂਟਲ ਕੇਅਰ ਆ ਯਾਰ, ਉਹ ਵੀ ਉਹ ਸੂਬਾ ਨਹੀਂ ਹੈ। ਸਾਰੇ ਅੰਟੈਰੀਓ ਦੇ ਰੈਜ਼ੀਡੈਂਟਸ ਲਈ ਫ੍ਰੀ ਡੈਂਟਲ ਕੇਅਰ ਹੈ, ਓਰਲ ਸਰਜਰੀਜ਼ ਨੇ, ਤੇ ਉਹਦੇ ਵਿੱਚ ਚਲੋ ਇਹ 'ਚ ਫ੍ਰੀ ਤੇ ਲੋ ਕਾਸਟ ਡੈਂਟਲ ਕੇਅਰ ਕਿਸੇ ਹੋਰ ਜਿਹੜਾ ਕੋਈ ਬਣਾਉਂਦਾ $5 ਲੱਖ ਉਹ ਥੋੜ੍ਹਾ ਬਹੁਤਾ ਦੇ ਦੇਵੇ, ਕੋਈ ਰੌਲਾ ਨਹੀਂ ਹੈ। ਔਰ ਇਹ ਮੈਨੂੰ ਪਤਾ ਹੈ 19 ਦੀ ਇਲੈਕਸ਼ਨ ਦੇ ਵਿੱਚ ਇਹ ਜਗਮੀਤ ਸਿੰਘ ਉਹਨਾਂ ਦੀ NDP ਦੀ ਪਾਰਟੀ ਦਾ ਇਹ ਮਤਾ ਸੀ ਕਿ ਅਸੀਂ ਡੈਂਟਲ ਫ੍ਰੀ ਕਰਾਉਣਾ। ਮੈਂ ਇਸ ਗੱਲ ਨੂੰ ਪ੍ਰਚਾਰਦਾ ਰਿਹਾ ਇਸ ਗੱਲ 'ਤੇ। ਪਰ ਹੁਣ ਇਹ ਜਿਹੜੀ ਸੱਚ ਜਾਣਿਓ ਪਿਛਲੇ 7 ਦਿਨਾਂ ਦੇ ਵਿੱਚ ਇਹ ਫੋਨ ਆਏ, ਨਿੱਜੀ ਤੌਰ 'ਤੇ ਵੀ ਮੈਂ ਆਪਣੇ ਪਰਿਵਾਰ ਦੇ ਥਰੂ ਵੀ ਇਸ ਦੀ ਗੱਲ ਜਾ ਰਿਹਾ ਯਾਰ, ਮਤਲਬ $5,000 ਤੁਸੀਂ ਪਹਿਲਾਂ ਦੰਦਾਂ ਦੀਆਂ ਬ੍ਰੇਸਿਸ ਲਾਓ, ਹੁਣ ਤੁਸੀਂ 4000 ਦਿਓ ਤੇ ਅਸੀਂ ਇਹ ਦੰਦ ਕੱਢਣੇ ਨੇ ਜੀ। ਤੇ ਜਦ ਉਹਨਾਂ ਨੂੰ ਸਿੱਧੇ ਕਰਨ ਲੱਗੇ ਹੋਏ ਸੀ, ਜਦ ਅਕਲ ਦੀਆਂ ਦਾੜਾਂ ਦਾ ਨਹੀਂ ਸੀ ਪਤਾ ਨਿਕਲਣੀਆਂ ਨੇ। ਸਫਾਈ ਕਰਾਉਣ ਜਾਓ, ਪਹਿਲਾਂ ਲੋਹੇ ਦਾ ਸ਼ਿਕੰਜਾ ਮੂੰਹ 'ਚ ਫਸਾਉਣਾ, ਪਹਿਲਾਂ ਜੀ ਤੁਹਾਡੇ ਅਸੀਂ ਐਕਸਰੇ ਲੈਣੇ ਨੇ। ਉਹ ਓਬਵੀਅਸਲੀ ਮੈਨੂੰ ਪਤਾ 1500 ਮੇਰਾ ਕਵਰੇਜ ਆ, $100-200 ਉਹਦਾ ਖਰਚਾ ਪੈਣਾ। ਮੈਨੂੰ ਆ ਵੀ ਮੈਂ ਜੇਬ 'ਚੋਂ ਨਹੀਂ ਦੇਣਾ, ਕਰ ਲਓ ਐਕਸਰੇ। ਜਦ ਬੰਦਾ ਕਹਿੰਦਾ ਮੈਂ ਸਫਾਈ ਕਰਾਉਣਾ ਹੈ ਯਾਰ, ਸਾਫ਼ ਕਰ ਦਿਓ ਬਸ। ਤੇ ਉੱਥੇ ਇਹੀ ਇਲਾਜ 10,000 ਵਾਲੀਆਂ ਬ੍ਰੇਸਿਸ ਦਾ ਖਰਚਾ ਤੇ ਉੱਥੇ ਬੰਦਾ 25,000 'ਚ 25-30,000 'ਚ ਕਰਾ ਲਿਆਉਂਦਾ। ਯਾਰ ਉਹ ਡਾਕਟਰ ਨਹੀਂ ਹੈ, ਕਿਹੜਾ ਕਲੀਨਿਕ ਨਹੀਂ ਹੈ ਉੱਥੇ, ਤੇ ਕਿਹੜੀ ਸਫਾਈ ਨਹੀਂ ਹੈ, ਕਿਹੜਾ ਪ੍ਰੋਟੋਕੋਲ ਨਹੀਂ, ਸਭ ਕੁਛ ਹੈ ਉੱਥੇ। ਇਹ ਡਾਕਟਰ ਜਿਹੜੇ ਨੇ ਉਰੇ ਇਹ ਉੱਥੋਂ ਹੀ ਆਏ ਹੋਏ ਨੇ।
ਕਿੱਥੋਂ ਆਏ ਨੇ ਇਹ ਸਿੱਖ ਕੇ? 70% ਜਿਹੜੇ ਪ੍ਰੈਕਟਿਸ ਕਰਦੇ ਆ ਉੱਥੋਂ ਸਿੱਖ ਕੇ ਆਏ ਹੋਏ ਨੇ। ਇਹ ontario ਦਾ 17 ਸਾਲ ਦੇ ਤੱਕ ਬੱਚਿਆਂ ਦਾ ਸਾਰਾ ਕੁਝ ਫ੍ਰੀ ਹੈ, ਪਰ ਲੋ ਇਨਕਮ ਵਾਲਿਆਂ ਦੇ, ਲੋ ਇਨਕਮ ਚਾਹੇ ਉੱਥੇ ਉਹਨੇ ਬਹੁਤ ਘੱਟ ਰੱਖਿਆ 27-28 ਹਜ਼ਾਰ ਹੈ, ਪਰ ਐਟਲੀਸਟ ਕੋਈ ਤਾਂ ਐਨਰੋਲ ਹੋਏਗਾ ਨਾ। ਇਉਂ ਤਾਂ ਹੈ ਨਹੀਂ ਵੀ ਸਾਰਾ ਕੁਝ ਹੀ ਤੁਸੀਂ ਕਰਨਾ। ਸੋ ਇਹਦੇ 'ਚ ਕੋਈ ਨਾ ਕੋਈ ਇਹਦੇ ਤੇ ਸੁਝਾਅ ਯਾਰ, ਇਹ ਤੇ ਕੰਮ ਕਰਨਾ ਚਾਹੀਦਾ। ਸਰ ਕਸ਼ਮੀਰ ਸਿੰਘ ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ, ਜਿੱਦਾਂ ਨਾ ਤੁਹਾਡੇ ਹੁਣ ਇਹਨਾਂ ਨੂੰ ਜਗਮੀਤ ਅੱਗੇ ਕਾਲ ਕਿਹਾ ਵੀ ਗਏ ਆ ਵੀ ਜਿਹੜਾ ਹੁਣ ਇਸ ਵੇਲੇ ਨਾ ਮੌਕਾ ਆਇਆ ਜਗਮੀਤ ਕੋ ਵੀ ਇਹਨਾਂ ਨੂੰ ਥੋੜਾ ਜਿਹਾ ਇਹਨੂੰ ਕਵੇ ਲਿਵਰ ਨੂੰ ਕਰਕੇ ਤਾਂ ਨਾਲੇ ਤਾਂ ਵੋਟਾਂ ਪੱਕੀਆਂ ਆਉਣੀਆਂ ਨੇ, ਨਾਲੇ ਥੋੜਾ ਜਿਹਾ ਇਹ ਕੰਮ ਵੀ ਕਰਾ ਦੇਣ ਸਾਡੇ ਕਮਿਊਨਿਟੀ ਦਾ। ਇਹ ਦੇਖੋ ਹੁਣ ਤੁਸੀਂ, ਮੈਂ ਵੀ ਹੁਣ $800 ਦੇ ਕੇ ਆਏ ਤਾਂ $800 ਦਾ ਤਾਂ ਮੁੜ ਕੇ ਉਹ ਕਹਿੰਦਾ ਮੁੜ ਤੇ ਕੈਬ ਚੜ੍ਹ, ਮੈਂ ਕੈਬ ਚੜ੍ਹਾਇਆ ਨਹੀਂ, ਉਹ ਮੁੜ ਕੇ ਉਹ ਵੀ ਵਿੱਚੋਂ ਨਿਕਲ ਗਿਆ। ਹੁਣ ਉਹ ਮੁੜ ਕੇ ਫੇਰ ਉਹ ਮੁੜ ਕੇ ਕਰਾਉਣੀ ਪੈਣੀ। ਇਹਦੇ ਕਰਕੇ ਇਹਦਾ ਬਹੁਤ ਜ਼ਿਆਦਾ ਹੁਣ ਨਿਆਣਿਆਂ ਦਾ ਬੁਰਾ ਹਾਲ। ਤੇ ਬਾਕੀ ਤੁਸੀਂ ਜ਼ੋਰ ਲਾਉਂਗੇ ਨਾ ਥੋੜਾ ਜਿਹਾ ਤਾਂ ਹੁਣ ਹੋ ਸਕਦਾ ਇਹ ਵੀ ਨਹੀਂ ਹੋ, ਪਰ ਜੇ ਇੱਕ ਦੇਖੋ ਜੇ $1000 ਲੱਗਦਾ $400 ਜਾਂ $300 ਵੀ ਕੋਲੋਂ ਪੇ ਕਰਕੇ ਲੈ ਲੈਣ, ਲੈ ਲੈਣ ਥੋੜਾ ਬਹੁਤਾ। ਥੈਂਕ ਯੂ ਬਾਈ ਜੀ, ਥੋੜਾ ਸਮਾਂ ਘੱਟ ਹੈ। ਸਰ ਜਸਵੀਰ ਸਿੰਘ। ਸਰਦਾਰ ਜੀ, ਤੁਸੀਂ ਹੁਣ ਇੱਕ ਪ੍ਰਸਾਰਣ ਕੀਤਾ ਵੀ ontario 'ਚ ਫ੍ਰੀ ਹੈ, ਉਹ ਠੀਕ ਨਹੀਂ ਹੈ। ontario 'ਚ ਇਕੱਲੇ ਬੱਚਿਆਂ ਦਾ ਫ੍ਰੀ ਹੈ, ਬੱਚਿਆਂ ਦਾ ਹੀ ਕਹਿ ਰਹੇ ਆ ਜੀ 17 ਸਾਲ ਤੋਂ ਥੱਲੜਾ। ਹਾਂਜੀ ਹਾਂਜੀ ਹਾਂਜੀ, ਬਾਕੀਆਂ ਦਾ ਨਹੀਂ ਹੈ। ਤੇ ਇਸ ਕਰਕੇ ਇਹ ਜ਼ਰੂਰੀ ਹੈ, ਔਰ ਇਹਦੇ ਲਈ ਮੇਰਾ ਖਿਆਲ ਲੈ ਵੀ ਸਾਡੇ ਸਟੇਟ 'ਚ ਕਰ ਰਹੇ ਨੇ ਲੋਕ ਕਿ ਜੇ ਬੱਚਿਆਂ ਦਾ ਹੋਇਆ ਤਾਂ ਬਾਕੀਆਂ ਦਾ ਵੀ ਹੋਣਾ ਚਾਹੀਦਾ। ਥੈਂਕ ਯੂ, ਧੰਨਵਾਦ ਤੁਹਾਡਾ, ਮੈਂ ਤਾਂ ਇਸ ਲਈ ਕੀਤਾ ਸੀ। ਧੰਨਵਾਦ ਜੀ। ਵੈਸੇ ਹੁਣ ਜਿਹੜੀ ਜੇ ਦੇਖਦੇ ਹਾਂ 17 ਸਾਲ ਤੱਕ ਇਹ ਖਰਚਾ ਸਾਰਾ। ਗੁਰਤੇਜ ਕੌਰ ਮਾਨ ਜੀ ਲਾਈਨ ਨੰਬਰ 3। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਮੈਂ ਦੰਦਾਂ ਬਾਰੇ ਦੱਸਣਾ ਸੀ ਇੱਕ ਨੁਸਖਾ। ਹਾਂਜੀ, ਜੇ ਤੁਹਾਡੇ ਦੰਦਾਂ 'ਚ ਪਸ ਆਉਂਦੀ ਹੋਵੇ ਜਾਂ ਦਰਦ ਹੁੰਦਾ ਹੋਵੇ, ਖੂਨ ਖਾਣਾ ਆਉਂਦਾ ਹੋਵੇ ਜਾਂ ਦੰਦ ਦੁਖਦੇ ਹੋਣ, ਤੇ ਇਹਦਾ ਵਧੀਆ ਨੁਸਖਾ ਹੈਗਾ ਵੀ ਪੀਸੀ ਸੁੰਡ ਤੇ ਪੀਸੀ ਫੜਕੜੀ ਤੇ ਪੀਸਿਆ ਨੂਣ, ਤੇ ਇਹਨਾਂ ਨੂੰ ਇੱਕੋ ਜਿਹੀ ਮਾਤਰਾ 'ਚ ਰਲਾ ਲਓ ਤੇ ਸਰੋਂ ਦੇ ਤੇਲ ਥੇਲੀ ਤੇ ਪਾ ਲਓ ਅੱਧਾ ਕੁ ਚਮਚਾ, ਤੇ ਸਰੋਂ ਦੇ ਤੇਲ 'ਚ ਰਲਾ ਕੇ ਇਹਦੀ ਪੇਸਟ ਨੂੰ ਨਾ ਦੰਦਾਂ ਦੇ ਮਸੂੜਿਆਂ ਦੇ ਅੰਦਰ ਤੇ ਬਾਹਰ ਮਾਲਿਸ਼ ਕਰੋ। ਠੀਕ। ਦਿਨ ਵਿੱਚ ਜੀ 2 ਵਾਰੀ, ਜਦੋਂ ਖਾਣਾ ਖਾ ਕੇ ਹਟੋ, ਤੇ ਬੜੀ ਛੇਤੀ ਆਰਾਮ ਮਿਲਦਾ। ਅੱਛਾ, ਲੂਣ ਕਿਹੜਾ ਚਾਹੀਦਾ ਜੀ? ਡਲੀ ਵਾਲਾ ਹਨਾ? ਹਾਂ, ਡਲੀਆ ਲੈ ਲਓ ਜਾਂ ਦੂਜਾ ਹੋਵੇ ਜਾਂ। ਠੀਕ, ਹਾਂ, ਜਿਹੜਾ ਮਰਜ਼ੀ ਹੋਵੇ। ਧੰਨਵਾਦ ਜੀ। ਹਾਂਜੀ, ਥੈਂਕ ਯੂ ਜੀ। ਮੈਂ ਕੋਸ਼ਿਸ਼ ਕਰੂੰਗਾ ਜੀ ਕੋਈ ਦੇਸੀ ਟੋਟਕੇ ਆਉਣ ਵਾਲੇ ਦਿਨਾਂ 'ਚ ਨਾ ਤੁਹਾਡੇ ਲਈ ਲੱਭ ਕੇ ਲੈ ਕੇ ਆਊਂਗਾ। ਫਟਕੜੀ ਤਾਂ ਵੈਸੇ ਫਟਕੜੀ ਤਾਂ ਨਾ ਜਿਹੜਾ ਉਹਨੂੰ ਘੋਲ ਕੇ ਰੱਖੋ ਰਾਤ ਨੂੰ, ਜਦ ਤੁਸੀਂ ਕਰ ਲਿਆ ਬਰਸ਼, ਉਹਦੀਆਂ ਕੁੱਲੀਆਂ ਕਰ ਲਓ। ਧਾਲੀਵਾਲ ਸਾਹਿਬ। ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸਤਿ ਸ੍ਰੀ ਅਕਾਲ ਬਾਈ ਜੀ। ਦੇਖੋ, ਕੋਈ ਇਤਰਾਜ਼ ਨਾ ਕਰੇ ਕਿ ਇਹ ਬਿਮਾਰੀ ਇੰਡੀਆ ਸੀ, ਇੱਥੇ ਥੋੜੀ ਸੀ। ਇੱਥੇ ਵੀ ਆ ਵੋਟਾਂ ਲੈਣ ਲਈ ਕੁਛ ਤੇ ਬਾਅਦ 'ਚ ਪੁੱਛਣਾ ਨਹੀਂ। ਫਰਕ ਕੁਛ ਨਹੀਂ ਪੈਂਦਾ। ਜਿੱਦਾਂ ਕਹਿੰਦੇ ਪੰਜਾਬੀ ਯੂਥ ਤੋਂ ਛਾਲ ਨਹੀਂ ਲਾਇਆ, ਤੇ ਜੇ ਚੰਗੇ ਬੰਦੇ ਨੂੰ ਹਰ ਕੋਈ ਉਹਦੀ ਸਿਫਤ ਕਰਦਾ ਜੀ। ਹੁਣ ਮੈਂ ਲੰਮੀ ਨੀ ਸਟੋਰੀ ਲਿਆਉਂਦਾ, ਮਨਮੋਹਨ ਸਿੰਘ ਨੂੰ ਅਜੇ ਵੀ ਲਾਈਕ ਕਰਦੇ ਆ, ਬਿਲਕੁਲ ਯਾਦ ਕਰ ਰਹੇ ਨੇ। ਹਾਂ, ਉਹਦੇ ਵਿੱਚ ਅਸ਼ਿਆਈਆਂ ਸੀ, ਕੈਟਾਗਰੀ ਸੀ ਜਨਤਾ ਲਈ। ਜੀ ਜੀ। ਹੁਣ ਜਿਹੜਾ ਇਹ ਮੋਦੀ ਆ, ਮੇਰੇ ਖਿਆਲ 'ਚ ਵੀ ਇਦੋਂ ਪਰੇ ਕੋਈ ਮਾੜਾ ਮੈਂ ਤਾਂ ਮੇਰੇ ਖਿਆਲ 'ਚ ਦੇਖਿਆ ਨਹੀਂ ਕੋਈ ਰਾਜਾ ਇੰਡੀਆ ਦੇ ਵਿੱਚ ਜਿੰਨਾ ਇਹ ਮਾੜਾ। ਚਲੋ ਇਹ ਵੀ ਗੱਲ ਛੱਡੋ। ਬਾਕੀ ਆ ਜਿੱਥੇ ਹੋਰ ਪੈਸੇ ਲੱਗਦੇ ਆ ਗਰੋਸਰੀ ਤੇ, ਗੈਸਾਂ ਤੇ ਇਹ ਥੋੜਾ ਹੀ ਫਰਕ ਪੈਣਾ। ਤੇ ਦੰਦਾਂ ਦਾ ਜ਼ਰੂਰ ਕਰਨ, ਬੱਚਿਆਂ ਦਾ ਵੀ ਤਾਂ ਬੜਿਆਂ ਦਾ ਵੀ। ਕਿਉਂ? ਉਹਦੇ ਵਿੱਚ ਦੰਦ ਸਾਫ਼ ਸੂਫ ਕਰਾਉਣੇ, ਥੋੜੇ ਜਿਹੇ ਪੈਸੇ ਲੈ ਲੈਣ, ਨਾਲੇ ਤਾਂ ਡਾਕਟਰ ਵੀ ਰਹਿਣਗੇ, ਨਾਲੇ ਬੰਦੇ ਸੁਖੀ ਰਹਿਣਗੇ, ਨਾਲੇ ਬੰਦਾ ਹੱਸ ਕੇ ਹੋਰ ਵੋਟਾਂ ਪਾਉਂਦਾ। ਧੰਨਵਾਦ ਜੀ। ਗਿੱਲ ਸਾਹਿਬ ਲਾਈਨ ਨੰਬਰ 2। ਕ੍ਰਾਂਤੀਕਾਰੀ ਜੀ। ਸਤਿ ਸ੍ਰੀ ਅਕਾਲ ਵੀਰੇ। ਸਤਿ ਸ੍ਰੀ ਅਕਾਲ ਜੀ। ਯਾਰ ਤਾਈਓ ਮੈਂ ਲੋਕਾਂ ਨੂੰ ਕਹਿੰਦਾ ਵੀ ਪਲੀਜ਼ ਯਾਰ ਜਾਗਰਤ ਹੋਵੋ, ਜਾਂ ਐਜੂਕੇਟ ਹੋ। ਤੁਸੀਂ ਆਪਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ। ਦੱਸੋ ਹੁਣ ਹਾਲ ਕੀ ਆ ਸਾਡਾ? ਹਾਲ ਕੀ ਆ? ਮਹਿੰਗਾਈ ਕਿੱਥੋਂ ਕਿੱਥੇ ਚਲੀ ਗਈ। ਤੇ ਨੰਬਰ 2 ਤੇ ਜਿਹੜੇ ਆਪਣੇ ਪ੍ਰਧਾਨ NDP ਦੇ, ਇਹਨਾਂ ਦੀ ਆਪਾਂ ਮਦਦ ਵੀ ਕੀਤੀ ਸੀਗੀ ਹਨਾ, ਸਾਰਾ ਕੁਛ ਸੀ। ਚਲੋ ਵੀ ਆਪ ਦੇ ਸਰਦਾਰ ਬੰਦੇ ਆ, ਪਰ ਬਾਈ ਇਹਦੀਆਂ ਰਿਪੋਰਟਾਂ ਆਉਂਦੀਆਂ ਗੁੱਡ ਨਹੀਂ ਹੈਗੇ ਬੰਦੇ ਇਹ। ਜਿਵੇਂ ਮੇਰਾ ਕਹਿਣ ਦਾ ਮਤਲਬ ਉੱਥੇ ਵਾਲੇ ਬਰੈਂਪਟਨ ਵਾਲੇ ਵੀ ਮੁੰਡੇ ਦੱਸਦੇ ਆ, ਪਲੀਜ਼
ਇਹਨਾਂ ਨੂੰ ਕਹੋ ਵੀ ਅਸੀਂ ਤੁਹਾਤੋਂ ਨਿਰਾਸ਼ ਹੀ ਹੋਏ ਆ ਵੀ ਤੁਸੀਂ ਸਾਨੂੰ ਉੱਪਰ ਨਹੀਂ ਲੈ ਗਏ। ਤੇ ਨੰਬਰ 3 ਤੇ ਆ ਜਿਹੜੇ ਡੈਂਸਰਸ ਆ, ਇਹਨਾਂ ਬਾਰੇ ਤਾਂ ਯਾਰ ਦੱਸ ਕੀ ਕਹਾਂ ਮੈਂ। ਲਟੇਰੇ, ਡਾਕੂ, ਜਲਾਦ, ਬੁੱਚੜ, ਕਸਾਈ, ਯਾਰ ਗੱਲ ਆ ਕੋਈ? ਇਹ ਤਾਂ ਬੰਦੇ ਨੂੰ ਅੰਦਰ ਵਾੜ ਕੇ, ਸਾਰੇ ਬੰਦੇ ਉੱਥੋਂ ਲਿਆ ਕੇ ਰੱਖੇ ਏਸ਼ੀਆ ਤੋਂ ਅੰਦਰ ਵਾੜਦੇ ਆ। $100 ਇਹਦਾ, 200 ਇਹਦਾ, 500 ਇਹਦਾ, ਉਹ 5-6 ਹਜ਼ਾਰ ਡਾਲਰ ਬਣਾ ਕੇ ਮੁੜ ਕੇ ਕਹਿੰਦੇ ਆ ਜੇ ਤੁਸੀਂ ਕਹੋ ਠੀਕ ਨਹੀਂ ਤਾਂ ਕਹੋ ਨਹੀਂ ਇਹ ਤਾਂ ਆਈ ਹੁੰਦਾ ਯਾਰ। ਮੈਨੂੰ ਤਾਂ ਸਮਝ ਨਹੀਂ ਲੱਗਦੀ, ਬਹੁਤ ਮਨ ਸੈਡ ਆ ਵੀ ਸਾਡੇ ਆਉਣ ਵਾਲੀ ਜਨਰੇਸ਼ਨ ਦਾ ਬਣੂ ਕੀ ਵੀਰ ਜੀ। ਚਲੋ ਤੁਸੀਂ ਮੁੱਦੇ ਉਠਾਉਂਦੇ ਹੋ, ਤੁਹਾਡਾ ਧੰਨਵਾਦ ਵੀਰ ਜੀ। ਧੰਨਵਾਦ ਜੀ, ਥੈਂਕ ਯੂ। ਦੇਖੋ ਮੈਂ ਜਿਵੇਂ ਫਿਜ਼ੀਸ਼ੀਅਨ ਬਣਾਉਂਦੇ ਆ ਪੈਸੇ, ਉਹਨੇ ਇਹ ਵੀ ਬਣਾਉਣ, ਡਾਕਟਰ ਨੇ ਉਨੀ ਪੜ੍ਹਾਈ ਕਰਦੇ ਨੇ, ਪਰ ਬਹੁਤ ਮਹਿੰਗਾਈ ਆ ਯਾਰ। ਜੇ ਹੁਣ ਤੁਸੀਂ ਕਲੀਨਿਕ ਆ, ਉਹ ਡੈਂਟਲ ਹਾਈਜੀਨਿਸਟ ਕਰਦਾ, ਡੈਂਟਿਸਟ ਤਾਂ ਜਾ ਆਊਗਾ, ਤੁਹਾਡੀ ਦੋਸਤੀ ਆ, ਤੁਹਾਨੂੰ ਕਹਿ ਆਊ ਹੈਲੋ ਹਾਏ, ਤੇ ਬੇਸਿਕਲੀ ਤਾਂ ਹਾਈਜੀਨਿਸਟ ਕਰਦਾ। ਉਹਦਾ ਘੰਟਾ ਇੱਕ ਲੱਗਣਾ, ਉਹ $25 ਤੇ ਜਾਂ $30 ਤੇ ਲਾ ਲਓ, 40 ਤੇ ਲਾ ਲਓ, ਤੇ ਉਹ $150 ਜੀ ਉਹਦੀ। ਠੀਕ ਹੈ, ਇਨਫਰਾਸਟਰਕਚਰ ਆ ਜੀ, ਉਹ ਸਾਡੀਆਂ ਸੀਟਾਂ ਨੇ ਜੀ, ਹਾਈਜੀਨਿਸਟ ਹੈ ਤੇ ਇਹ, ਪਰ ਇਹਨੂੰ ਵੇਖਿਆ ਜਾਵੇ, ਤੁਹਾਨੂੰ ਆਪਣੇ ਤਾਂ ਕਿਸੇ ਦੀ ਕਵਰੇਜ ਹੈ ਨਹੀਂ, ਪਰ ਜਿਹੜੇ ਲੋ ਇਨਕਮ ਵਾਲੇ ਨੇ, ਮੇਬੀ ਰਿਫਿਊਜੀ ਆਏ ਨੇ, ਉਹਨਾਂ ਦੀ ਸ਼ਾਇਦ ਕਵਰੇਜ ਹੋਵੇ। ਤੁਸੀਂ ਵੇਖਿਓ ਇਕੱਠ, ਦੇਖਿਓ ਕਲਾਇੰਟੇਲ ਉਹਨਾਂ ਦੀ। ਮੈਂ ਪਤਾ ਕਰੂੰਗਾ ਵੀ ਜਿਹੜੇ ਰਿਫਿਊਜੀ ਸਟੇਟਸ ਨੇ ਕੀ ਉਹਨਾਂ ਦੀ ਸਾਰੀ ਉਹ ਫਿਰ ਡੈਂਟਲ ਹੈਲਥ ਵੀ ਉਹਨਾਂ ਦੀ ਕਵਰੇਜ ਹੈ। ਇਹ ਆਉਣ ਵਾਲੇ ਦਿਨਾਂ 'ਚ ਮੈਂ ਪਤਾ ਕਰਦਾ, ਪਰ ਇਹਦੇ ਤੇ ਕੁਝ ਨਾ ਕੁਝ ਸ਼ੁਰੂ ਕਰਨਾ ਪੈਣਾ ਸਰਕਾਰਾਂ ਨੂੰ। ਲੋਕ ਆਤਰ ਹੋ ਰਹੇ ਨੇ, ਲੋਕ ਦੁਖੀ ਹੋ ਰਹੇ ਨੇ, ਬਹੁਤ ਮਹਿੰਗਾ। ਇਹ ਟ੍ਰੈਡੀਸ਼ਨ 5 ਸਾਲਾਂ ਦਾ ਚੱਲਿਆ। ਪਹਿਲਾਂ ਲੋਕ ਸਾਰਾ 5-4 ਮਹੀਨੇ ਔਖੇ ਹੋ ਕੇ ਪੰਜਾਬ ਜਾ ਕੇ ਕਿਰਾਏ ਆਉਂਦੇ, ਰੁਪਈਆਂ 'ਚ ਹੁੰਦੀਆਂ ਚੀਜ਼ਾਂ ਉੱਥੇ, ਹੁਣ ਵੀ ਰੁਪਈਆਂ 'ਚ ਹੁੰਦੀਆਂ। ਸੋ ਇਹ ਠੀਕ ਹੈ ਵੀ ਸੈੱਟ ਕੀਤਾ ਕੋਈ ਇਹਨਾਂ ਦਾ ਰੇਟ ਕਾਰਡ, ਕੋਈ ਇਹਨਾਂ ਤੇ ਥੋੜ੍ਹਾ ਬਹੁਤਾ ਰੈਗੂਲੇਟ, ਕੁਛ ਤਾਂ ਸਰਕਾਰ ਕਰੇ, ਇਹਨਾਂ ਨੂੰ ਵੀ, ਡਾਕਟਰਾਂ ਨੂੰ ਵੀ ਫਾਇਦਾ ਹੋਵੇ, ਆਮ ਲੋਕਾਂ ਨੂੰ ਵੀ ਫਾਇਦਾ ਹੋਵੇ।